ਜਿਨ੍ਹਾਂ ਵਾਸਤੇ ਇਰੈਲੇਵੈਂਟ ਟੌਪਿਕ ਹੈ ਉਹ ਚੰਗੇ ਤਰੀਕੇ ਨਾਲ ਦੇਖਣਗੇ। ਇੱਕ ਇੱਕ ਚੀਜ਼ ਜੋ ਹੈ ਉਹ ਬਹੁਤ ਡੀਪਲੀ ਔਰ ਉਹਨੂੰ ਬਹੁਤ ਜ਼ਿਆਦਾ ਡੀਪਲੀ ਐਕਸਪਲੇਨ ਵੀ ਕੀਤਾ ਜਾਊਗਾ, ਇਹ ਧਿਆਨ ਰੱਖਣਾ, ਠੀਕ ਹੈ ਜੀ। ਨੈਕਸਟ ਔਰ ਟੌਪਿਕ ਦੀ ਗੱਲ ਕਰੀਏ ਤੇ ਟੌਪਿਕ ਹੈਗਾ ਬੈਲੈਂਸ ਆਫ ਪੇਮੈਂਟ। ਹੁਣ ਪਹਿਲਾਂ ਤਾਂ ਡੈਫੀਨੇਸ਼ਨ ਕੀ ਕਹਿੰਦੀ ਹੈ, ਹੁਣ ਤੁਸੀਂ ਦੇਖਣਾ ਕੀ ਹੈ। ਪਹਿਲਾਂ ਬੈਲੈਂਸ ਆਫ ਪੇਮੈਂਟ ਹੁੰਦਾ ਕੀ ਹੈ, ਮਤਲਬ ਕਿ ਜੋ ਇੱਕ ਕੰਟਰੀ, ਠੀਕ ਹੈ, ਦੂਸਰੀ ਕੰਟਰੀ ਦੇ ਜੋ ਟ੍ਰਾਂਜੈਕਸ਼ਨਸ ਕਰਦੀਆਂ ਨੇ ਆਪਸ ਦੇ ਵਿੱਚ, ਜਦੋਂ ਰਿਸੀਟਸ ਆਉਂਦੀਆਂ ਨੇ, ਰਿਸੀਟਸ ਮਤਲਬ ਜੋ ਪੈਸਾ ਆਉਂਦਾ ਇਨਫਲੋ ਹੁੰਦਾ ਔਰ ਆਊਟਫਲੋ ਆਈ ਮੀਨ ਟੂ ਜਦ ਪੇਮੈਂਟ ਕਰਦੇ ਆ ਉਸਦਾ ਜਦੋਂ ਬੈਲੈਂਸ ਕੱਢਦੇ ਆ, ਠੀਕ ਹੈ, ਆਪਣੀ ਅਫੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗ ਜਾਂ ਅਫੀਸ਼ੀਅਲ ਅਕਾਊਂਟ ਦੀ ਸਟੇਟਮੈਂਟ ਦੇ ਅਕੋਰਡਿੰਗ ਜਾਂ ਆਪਣੀ ਸਮਰੀ ਦੇ ਅਕੋਰਡਿੰਗ, ਉਸ ਪੁਆਇੰਟ ਨੂੰ ਅਸੀਂ ਕੀ ਬੋਲਦੇ ਆ, ਬੈਲੈਂਸ ਆਫ ਪੇਮੈਂਟ ਬੋਲਦੇ ਆ। ਹੁਣ ਬੈਲੈਂਸ ਆਫ ਪੇਮੈਂਟ ਨੂੰ ਡੀਪਲੀ ਅਸੀਂ ਦੇਖੀਏ ਤਾਂ ਕੀ ਬੋਲਾਂਗੇ ਇਹਦੇ ਵਿੱਚ। ਪਹਿਲੀ ਗੱਲ ਤਾਂ ਜਿਹੜੀ ਬੈਲੈਂਸ ਆਫ ਪੇਮੈਂਟ ਹੈ ਇਹ ਜਿਹੜੀ ਪਬਲਿਸ਼ ਕੀਤੀ ਗਈ ਸੀ ਇਹ ਆਰਬੀਆਈ ਦੁਆਰਾ ਕੀਤੀ ਗਈ ਸੀ। ਆਰਬੀਆਈ ਦਾ ਮਤਲਬ ਹੁੰਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ, ਜੋ ਸਾਡਾ ਇੱਕ ਇੰਡੀਆ ਦਾ ਸੈਂਟਰ ਬੈਂਕ ਹੈ ਜਾਂ ਫਿਰ ਕਹਿ ਸਕਦੇ ਇੱਕ ਪਿਵੋਟਲ ਬੈਂਕ ਹੈ, ਜਿਹਦੇ ਥਰੂ ਸਾਰੀ ਇੱਕ ਇੰਡੀਅਨ ਬੈਂਕਿੰਗ ਸਿਸਟਮ ਦੀ ਟ੍ਰਾਂਜੈਕਸ਼ਨ ਕੀਤੀ ਜਾਂਦੀ ਹੈ, ਜਾਂ ਫਿਰ ਕਹਿ ਸਕਦੇ ਹਾਂ ਇੱਕ ਫੋਰਨ ਐਕਸਚੇਂਜ ਦਾ ਪੈਸੇ ਦਾ ਆਣਾ ਔਰ ਪੈਸੇ ਦੇ ਚਲੇ ਜਾਣ ਦੀ ਕੀ ਕੀਤੀ ਜਾਂਦੀ ਹੈ, ਟ੍ਰਾਂਜੈਕਸ਼ਨ ਕੀਤੀ ਜਾਂਦੀ ਹੈ। ਆਰਬੀਆਈ ਹੀ ਹੈ ਜੋ ਇਹਨਾਂ ਦਾ ਇੱਕ ਅਫੀਸ਼ੀਅਲ ਰਿਕਾਰਡ ਰੱਖਦਾ ਹੈ, ਠੀਕ ਹੈ, ਇੱਕ ਅਫੀਸ਼ੀਅਲ ਸਮਰੀ ਰੱਖਦਾ ਹੈ ਔਰ ਦਿਨੋ ਦਿਨ ਆਪਣੇ ਕਹਿੰਦਾ ਮਤਲਬ ਜੋ 1 ਈਅਰ ਪਾਸ ਹੋ ਜਾਂਦਾ ਹੈ, ਖਤਮ ਹੋ ਜਾਂਦਾ, 1 ਸਾਲ ਖਤਮ ਹੋ ਜਾਂਦਾ ਹੈ, ਇਸ ਨੂੰ ਪਬਲਿਸ਼ ਕਰ ਦਿੰਦਾ ਹੈ। ਬਟ ਪਬਲਿਸ਼ ਕਰਨ ਤੋਂ ਪਹਿਲਾਂ ਕੁਐਸਚਨ ਮਾਈਂਡ ਵਿੱਚ ਇੱਕ ਇਹ ਆਉਂਦਾ ਹੈ ਕਿ ਬੈਲੈਂਸ ਆਫ ਪੇਮੈਂਟ ਦੀ ਜਿਹੜੀ ਸਮਰੀ ਫਸਟ ਟਾਈਮ ਮਤਲਬ ਪਬਲਿਸ਼ ਕੀਤੀ ਗਈ ਸੀ ਆਰਬੀਆਈ ਨੇ ਕਦੋਂ ਕੀਤੀ ਸੀ। ਤੇ ਧਿਆਨ ਰੱਖਣਾ ਆਰਬੀਆਈ ਨੇ ਜਦ ਫਸਟ ਟਾਈਮ ਇਹ ਪਬਲਿਸ਼ ਕੀਤੀ ਸੀ ਤੇ 1948 ਦੇ ਵਿੱਚ ਇਹਦੀ ਫਸਟ ਰਿਪੋਰਟ ਪਬਲਿਸ਼ ਕੀਤੀ ਸੀ। ਸਿੰਸ 1948 ਕਹਿ ਸਕਦੇ ਆ 48 ਤੋਂ ਪਬਲਿਸ਼ ਕੀਤੀ ਸੀ ਬੈਲੈਂਸ ਆਫ ਪੇਮੈਂਟ ਦੀ। ਹੁਣ ਵਟ ਇਜ਼ ਦਾ ਬੈਲੈਂਸ ਆਫ ਪੇਮੈਂਟ, ਮਾਈਂਡ ਦੇ ਵਿੱਚ ਪਹਿਲਾਂ ਇਹ ਚੀਜ਼ ਆਉਂਦੀ ਕਿ ਬੈਲੈਂਸ ਆਫ ਪੇਮੈਂਟ ਹੁੰਦਾ ਕੀ ਹੈ। ਇਹਦੇ ਵਿੱਚ ਕਾਫੀ ਸਾਰੇ ਕੁਐਸਚਨਸ ਨੇ ਜੋ ਪੁੱਛੇ ਜਾਂਦੇ ਹੁੰਦੇ ਨੇ, ਠੀਕ ਹੈ, ਤਾਂ ਉਹ ਵੀ ਕੁਐਸਚਨ ਤੁਹਾਨੂੰ ਨਾਲ ਦਿਨ ਦੱਸਦਾ ਜਾਊਂਗਾ। ਤਾਂ ਦੇਖੋ ਫਸਟ ਡੈਫੀਨੇਸ਼ਨ ਆਉਂਦੀ ਕਿ ਬੈਲੈਂਸ ਆਫ ਪੇਮੈਂਟ ਹੁੰਦੀ ਕੀ ਹੈ। ਤਾਂ ਬੈਲੈਂਸ ਆਫ ਪੇਮੈਂਟ ਦਾ ਸਟੇਟਮੈਂਟ ਆਫ ਅਕਾਊਂਟ। ਹੁਣ ਜਿਹੜੀ ਤੁਹਾਡੇ ਵਾਸਤੇ ਬੈਲੈਂਸ ਆਫ ਪੇਮੈਂਟ ਹੁੰਦੀ ਹੈ ਇੱਕ ਅਕਾਊਂਟ ਦੀ ਸਟੇਟਮੈਂਟ ਹੁੰਦੀ ਹੈ, ਜਾਂ ਮੈਂ ਗੱਲ ਕਵਾਂ ਕਿ ਜਿਹੜੀ ਤੁਹਾਡੀ ਅਕਾਊਂਟਿੰਗ ਰਿਕਾਰਡ ਕੀਤੀ ਜਾਂਦੀ ਹੈ, ਜਿਹੜੀ ਸਟੇਟਮੈਂਟ ਦੇ ਵਿੱਚ ਰਿਕਾਰਡ ਕੀਤਾ ਜਾਂਦਾ ਹੈ ਉਸ ਨੂੰ ਅਸੀਂ ਕੀ ਬੋਲਦੇ ਆ, ਬੈਲੈਂਸ ਆਫ ਪੇਮੈਂਟ ਬੋਲਦੇ ਆ। ਲਾਈਕ ਅਗਰ ਇੱਥੇ ਗੱਲ ਕੀਤੀ ਜਾਵੇ ਸਟੇਟਮੈਂਟ ਆਫ ਅਕਾਊਂਟਸ ਦੀ ਤਾਂ ਮੈਂ ਇੱਥੇ ਇੱਕ ਵਰਡ ਲਿਖੂੰਗਾ ਕਿ ਜਿਹੜੀ ਬੈਲੈਂਸ ਆਫ ਪੇਮੈਂਟ ਹੁੰਦੀ ਹੈ ਉਹ ਸਾਡੇ ਵਾਸਤੇ ਇੱਕ ਸਮਰੀ ਚਾਰਟ ਹੁੰਦਾ ਹੈ ਜਾਂ ਇੱਕ ਸਮਰੀ ਸਟੇਟਮੈਂਟ ਹੁੰਦੀ ਹੈ ਜਿਸ 'ਚ ਅਸੀਂ ਕੀ ਸ਼ੋ ਕਰਦੇ ਹਾਂ, showing all the monetary transactions। monetary transaction ਮਤਲਬ ਉਹ ਟ੍ਰਾਂਜੈਕਸ਼ਨਾਂ ਜੋ ਸਾਡੇ ਵਾਸਤੇ ਕਿਹਦੇ ਨਾਲ ਰਿਲੇਟ ਕਰਦੀਆਂ ਨੇ, ਸਾਡੇ ਫਾਈਨਾਂਸ ਦੇ ਨਾਲ ਰਿਲੇਟ ਕਰਦੀਆਂ ਨੇ। ਫਾਈਨਾਂਸ ਆਈ ਮੀਨ ਟੂ ਸੇ ਅਗਰ ਗੱਲ ਕਰੀਏ ਤਾਂ ਸਾਡੀ ਮਨੀ ਦੇ ਨਾਲ ਰਿਲੇਟਡ ਰਿਲੇਸ਼ਨ ਦੇ ਨਾਲ ਰਹਿੰਦੀਆਂ ਨੇ ਜਾਂ ਰਿਲੇਟ ਕਰਦੀਆਂ ਨੇ। ਉਸ ਟ੍ਰਾਂਜੈਕਸ਼ਨ ਅਸੀਂ ਕਿਹੜੀ ਟ੍ਰਾਂਜੈਕਸ਼ਨ ਬੋਲਦੇ ਹਾਂ, ਮੋਨੇਟਰੀ ਟ੍ਰਾਂਜੈਕਸ਼ਨ ਬੋਲਦੇ ਹਾਂ, ਜਿਸ 'ਚ ਪੈਸੇ ਦਾ ਲੈਣ ਦੇਣ ਕੀਤਾ ਜਾਂਦਾ ਹੈ, ਠੀਕ ਹੈ। ਉਹ ਸਾਰੀ ਸਮਰੀ ਸ਼ੋ ਕੀਤੀ ਜਾਂਦੀ ਕਿਹਦੇ ਵਿੱਚ, ਇਸ ਸਟੇਟਮੈਂਟ ਦੇ ਵਿੱਚ। ਅਗਰ ਕਾਪੀ ਦੇ ਉੱਤੇ ਪੇਪਰ ਦੇ ਵਿੱਚ ਅਗਰ ਪੁੱਛਿਆ ਮੋਨੇਟਰੀ ਟ੍ਰਾਂਜੈਕਸ਼ਨ ਨਾ ਦਿੱਤਾ ਹੋਇਆ ਤਾਂ ਚੈੱਕ ਕਰਨਾ ਕਿ ਦੂਸਰਾ ਵਰਡ ਕੀ ਹੋਊਗਾ। ਸਾਰੇ ਇਕਨੋਮਿਕ ਟ੍ਰਾਂਜੈਕਸ਼ਨ ਨੂੰ ਕੀ ਕੀਤਾ ਜਾਂਦਾ, ਰਿਕਾਰਡ ਕੀਤਾ ਜਾਂਦਾ ਹੈ। ਜਿਹੜੀ ਇੱਕ ਕੰਟਰੀ ਲਾਈਕ ਆਫ ਅ ਕੰਟਰੀ ਮਤਲਬ ਲਾਈਕ ਸਾਡੀ ਜੋ ਇੰਡੀਅਨ ਕੰਟਰੀ ਹੈ, ਮੈਂ ਉਹਦੀ ਗੱਲ ਕਰ ਰਿਹਾ। ਇੰਡੀਅਨ ਕੰਟਰੀ ਦੀ ਸਾਰੀ ਲੈਣ ਦੇਣ ਕਿੰਨਾ ਰਹੂਗੀ ਵਿਦ ਦ ਰੈਸਟ ਆਫ ਦੀ ਵਰਲਡ। ਰੈਸਟ ਆਫ ਦ ਵਰਲਡ ਮਤਲਬ ਲਾਈਕ ਅਗਰ ਮੇਰਾ ਆਪਣਾ ਇੰਡੀਆ ਹੈ, ਠੀਕ ਹੈ, ਤੇ ਇਹਦਾ ਰੈਸਟ ਆਫ ਵਰਲਡ ਕੀ ਹੋਊਗਾ, ਆਸਟ੍ਰੇਲੀਆ ਹੋ ਸਕਦਾ, ਪਾਕਿਸਤਾਨ ਹੋ ਸਕਦਾ, ਇੰਗਲੈਂਡ ਹੋ ਸਕਦਾ, ਕੈਨੇਡਾ ਹੋ ਸਕਦਾ ਜਾਂ ਕੋਈ ਵੀ ਅਦਰ ਸਟੇਟ ਹੋ ਸਕਦੀ ਹੈ। ਮਤਲਬ ਕਿ ਰੈਸਟ ਆਫ ਵਰਲਡ ਮਤਲਬ ਸਾਰੇ ਇੰਡੀਆ ਦੇ ਰਿਲੇਟਿਡ ਜੋ ਸਾਡੇ ਵਾਸਤੇ ਫੋਰਨ ਕੰਟਰੀਜ਼ ਬਣਦੀਆਂ ਨੇ, ਠੀਕ ਹੈ ਜੀ, ਉਹਨਾਂ ਦਾ ਜਿਹੜਾ ਲੈਣ ਦੇਣ ਕੀਤਾ ਜਾਂਦਾ, ਟ੍ਰਾਂਜੈਕਸ਼ਨ ਰਿਕਾਰਡ ਕੀਤੀ ਜਾਂਦੀ ਹੈ ਇੰਡੀਆ ਦੀ ਬਾਕੀ ਕੰਟਰੀਜ਼ ਦੇ ਨਾਲ ਜਾਂ ਬਾਕੀ ਸਟੇਟਸ ਦੇ ਨਾਲ। ਸਟੇਟਸ ਮਤਲਬ ਕੰਟਰੀ ਹੋਏਗਾ, ਠੀਕ ਹੈ, ਜੋ ਦੇ ਲੈਣ ਦੇਣ ਕੀਤਾ ਜਾਂਦਾ ਹੈ ਉਹ ਸਾਰਾ ਦਾ ਸਾਰਾ ਰਿਕਾਰਡ ਜਾਂ ਸਾਰੀ ਜਿਹੜੀ ਸਟੇਟਮੈਂਟ ਹੁੰਦੀ ਹੈ ਆਰਬੀਆਈ ਪਬਲਿਸ਼ ਕਰਦੀ ਐਜ਼ ਅ ਸਮਰੀ ਦੇ ਫਾਰਮ ਤੇ। ਉਹਨੂੰ ਅਸੀਂ ਕਿਹੜੀ ਪੇਮੈਂਟ ਬੋਲਦੇ ਆ, ਬੈਲੈਂਸ ਆਫ ਪੇਮੈਂਟ ਦੀ ਇੱਕ ਸਮਰੀ ਬੋਲਦੇ ਆ। ਹੁਣ ਇੱਥੇ ਕੁਐਸਚਨ ਆਉਂਦਾ ਹੈ ਕਿ ਡਿਊਰਿੰਗ ਦਾ ਪੀਰੀਅਡ ਆਫ ਟਾਈਮ, ਇਹ ਇੱਕ ਪੀਰੀਅਡ ਦੀ ਰਿਕਾਰਡ ਕੀਤੀ ਜਾਂਦੀ ਹੈ ਜਰਨਲੀ 1 ਈਅਰ, ਯਾਨੀ ਕਿ ਜਿਹੜਾ ਇਹਦੇ ਵਿੱਚ ਸਾਲ ਹੋਊਗਾ ਇੱਕ ਸਾਡੇ ਵਾਸਤੇ ਉਹ ਇਕੱਲਾ ਇੱਕ ਸਿੰਗਲ 1 ਈਅਰ ਹੋਊਗਾ। 1 ਸਾਲ ਦੀ ਜਿਹੜੀ ਟ੍ਰਾਂਜੈਕਸ਼ਨ ਕੀਤੀ ਜਾਊਗੀ ਉਹ ਸਾਰੀ ਸਮਰੀ ਦੇ ਚਾਰਟ ਨੂੰ, ਉਹ ਸਮਰੀ ਦੇ ਸਾਰੀ ਰਿਕਾਰਡਸ ਨੂੰ ਜੋ ਮੋਨੇਟਰੀ ਟ੍ਰਾਂਜੈਕਸ਼ਨ 'ਚ ਰਿਕਾਰਡ ਕੀਤੀ ਜਾਂਦੀ ਹੈ। ਮੋਨੇਟਰੀ ਟ੍ਰਾਂਜੈਕਸ਼ਨ ਨਾ ਸਹੀ ਤਾਂ ਇਕਨੋਮਿਕ ਟ੍ਰਾਂਜੈਕਸ਼ਨ ਹੋ ਸਕਦਾ ਹੈ, ਠੀਕ ਹੈ, ਜੋ ਇੰਡੀਆ ਦਾ ਇੱਕ ਕੰਟਰੀ ਦਾ ਦੂਸਰੀ ਕੰਟਰੀ ਦੇ ਨਾਲ ਇਨਫਲੋ ਆਈ ਮੀਨ ਟੂ ਸੇ ਰਿਸੀਟਸ ਦੇਖੀ ਜਾਂਦੀਆਂ ਨੇ। ਇਨਫਲੋ ਮਤਲਬ ਜਦੋਂ ਸਾਡਾ ਪੈਸਾ ਆਉਂਦਾ, ਇਨਫਲੋ ਮਤਲਬ ਸਾਡੇ ਵਾਸਤੇ ਜੋ ਰਿਸੀਟਸ ਦੇਖੀ ਜਾਂਦੀਆਂ ਨੇ। ਰਿਸੀਟਸ ਮਤਲਬ ਹੁੰਦਾ ਜਿਹੜੀ ਚੀਜ਼ਾਂ ਸਾਡੇ ਨੇ ਹਾਈਕੀ ਕੀਤੀਆਂ ਨੇ, ਰਿਸੀਵ ਕੀਤੀਆਂ ਨੇ, ਜਾਂ ਫਿਰ ਜਦੋਂ ਅਸੀਂ ਕੀ ਕਰਦੇ ਹਾਂ, ਪੇਮੈਂਟ ਕਰਦੇ ਹਾਂ। ਪੇਮੈਂਟ ਆਈ ਟੂ ਮੀਨ ਜੋ ਦੂਸਰੀ ਸਟੇਟਮੈਂਟ ਮਤਲਬ ਕੰਟਰੀ ਤੇ ਜੋ ਆਊਟਫਲੋ ਹੁੰਦਾ ਸਾਡਾ ਟ੍ਰਾਂਜੈਕਸ਼ਨ ਜਾਂ ਸਾਡੀ ਮਨੀ, ਜਿਹੜਾ ਅਸੀਂ ਕੀ ਬੋਲਦੇ ਆ, ਆਊਟਫਲੋ ਬੋਲਦੇ ਆ। ਜਾਂ ਫਿਰ ਜਦੋਂ ਅਸੀਂ ਦੂਸਰੀ ਕੰਟਰੀ ਦੀ ਪੇਮੈਂਟ ਕਰਦੇ ਆ, ਉਹ ਜਦੋਂ ਪੈਸਾ ਬਾਹਰ ਨਿਕਲਦਾ ਨੂੰ ਅਸੀਂ ਆਊਟਫਲੋ ਬੋਲਾਂਗੇ।
ਤਾਂ ਉਸ ਸਟੇਟਮੈਂਟ ਨੂੰ ਅਸੀਂ ਕੀ ਬੋਲਦੇ ਹਾਂ, ਬੈਲੈਂਸ ਆਫ ਪੇਮੈਂਟ ਬੋਲਦੇ ਹਾਂ। ਰਿਪੀਟ ਕਰਨ ਤੁਹਾਡੇ ਵਾਸਤੇ, ਠੀਕ ਹੈ। ਬੈਲੈਂਸ ਆਫ ਪੇਮੈਂਟ ਹੁੰਦਾ ਕੀ ਹੈ? ਬੈਲੈਂਸ ਆਫ ਪੇਮੈਂਟ ਇੱਕ ਤਰ੍ਹਾਂ ਦੀ ਸਟੇਟਮੈਂਟ ਆਫ ਅਕਾਊਂਟਸ ਹੁੰਦਾ ਜਿਸ 'ਚ ਸਾਰੀ ਮੋਨੀਟਰੀ ਟ੍ਰਾਂਜੈਕਸ਼ਨਸ ਨੂੰ, ਠੀਕ ਹੈ, ਜਾਂ ਫਿਰ ਇਕਨੋਮਿਕ ਟ੍ਰਾਂਜੈਕਸ਼ਨ ਦੀ ਕੰਟਰੀ ਨੂੰ ਰੈਸਟ ਆਫ ਵਰਡਸ ਦੇ ਨਾਲ ਕੀ ਕਰਦੇ ਹਾਂ, ਅਸੀਂ ਟ੍ਰਾਂਜੈਕਟ ਕਰਦੇ ਹਾਂ। ਰੈਸਟ ਆਫ ਵਰਡ ਜਦੋਂ ਮੈਂ ਮੈਂਸ਼ਨ ਕਰਦਾ ਨਾ, ਸਾਰੀ ਸਾਡੇ ਵਾਸਤੇ ਫੋਰਨ ਕੰਟਰੀਜ਼ ਹੋ ਜਾਣਗੀਆਂ। ਸਾਰੀ ਸਾਡੀ ਕੀ ਹੋਣਗੀਆਂ, ਫੋਰਨ ਕੰਟਰੀਜ਼ ਹੋਣਗੀਆਂ। ਇੱਕ ਸਾਲ ਦੇ ਵਿੱਚ ਕੀਤਾ ਹੋਇਆ ਰਿਕਾਰਡ ਕੀਤੀ ਹੋਈ ਟ੍ਰਾਂਜੈਕਸ਼ਨ ਅਸੀਂ ਕੀ ਬੋਲਾਂਗੇ, ਬੈਲੈਂਸ ਆਫ ਪੇਮੈਂਟ ਕਰ ਬੋਲਾਂਗੇ। ਇਹ ਚੀਜ਼ ਸਮਝ ਆ ਗਈ ਬੇਟਾ ਸਭ ਨੂੰ ਡੈਫੀਨੇਸ਼ਨ? अगर डेफिनेशन समझ आ गई तो एक बारी रिस्पॉन्स दे करो, यस कर दिया करो, सानू ट्रांजैक्शन जी हैगी इस चीज़ की डेफिनेशन समझ आ चुकी है, ठीक है जी। नैक्सट आओ, वेरी गुड। नैक्सट आओ, हुण जी ट्रांजैक्शन की जाती है बैलेंस ऑफ पेमेंट की, ये जनरली कौन कौन करते हैं, मतलब कि इस किहड़े पार्टिसिपेंट्स आते हैं जो इसनूं की करते हैं, आई मीन टू से ट्रांजैक्ट करते हैं या इस फाइनैशियल ट्रांजैक्शन की करते हैं, रिकॉर्ड करते हैं एक साल दे विच। तां आओ हुण उन्हां बंदे दी गल करिए। These transaction may be made by the, ये जो ट्रांजैक्शन की जाती है किन्ने द्वारा की जाती है, एक इंडिविजुअल कंट्री द्वारा भी की जाती है, एक सिंगल बंदे द्वारा भी की जाती है, एक फर्म द्वारा भी की जाती है। वैदर इट टू बी अ पब्लिक कंपनी, वैदर टू बी एक प्राइवेट कंपनी, वैदर टू बी अ प्राइवेट इंडिविजुअल, वैदर टू बी एक प्राइवेट आई मीन टू से एक पब्लिक इंडिविजुअल। और साडे वास्ते पास्ट वाले भी मतलब कि और साडे वास्ते प्राइवेट कंपनीज भी हो सकती ने या साडे वास्ते पब्लिक वाली भी हो सकती है। ये नहीं है कि सिर्फ पब्लिक कंपनी ही ये सारी ट्रांजैक्शन करनगियां, प्राइवेट भी कंपनीज करदियां ने और पब्लिक कंपनी भी करदियां ने, या फिर साडे वास्ते एंड द गवर्नमेंट ऑफ द कंट्री। गवर्नमेंट ऑफ द कंट्री मतलब लाइक साडी इंडियन कंट्री, ठीक है, या फिर फॉरन दी कंट्री दी गवर्नमेंट जी होगी आपस च ट्रांजैक्शन की करती है, रिकॉर्ड करती है, या फिर कह सकते हो ट्रांजैक्शन का की बनाया जाता है, एक समरी चार्ट बनाया जाता है, एक समरी की स्टेटमेंट बनाई जाती है जिस सारी कंट्री की एक कंट्री दूसरी कंट्री से सारी प्राइवेट ट्रांजैक्शन या फिर कह सकते मोनेटरी ट्रांजैक्शन या फिर कह सकते साडी इकनॉमिक ट्रांजैक्शन की जाएगियां, रिकॉर्ड्स की जाएगियां। ये ध्यान रखियो, ठीक है। नैक्सट आओ, अगला पॉइंट कहता की है, मोनेटरी ट्रांजैक्शन रिलेटेड टू। हुण ये जिहड़ी मोनेटरी ट्रांजैक्शन है वो किस नाल रिलेट करूगी, ओबवियसली तुहानूं सब नूं पता है ये साडे बीओपी दे नाल की करूगी, रिलेट करूगी, क्योंकि असीं उपर डेफिनेशन च पढ़ के आए हां कि जिहड़ी बीओपी दी स्टेटमेंट बनदी है वो सारी किहड़ी एंट्रीज नूं रिकॉर्ड करदा है, किहड़ी समरी शीट बनांदा है, दैट्स कॉल्ड अ मोनेटरी ट्रांजैक्शन, जिहदा दूसरा नेम की सीगा इकनॉमिक ट्रांजैक्शन नूं की करदा है, रिलेट करदा है। कौन? एक बीओपी। हुण जिहड़ी मोनेटरी ट्रांजैक्शनस ने ये किहड़ी चीज़ों रिकॉर्ड करदियां ने, किहड़ी चीज़ों की ट्रांजैक्शनस की जाती है। तो फर्स्ट देखो ये की कहता है, फर्स्ट आंदा तुहाडे वास्ते एक्सपोर्ट एंड इंपोर्ट ऑफ द गुड्स। एक्सपोर्ट नूं असीं बोलदे हां निर्यात, ठीक है, जो असीं फॉरन कंट्री अपनी इंडियन कंट्री तो समान फॉरन कंट्री च भेजदे हां, ठीक है, उहनूं असीं निर्यात बोलदे हां। एंड इंपोर्ट मतलब आयात हुंदा है, जो बाहरली कंट्री तो समान साडी इंडियन कंट्री दे विच आंदा है तो उहनूं असीं की बोलांगे, इंपोर्ट बोलदे हां। मतलब कि एक्सपोर्ट और इंपोर्ट ऑफ गुड्स नूं जो लेन देन करता है एक कंट्री तो दूसरी कंट्री के नाल, और बदले में सानू की मिलता है, या तो पैसे आते हैं जो असीं एक्सपोर्ट करते हैं या पैसे जाते हैं या जो असीं की करते हैं इंपोर्ट करते हैं। तो मोनेटरी ट्रांजैक्शन रिलेट करते साडे एक्सपोर्ट के नाल, साडे इंपोर्ट के नाल। हुण उन्होंने असीं की बोलते हैं, उन्होंने असीं बोलते हैं या तो मर्चेंडाइज गुड्स बोलते हैं या फिर की बोलते हैं विजिबल गुड्स बोलते हैं, क्योंकि जिहड़ियां गुड्स होंदियां ने हमेशा किहड़ी फॉर्म दे विच होंदियां ने, टेंजीबल फॉर्म दे विच होंदियां ने। किहड़ी फॉर्म दे विच होंदियां ने? टेंजीबल फॉर्म दे विच होंदियां ने। टेंजीबल मतलब जिन्हों असीं छू सकते हैं, लेकिन जदों ही वही साडी जो इंडियन कंट्री दी बॉर्डर क्रॉस कर दिंदी दूसरी कंट्री चीज़ां चली जांदियां ने, उदों सानूं ये चीज़ां विजिबल होण लग जांदियां ने, जिस करके इहनूं असीं की बोलदे विजिबल गुड्स भी कह दिंदे आ, या फिर जो असीं बेचण बाय करन दा सेल करन दा काम करदे आ तां इस गुड्स नूं असीं की बोलांगे, मर्चेंडाइज गुड्स बोलदे आ। ये ध्यान रखियो, ठीक है जी। उस तो बाद सैकेंड पॉइंट, हुण इत्थे तक गल कीती साने अपने गुड्स दी, सरकारी गल कीती सी गुड्स दी। हुण सैकेंड पॉइंट विच मैं गल करूंगा साडे अपने इनविजिबल ट्रेड दी। इनविजिबल ट्रेड मतलब जो साडे वास्ते इनटेंजीबल फॉर्म दे विच होगा। किहड़ी फॉर्म दे विच होगा? इनटेंजीबल फॉर्म दे विच होगा। इनटेंजीबल मतलब जो चीज़ां असीं सानूं छू नहीं सकदे बट दे हैव टू बी अ फील, जिहनूं असीं फील कर सकदे। लाइक जिहदे विच गुड्स नहीं होणगियां की होणगियां, सर्विसिस होणगियां। एक्सपोर्ट करांगे सर्विसिस या बाहरों असीं इंपोर्ट करांगे सर्विसिस, उस चीज़ां दे लेन देन दे विच जो पेमेंट दित्ती जांदी है या लित्ती जांदी है उस चीज़ की भी एंट्री रिकॉर्ड की जाती है। हुण सर्विसिस किहड़ी हो सकदियां ने, लाइक बाहरली कंपनी असीं इन्हां ने इंश्योरेंस कंपनी की सर्विस देती, ठीक है, इंश्योरेंस सर्विसिस हो गई, या बैंकिंग सिस्टम के अकॉर्डिंग बैंकिंग सर्विसिस हो गई, जो साडे वास्ते जिन्होंने असीं इकल्ला फील कर सकते हैं, ना कि उन्होंने असीं टच कर सकते हैं। ये ध्यान रखिए साडे वास्ते किहड़ी हुंदियां ने, इनविजिबल ट्रेड आइटम्स
ਆਈਟਮਸ ਹੁੰਦੀਆਂ ਨੇ। ਉਸ ਤੋਂ ਬਾਅਦ ਥਰਡ ਪੁਆਇੰਟ ਆਂਦਾ ਤੁਹਾਡੇ ਵਾਸਤੇ ਇੰਟਰਨੈਸ਼ਨਲ ਸੇਲ ਐਂਡ ਪਰਚੇਜ਼ ਆਫ ਫਾਈਨੈਂਸ਼ੀਅਲ ਐਸੈਟਸ। फाइनेंशियल इट इज द नेचर ऑफ मीनस आई मीन टू से दीस अस इंक्लूड द जिस स्टॉक आ जाऊगा, ठीक है, और जिहदे भी थोड़ी अपनी बॉन्ड्स आ जाएंगे या जिहड़े बच्चों वास्ते बॉन्ड्स अनरैलीवेंट लगता तो इत्थे लिख सकते हो अपना शेयर्स भी आ जाएंगे जो असीं दूसरी कंपनी दे, ठीक है, फॉरन कंपनी दे शेयर्स नूं असीं परचेज कर लेने हैं या फॉरन वाले साडे इंडियन कंपनी दे शेयर्स नूं परचेज कर लेंदे ने, तां उस देन लेन दे विच जिहड़ी सेल और परचेज दी ट्रांजैक्शन कीती जांदी है और मॉनेटरी ट्रांजैक्शन कीती जांदी है ਉਹ ਵੀ बैलेंस ऑफ पेमेंट ਦੇ ਵਿੱਚ ਕੀ ਕੀਤੀ ਜਾਂਦੀ ਹੈ, ਰਿਕਾਰਡ ਕੀਤੀ ਜਾਂਦੀ ਹੈ। ਠੀਕ ਹੈ ਜੀ, ਇਹ ਧਿਆਨ ਰੱਖਣਾ। ਠੀਕ ਹੈ ਬੇਟੇ, ਨੈਕਸਟ ਆਓ ਅਗਲਾ ਪੁਆਇੰਟ ਕਹਿੰਦਾ ਕੀ ਹੈ, इंटरनेशनल सेल एंड परचेज ऑफ द रियल एसेट्स। व्हाट इट मीन द रियल एसेट्स? रियल एसेट्स दैट्स दोस एसेट्स दैट्स कॉल्ड अ प्लॉट हो गया साडे वास्ते, या ਅਸੀਂ ਬਾਹਰਲੀ ਕੰਪਨੀ ਤੋਂ ਕੋਈ ਮਸ਼ੀਨਰੀ ਪਰਚੇਸ ਕਰ ਲੈਣੇ ਆ, ਠੀਕ ਹੈ, ਮਸ਼ੀਨ ਪਰਚੇਸ ਕਰ ਲੈਣੇ ਆ, ਜਾਂ ਫਿਰ ਕੁਝ ਵੀ ਅਦਰ ਸਟੇਟ ਦੇ ਅਕੋਰਡਿੰਗ ਸਾਡੀ ਕੋਈ ਐਸੈਟਸ ਹੁੰਦੀ ਹੈ, ਜਾਂ ਫਿਰ ਫੋਰਨ ਕੰਟਰੀ ਵਾਲੇ ਸਾਡੀ ਇੰਡੀਅਨ ਕੰਟਰੀ ਦੀ ਮਸ਼ੀਨਰੀ ਪਰਚੇਸ ਕਰ ਲੈਂਦੇ ਨੇ, ਜਾਂ ਅਸੀਂ ਕੋਈ ਚਾਈਨਾ ਦੀ ਮਸ਼ੀਨਰੀ ਪਰਚੇਸ ਕਰ ਲੈਣੇ ਆ, ਤਾਂ ਉਸ ਲੈਣ ਦੇਣ ਨੂੰ ਜਿਹੜਾ ਅਸੀਂ ਕੀ ਬੋਲਦੇ ਬਾਏ ਕਰਨਾ ਜਾਂ ਸੇਲ ਕਰਨਾ, ਕੋਈ ਵੀ ਇੰਟਰਨੈਸ਼ਨਲ ਮੂਵਮੈਂਟ ਕਰਨੀ ਇਨ ਦਾ ਕੇਸ ਆਫ ਮੋਨੇਟਰੀ ਟ੍ਰਾਂਜੈਕਸ਼ਨ, ਉਹ ਵੀ BOP ਦੇ ਵਿੱਚ ਕੀ ਕੀਤੀ ਜਾਂਦੀ ਹੈ, ਰਿਕਾਰਡ ਕੀਤੀ ਜਾਂਦੀ ਹੈ। ਹੁਣ BOP ਹੁੰਦਾ ਕਿ ਰਿਪੀਟ ਕਰ ਰਿਹਾ, BOP ਉਹ ਹੁੰਦੀ ਹੈ ਜਿਹਦੇ ਵਿੱਚ ਸਾਡੀ ਕੋਈ ਵੀ ਮੋਨੇਟਰੀ ਟ੍ਰਾਂਜੈਕਸ਼ਨ ਜੋ ਇੰਡੀਅਨ ਕੰਟਰੀ ਦੀ ਬਾਹਰਲੀ ਕੰਟਰੀਆਂ ਦੇ ਨਾਲ ਟ੍ਰਾਂਜੈਕਸ਼ਨ ਰਿਕਾਰਡ ਕਰਦਾ ਹੈ, ਸਾਡੇ ਵਾਲੀ ਸਾਡੇ ਨਾਲ ਕਰੂਗਾ, ਬਾਹਰਲੇ ਵਾਲਾ ਬਾਹਰਲੇ ਨਾਲ ਕਰੂਗਾ, ਤਾਂ ਉਸ ਟ੍ਰਾਂਜੈਕਸ਼ਨ ਨੂੰ ਅਸੀਂ ਕੀ ਬੋਲਦੇ, ਰਿਕਾਰਡ ਸਮਰੀ ਨੂੰ ਕੀ ਬੋਲਾਂਗੇ, BOP ਬੋਲਾਂਗੇ। ਇਸ BOP ਦੀ ਜਿਹੜੀ ਮੋਨੇਟਰੀ ਟ੍ਰਾਂਜੈਕਸ਼ਨ ਕੀਤੀ ਜਾਂਦੀਆਂ ਨੇ ਉਹ 4 ਵੇ ਨਾਲ ਕੀਤੀ ਜਾਂਦੀਆਂ ਨੇ, ਉਹ 4 ਵੇ ਤੁਹਾਡੇ ਸਾਹਮਣੇ ਨੇ। ਫਸਟ ਪੁਆਇੰਟ ਆਂਦਾ ਤੁਹਾਡੇ ਨਾਲ ਇੰਪੋਰਟ ਐਂਡ ਐਕਸਪੋਰਟ ਆਫ ਦੀ ਗੁੱਡਸ, ਜਿਸ 'ਚ ਅਸੀਂ ਇੰਪੋਰਟੈਂਟ ਗੁੱਡਸ ਕਰਦੇ ਹਾਂ, ਇੰਪੋਰਟ ਵੀ ਕਰਦੇ ਹਾਂ ਔਰ ਗੁੱਡਸ ਦਾ ਐਕਸਪੋਰਟ ਵੀ ਕਰਦੇ ਹਾਂ, ਜਿਹਨੂੰ ਅਸੀਂ ਵਿਜ਼ੀਬਲ ਆਈਟਮ ਬੋਲਦੇ ਹਾਂ। ਵਿਜ਼ੀਬਲ ਆਈਟਮ ਮਤਲਬ ਜਦੋਂ ਬਾਰਡਰ ਕ੍ਰੋਸ ਕਰ ਜਾਂਦੀਆਂ ਨੇ ਗੁੱਡਸ ਸਾਨੂੰ ਵਿਜ਼ੀਬਲ ਹੋਣ ਲੱਗ ਜਾਂਦੀਆਂ ਨੇ, ਠੀਕ ਹੈ, ਤਾਂ ਸਾਡੇ ਵਾਸਤੇ ਕੀ ਬਣ ਜਾਣਗੀਆਂ, ਮਰਚੈਂਡਾਈਜ਼ ਗੁੱਡਸ ਬਣ ਜਾਂਦੀਆਂ ਨੇ। ਮਰਚੈਂਟ ਗੁੱਡਸ ਮਤਲਬ ਜਿਹਨੂੰ ਅਸੀਂ ਬਾਏ ਕਰਦੇ ਹਾਂ ਜਾਂ ਸੇਲ ਕਰਦੇ ਹਾਂ। ਆਹ ਤਾਂ ਮੇਰੇ ਵਾਸਤੇ ਸੀਗਾ ਫਸਟ ਪੁਆਇੰਟ। ਸੈਕਿੰਡ ਪੁਆਇੰਟ 'ਚ ਕਹਿੰਦਾ ਕੀ ਹੈ, ਐਕਸਪੋਰਟ ਐਂਡ ਇੰਪੋਰਟ ਸਰਵਿਸਿਜ਼। ਸਰਵਿਸਿਜ਼ ਕਿਹੜੀ ਫਾਰਮ ਦੇ ਵਿੱਚ ਹੋਣਗੀਆਂ, ਜਾਂ ਤਾਂ ਇੰਸ਼ੋਰੈਂਸ ਸਰਵਿਸਿਜ਼ ਹੋਣਗੀਆਂ ਜਾਂ ਸਾਡੇ ਵਾਸਤੇ ਬੈਂਕਿੰਗ ਸ਼ੋਰ ਸਰਵਿਸਿਜ਼ ਹੋਣਗੀਆਂ, ਜੋ ਸਾਡੇ ਵਾਸਤੇ ਕਿਹੜੀ ਫਾਰਮ ਦੇ ਵਿੱਚ ਨੇ, ਇਨਵਿਜ਼ੀਬਲ ਫੈਕਟਰ ਦੀ ਫਾਰਮ ਦੇ ਵਿੱਚ ਨੇ। ਉਸ ਤੋਂ ਬਾਅਦ ਥਰਡ ਪੁਆਇੰਟ ਦੇ ਵਿੱਚ ਕਹਿੰਦਾ ਕੀ ਹੈ, ਜਦੋਂ ਅਸੀਂ ਕੋਈ ਵੀ ਫਾਈਨੈਂਸ਼ੀਅਲ ਐਸੈਟਸ ਨੂੰ ਕੀ ਕਰਦੇ ਹਾਂ, ਬਾਏ ਕਰਦੇ ਹਾਂ ਜਾਂ ਫਿਰ ਅਸੀਂ ਉਹਨੂੰ ਸੇਲ ਕਰਦੇ ਹਾਂ, ਤਾਂ ਉਸ ਟਾਈਮ ਦੇ ਵਿੱਚ ਜਿਹੜੀ ਐਂਟਰੀਜ਼ ਕੀਤੀ ਜਾਂਦੀਆਂ ਨੇ BOP ਦੀ ਸਮਰੀ ਦੇ ਵਿੱਚ ਜਾਂ ਫਿਰ ਉਹਦੇ ਅਕਾਊਂਟਸ ਦੇ ਵਿੱਚ ਮੋਨੇਟਰੀ ਟ੍ਰਾਂਜੈਕਸ਼ਨ ਰਿਕਾਰਡ ਕੀਤੀ ਜਾਂਦੀਆਂ ਨੇ, ਤਾਂ ਉਸ ਨੂੰ ਉਹਦੀ ਐਂਟਰੀ ਨੂੰ ਅਸੀਂ ਕੀ ਬੋਲਾਂਗੇ, ਸਿਸਟਮ ਨੂੰ ਕੀ ਬੋਲਦੇ ਹਾਂ, BOP ਬੋਲਦੇ ਹਾਂ। ਹੁਣ ਫਾਈਨੈਂਸ਼ੀਅਲ ਐਸੈਟਸ ਕਿਹੜੀ ਹੁੰਦੀਆਂ ਨੇ, ਜਾਂ ਤਾਂ ਸਟਾਕ ਹੋ ਗਿਆ ਜਾਂ ਸਾਡੇ ਵਾਸਤੇ ਸ਼ੇਅਰਸ ਹੋ ਗਏ। ਜਦੋਂ ਅਸੀਂ ਫੋਰਨ ਕੰਪਨੀ ਦੇ ਸ਼ੇਅਰਸ ਪਰਚੇਸ ਕਰਦੇ ਇੰਡੀਅਨ ਕੰਪਨੀ ਵਾਲੇ, ਤਾਂ ਸਾਡਾ ਪੈਸਾ ਬਾਹਰ ਚਲਾ ਜਾਂਦਾ ਹੈ। ਜਦੋਂ ਸਾਡੇ ਵੱਲ ਬਾਹਰ ਵਾਲੇ ਬੰਦੇ ਕੰਪਨੀ ਵਾਲੇ ਜੋ ਸਾਡੀ ਇੰਡੀਅਨ ਕੰਪਨੀ ਦੇ ਸਾਡੇ ਸ਼ੇਅਰਸ ਨੂੰ ਪਰਚੇਸ ਕਰ ਲੈਂਦੇ ਨੇ, ਤਾਂ ਉਹਨਾਂ ਦੀ ਕਰੰਸੀ ਸਾਡੀ ਇੰਡੀਆ ਦੇ ਵਿੱਚ ਆ ਜਾਂਦੀ ਹੈ। ਤੇ ਇਸ ਲੈਣ ਦੇਣ ਦੀ ਪ੍ਰਕਿਰਿਆ ਨੂੰ, ਪ੍ਰੋਸੈਸ ਨੂੰ ਅਸੀਂ ਕੀ ਬੋਲਦੇ ਹਾਂ, ਮੋਨੇਟਰੀ ਟ੍ਰਾਂਜੈਕਸ਼ਨ ਬੋਲਦੇ ਹਾਂ। ਔਰ ਇਹ ਮੋਨੇਟਰੀ ਟ੍ਰਾਂਜੈਕਸ਼ਨ ਕਿੱਥੇ ਰਿਕਾਰਡ ਕੀਤੀ ਜਾਂਦੀ, ਤੁਹਾਡੇ ਆਪਣੇ ਬੈਲੈਂਸ ਆਫ पेमेंट च रिकॉर्ड की जाती है। और फोर्थ पॉइंट कहता कि है इंटरनेशनल सेल एंड परचेज ऑफ द रियल एसेट्स। रियल एसेट्स मतलब जिन्होंने असीं चूज सकते हैं, ठीक है, जिन्होंने असीं यूज कर सकते हैं, दैट्स कॉल्ड अ प्लॉट हो गया या मशीनरी होगी। असीं चाइना तो मशीनरी इंपोर्ट करवाने आ तो उन्होंने पेमेंट करते हैं, तो ये सारी चीज़ां जी एंट्रीज रिकॉर्ड की जाती ने, दैट्स अ पार्ट ऑफ द RBI कस्टोडियन। तो ये सारा पार्ट की पार्ट पर रिस्पोंसिबिलिटी होंगी RBI की होंगी है। तो RBI अपने इस अकाउंट्स के विच जी एंट्री करता है, उस एंट्री के रिकॉर्ड नूं, उस एंट्री की समरी नूं असीं की बोलते हैं, बैलेंस ऑफ पेमेंट बोलते हैं। ठीक है बेटे, नैक्सट आओ हुण अगली गल करा तो जिहड़ा BOP के अकाउंट्स है और तुहाडे अपने उस किहड़ी एंट्री रिकॉर्ड की जांदियां ने। हुण तुहानूं उपर पढ़िया सीगा कि बैलेंस ऑफ पेमेंट दे विच, बैलेंस ऑफ पेमेंट दे विच ਜਿਹੜੀ एंट्रीज की जाती हैं वो अकाउंट्स की नेचर च की जाती हैं। कई बच्चों वास्ते अकाउंट्स इरिलेवेंट होगा, बट ध्यान रखना अकाउंट्स में जब भी असीं एंट्रीज करते हैं और असीं डबल एंट्री सिस्टम के अकॉर्डिंग करते हैं। किहदे अकॉर्डिंग करते हैं? डबल एंट्री सिस्टम के अकॉर्डिंग करते हैं। डबल एंट्री सिस्टम का मतलब होंदा है दोहरी प्रक्रिया के अकॉर्डिंग की जाती है। डबल एंट्री सिस्टम के अकॉर्डिंग करते हैं भी एक चीज़ आऊगी तो दूजी चीज़ की हो जाऊगी, चली जाऊगी। तो ध्यान रखना जिहड़ी एंट्री की जाएगी BOP दे विच वो भी किहदे अकॉर्डिंग की जाएगी, डबल एंट्री सिस्टम के अकॉर्डिंग की जाएगी। डबल एंट्री सिस्टम मतलब एक चीज़ आऊगी, लाइक साने मशीनरी परचेज की है तो मशीनरी आ गई तो वो नाल दी पेमेंट कर दी जाऊगी। एक चीज़ का आना, जिहड़ी चीज़ आऊगी उन्होंने असीं डेबिट कर देनी हुंदी है इस दे विच, और जिहड़ी चीज़ चली जाऊगी उन्होंने असीं की कर देंगे, क्रेडिट कर देंगे। लेकिन ध्यान रखना इकनॉमिक ट्रांजैक्शन जिहड़ी साडे अपनी BOP दे विच है वो अकाउंट्स नाल रिलेट नहीं करती है, पर्टिकुलर स्टेज विच रिलेट नहीं करती है, बट हैगा तुहाडे काहदा पार्ट है, अकाउंट्स का ही पार्ट है। ये ध्यान रखना, ठीक है। देखो कहता कि हुण इस पॉइंट दे विच BOP दे अकाउंट्स दे विच
ਹੁਣ ਜਿਹੜੇ BOP ਦੇ ਅਕਾਊਂਟਸ ਹੈ ਉਹ ਕੀ ਰਿਕਾਰਡ ਕਰਦਾ ਹੈ। ਪਹਿਲੀ ਗੱਲ ਤਾਂ ਫਸਟ ਪੁਆਇੰਟ 'ਚ ਕਹਿੰਦਾ ਕੀ ਹੈ, BOP ਅਕਾਊਂਟਸ ਰਿਕਾਰਡ ਆਲ ਦੀ ਰਿਸੀਟਸ। ਇਸ ਦੇ ਵਿੱਚ ਸਾਰੀ ਰਿਸੀਟ ਆਈ ਮੀਨ ਟੂ ਸੇ ਜੋ ਅਸੀਂ ਪ੍ਰਾਪਤੀਆਂ ਕੀਤੀਆਂ ਨੇ ਜਾਂ ਫਿਰ ਜੋ ਪੈਸਾ ਸਾਡੇ ਪਾਸ ਆਇਆ ਹੈ ਇਨਫਲੋ ਦੀ ਫਾਰਮ ਦੇ ਵਿੱਚ ਆਇਆ ਹੈ, ਉਹ ਸਾਨੇ ਕੀ ਕਰ ਲਿਆ, ਇਹਦੇ ਵਿੱਚ ਰਿਕਾਰਡ ਕਰ ਲਿਆ। ਐਂਡ ਪੇਮੈਂਟ ਆਫ ਦੀ ਫੋਰਨ ਐਕਸਚੇਂਜ। ਹੁਣ ਪੇਮੈਂਟ ਮਤਲਬ ਜੋ ਇੱਕ ਇੰਡੀਅਨ ਕੰਟਰੀ ਨੇ ਬਾਹਰਲੀ ਕੰਟਰੀ ਨੂੰ ਪੇਮੈਂਟ ਕਰਤੀ, ਮਤਲਬ ਕਿ ਇੰਡੀਅਨ ਕੰਟਰੀ ਤੋਂ ਬਾਹਰਲੀ ਕੰਟਰੀ ਜਦ ਪੇਮੈਂਟ ਕੀਤੀ ਗਈ ਤਾਂ ਇੰਡੀਅਨ ਕੰਟਰੀ ਪਰ ਫੋਰਨ ਐਕਸਚੇਂਜ ਕੀ ਹੋ ਗਿਆ, ਘਟ ਗਿਆ। FE ਮਤਲਬ ਹੁੰਦਾ ਫੋਰਨ ਐਕਸਚੇਂਜ, ਜਿਹਨੂੰ ਮੈਂ ਸ਼ਾਰਟ ਫਾਰਮ ਦੇ ਵਿੱਚ ਫੋਰੈਕਸ ਲਿਖੂੰਗਾ, ਜਿਹਨੂੰ ਅਸੀਂ ਫੋਰਨ ਐਕਸਚੇਂਜ ਦੀ ਜਗ੍ਹਾ ਤੇ ਕੀ ਬੋਲ ਸਕਦੇ ਆ, ਫੋਰਨ ਕਰੰਸੀ ਵੀ ਬੋਲ ਸਕਦੇ ਆ। ਮਤਲਬ ਕਿ ਜਦੋਂ ਸਾਡੇ ਪਾਸ ਰਿਸੀਟ ਆਊਗੀ, ਰਿਸੀਟ ਮਤਲਬ ਮੇਰੇ ਪਾਸ ਫੋਰਨ ਕਰੰਸੀ ਆਊਗੀ, ਠੀਕ ਹੈ। ਫੋਰਨ ਕਰੰਸੀ ਕਿਹੜੀ ਫਾਰਮ ਦੇ ਵਿੱਚ ਆਊਗੀ, ਬਾਹਰਲੀ ਕੰਟਰੀ ਮੈਨੂੰ ਪੇਮੈਂਟ ਕਰੂਗੀ ਤਾਂ ਮੇਰੇ ਪਾਸ ਕਿਹੜੀ ਫਾਰਮ 'ਚ ਹੋਊਗਾ, ਰਿਸੀਟ ਦੀ ਫਾਰਮ ਦੇ ਵਿੱਚ ਹੋਊਗਾ। ਲੇਕਿਨ ਜੇ ਮੈਂ ਬਾਹਰਲੀ ਕੰਟਰੀ ਦੀ ਪੇਮੈਂਟ ਕਰੂੰਗਾ ਕਿਉਂਕਿ ਉਹਨਾਂ ਤੋਂ ਮੈਂ ਕੋਈ ਨਾ ਕੋਈ ਚੀਜ਼ ਬਾਏ ਕੀਤੀ ਹੋਊਗੀ ਤਾਂ ਜਿਹੜੀ ਮੇਰੀ ਫੋਰਨ ਕਰੰਸੀ ਉਹ ਮੇਰੇ ਪਾਸ ਕੀ ਹੋ ਜੂਗੀ, ਘਟ ਜੂਗੀ। ਉਹਦਾ ਰਿਜ਼ਰਵ ਇੰਡੀਅਨ ਕੰਟਰੀ ਪਾਸ ਕੀ ਹੋ ਜੂਗਾ, ਘਟ ਜੂਗਾ। ਯਾਨੀ ਕਿ ਫੋਰਨ ਐਕਸਚੇਂਜ ਦਾ ਮਤਲਬ ਹੁੰਦਾ ਸਾਡੇ ਵਾਸਤੇ ਇੱਕ ਫੋਰੈਕਸ, ਜਿਹਨੂੰ ਅਸੀਂ ਕੀ ਬੋਲਦੇ, ਫੋਰਨ ਕਰੰਸੀ ਬੋਲਦੇ ਆ। ਹੁਣ ਤੁਹਾਨੂੰ ਦੋ ਚੀਜ਼ਾਂ ਯਾਦ ਰੱਖਣੀਆਂ ਨੇ, ਔਰ ਦੋ ਚੀਜ਼ਾਂ ਕਿਹੜੀਆਂ ਨੇ ਸਾਡੇ ਵਾਸਤੇ। ਸੈਕੰਡ ਪੁਆਇੰਟ ਔਰ ਥਰਡ ਪੁਆਇੰਟ 'ਚ ਦੇਖੋ ਕੀ ਕਹਿੰਦਾ ਹੈ, ਰਸੀਟਸ ਆਰ ਰਿਕਾਰਡਡ ਐਜ਼ ਅ ਕ੍ਰੈਡਿਟ ਆਈਟਮ। ਜਿਹੜੀ ਪ੍ਰਾਪਤੀਆਂ ਤੁਸੀਂ ਕਰੋਗੇ, ਇੱਥੇ ਮੈਂ ਮੈਂਸ਼ਨ ਕਰ ਦੇਣਾ ਇਨਫਲੋ, ਠੀਕ ਹੈ। ਇਨਫਲੋ ਮਤਲਬ ਜੋ ਫੋਰਨ ਕਰੰਸੀ ਸਾਡੇ ਪਾਸ ਆਊਗੀ, ਠੀਕ ਹੈ, ਉਹਨੂੰ ਅਸੀਂ ਰਸੀਟਸ ਬੋਲਦੇ ਹਾਂ। ਯਾਨੀ ਕਿ ਇਨਫਲੋ ਪੈਸਾ ਦੇ ਆਣਾ, ਉਹ ਅਸੀਂ ਰਿਕਾਰਡ ਕਰਾਂਗੇ ਕ੍ਰੈਡਿਟ ਸਾਈਡ ਤੇ, ਆਈ ਮੀਨ ਟੂ ਕ੍ਰੈਡਿਟ ਆਈਟਮਸ ਦੇ ਵਿੱਚ ਜਿਹਦੀ ਪੇਮੈਂਟ ਕੀਤੀ ਜਾਊਗੀ। ਪੇਮੈਂਟ ਆਈ ਮੀਨ ਟੂ ਸੇ ਆਊਟਫਲੋ ਮਤਲਬ ਹੁੰਦਾ ਪੈਸੇ ਦਾ ਚਲੇ ਜਾਣਾ, ਠੀਕ ਹੈ। ਜਦੋਂ ਅਸੀਂ ਪੇਮੈਂਟ ਕਰਦੇ ਹਾਂ ਤਾਂ ਸਾਡੇ ਪਾਸ ਫੋਰਨ ਕਰੰਸੀ ਘਟ ਜੂਗੀ, ਤਾਂ ਪੇਮੈਂਟ ਆ ਰਿਕਾਰਡਡ ਐਜ਼ ਦਾ ਡੈਬਿਟ ਆਈਟਮ। ਹੁਣ ਤੁਹਾਡੇ ਸਾਹਮਣੇ ਅਗਰ ਮੈਂ ਗੱਲ ਕਰਾਂ, ਅਗਰ ਡੈਬਿਟ ਸਾਈਡ ਤੇ ਸਾਨੇ ਆਪਣੀ ਪੇਮੈਂਟ ਕਰਤੀ ਔਰ ਕ੍ਰੈਡਿਟ ਸਾਈਡ ਤੇ ਤੁਹਾਡੇ ਆਪਣੀ ਰਸੀਟ ਲੈ ਲਈ, ਮਤਲਬ ਕਿ ਜਦੋਂ ਤੁਹਾਡੀ ਆਪਣੀ ਕ੍ਰੈਡਿਟ ਸਾਈਡ ਔਰ ਉਸ ਤੋਂ ਬਾਅਦ ਡੈਬਿਟ ਸਾਈਡ ਇਕੁਅਲ ਹੋ ਜਾਂਦੀ ਹੈ, ਆਈ ਮੀਨ ਟੂ ਸੇ ਅਗਰ ਗੱਲ ਕੀਤੀ ਜਾਵੇ ਤੁਹਾਡਾ ਆਪਣਾ ਪੈਸੇ ਦਾ ਆਣਾ ਜਿਹਨੂੰ ਅਸੀਂ ਇਨਫਲੋ ਬੋਲਦੇ ਆ, ਕੀ ਬੋਲਦੇ ਆ, ਇਨਫਲੋ ਬੋਲਦੇ ਆ। ਇੱਕ ਡੈਬਿਟ ਜਿਹਨੂੰ ਅਸੀਂ ਕੀ ਬੋਲਦੇ ਆ, ਆਊਟਫਲੋ ਬੋਲਦੇ ਆ, ਠੀਕ ਹੈ। ਜਾਂ ਫਿਰ ਉਲਟੀ ਭਾਸ਼ਾ 'ਚ ਬੋਲਾਂ ਤਾਂ ਇਨਫਲੋ ਨੂੰ ਅਸੀਂ ਬੋਲਦੇ ਆ ਰਸੀਟ ਬੋਲਦੇ ਆ, ਠੀਕ ਹੈ। ਜੋ ਸਾਡੀ ਆਪਣੀ ਰਸੀਟ ਜਾਂ ਫਿਰ ਆਊਟਫਲੋ ਮਤਲਬ ਸਾਡੀ ਜੇ ਪੇਮੈਂਟ ਇਕੁਅਲ ਹੋ ਜਾਂਦੀ ਹੈ ਤਾਂ ਅਸੀਂ ਮੰਨ ਕੇ ਚੱਲਾਂਗੇ ਜਿਹੜਾ ਸਾਡਾ BOP ਹੈ, ਠੀਕ ਹੈ, ਉਹ ਸਾਡੇ ਵਾਸਤੇ ਕੀ ਹੈ, ਜ਼ੀਰੋ ਹੈ। ਜ਼ੀਰੋ ਮਤਲਬ ਸਾਨੇ ਨਾ ਹੀ ਕੁਝ ਲੈਣਾ ਹੈ ਨਾ ਹੀ ਸਾਨੇ ਕੁਝ ਦੇਣਾ ਹੈ। ਇਹ ਧਿਆਨ ਰੱਖਣਾ, ਜਿਹੜੀ ਆ BOP ਤੇ ਜਿਹੜੀ ਸਟੇਜ ਆਉਂਦੀ ਹੈ ਜ਼ੀਰੋ ਵਾਲੀ ਸਟੇਜ, ਇਹ ਸਾਡੇ ਵਾਸਤੇ ਇਕੁਇਲਿਬਰੀਅਮ ਦੀ ਸਟੇਜ ਹੁੰਦੀ ਹੈ। ਇਕੁਇਲਿਬਰੀਅਮ ਮਤਲਬ ਵੀ ਮੇਰੀ ਪੇਮੈਂਟ ਔਰ ਮੇਰੀ ਜਿਹੜੀ ਰਿਸੀਟ ਹੈ ਇੱਕ ਦੂਜੇ ਦੇ ਬਰਾਬਰ ਨੇ, ਨਾ ਹੀ ਮੈंने ਕਿਸੇ ਕੰਟਰੀ ਤੋਂ ਪੈਸੇ ਲੈਣੇ ਨੇ ਔਰ ਨਾ ਹੀ ਮੈਂ ਕਿਸੇ ਕੰਟਰੀ ਨੂੰ ਪੇਮੈਂਟ ਕਰਨੀ ਹੈ, ਠੀਕ ਹੈ। ਬਟ ਐਸਾ ਮੋਸਟਲੀ ਘੱਟ ਹੀ ਹੋਇਆ। ਉਹ ਕਿਉਂ ਘੱਟ ਹੋਇਆ ਉਹ ਮੈਂ ਤੁਹਾਨੂੰ ਨੀਚੇ ਦੱਸੂਗਾ। ਬਸ ਉਹਨੇ ਤਿੰਨ ਚੀਜ਼ਾਂ ਯਾਦ ਰੱਖਣੀਆਂ ਨੇ, डेबिट आइटम और क्रेडिट साइड आइटम, डेबिट आइटम और क्रेडिट आइटम इज ऑलवेज इक्वल, इनफ्लो इज आउटफ्लो इज ऑलवेज इक्वल, रिसीट एंड पेमेंट इज ऑलवेज इक्वल, हमेशा इक्वल आने जरूरी है। इस स्टेज में से की बोलते हैं कि BOP मेरे वास्ते की है, जीरो है। अगर ये नॉन जीरो आंदा है तो फिर की होगा वो बाद विच गल करांगे। तो देखो अगे कहता है कि अगले पॉइंट दे विच द BOP अकाउंट दस ਜਿਹੜੀ ਇੱਕ BOP ਅਕਾਊਂਟ ਬਣਾਇਆ ਜਾਂਦਾ ਹੈ ਕਾਹਦੇ ਵਾਸਤੇ ਪ੍ਰਿਪੇਅਰ ਕੀਤਾ ਜਾਂਦਾ ਹੈ, ਇਹ ਪ੍ਰਿਪੇਅਰ ਕੀਤਾ ਜਾਂਦਾ ਹੈ ਰਿਫਲੈਕਟ ਪਰਫਾਰਮੈਂਸ। ਇਹ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਆ, ਪੁੱਛ ਲੈਂਦੇ ਨੇ ਪੁਆਇੰਟ। ਕਾਹਦੇ ਵਾਸਤੇ ਪ੍ਰਿਪੇਅਰ ਕੀਤਾ ਜਾਂਦਾ ਹੈ, ਇੱਕ ਕੰਟਰੀ ਦੀ ਪਰਫਾਰਮੈਂਸ ਨੂੰ ਕੀ ਕਰਦਾ ਹੈ, ਰਿਫਲੈਕਟ ਕਰਦਾ ਹੈ, ਸ਼ੋ ਕਰਦਾ ਹੈ। ਲਾਈਕ ਇੱਥੇ ਮੈਂ ਲਿਖਿਆ ਹੋਇਆ ਅਵਰ ਇਕਨੋਮੀ, ਅਵਰ ਇਕਨੋਮੀ ਮਤਲਬ ਇੱਥੇ ਲਾਈਕ ਕਰ ਲਓ ਕਿ ਇੰਡੀਅਨ ਇਕਨੋਮੀ ਦੀ ਜਿਹੜੀ ਪਰਫਾਰਮੈਂਸ ਰਿਫਲੈਕਟ ਕੀਤੀ ਜਾਂਦੀ ਹੈ ਕਿੰਨਾ ਦੇ ਰਿਲੇਸ਼ਨ ਦੇ ਨਾਲ, ਰੈਸਟ ਆਫ ਦੀ ਵਰਲਡ ਦੇ ਰਿਲੇਸ਼ਨ ਦੇ ਨਾਲ। ਰੈਸਟ ਆਫ ਵਰਲਡ ਮਤਲਬ ਇੰਡੀਆ ਦੇ ਆਸੇ-ਪਾਸੇ ਜੋ ਵੀ ਤੁਹਾਡੀ ਆਪਣੀ ਕੰਟਰੀਜ਼ ਲੱਗਦੀਆਂ ਨੇ ਜਾਂ ਦੂਰ ਕੰਟਰੀਜ਼ ਲੱਗਦੀਆਂ ਨੇ ਉਹਨਾਂ ਦੀ ਪਰਫਾਰਮੈਂਸ ਦੇ ਨਾਲ ਸਾਡੀ ਇੰਡੀਆ ਦਾ ਕੀ ਕੀਤਾ, ਇਕਨੋਮੀ ਦਾ ਕੰਪੈਰੀਜ਼ਨ ਕੀਤਾ ਜਾਂਦਾ ਹੈ। ਅਗਰ ਉਹ ਕੰਪੈਰੀਜ਼ਨ ਸਾਡੇ ਵਾਸਤੇ ਜ਼ੀਰੋ ਆਉਂਦਾ ਹੈ ਤਾਂ ਸਾਡੀ ਪਰਫਾਰਮੈਂਸ ਬੈਟਰ ਹੈ। ਅਗਰ ਸਾਡੇ ਵਾਸਤੇ ਨੌਨ ਜ਼ੀਰੋ ਆਉਂਦਾ ਹੈ ਤਾਂ ਸਾਡੀ ਜਿਹੜੀ ਇਕਨੋਮੀ ਦੇ ਵਿੱਚ ਕੀ ਪਾਈ ਜਾਂਦੀ ਹੈ, ਡਿਸਕ੍ਰਿਪੈਂਸੀਜ਼ ਪਾਈ ਜਾਂਦੀਆਂ ਨੇ, ਕੁਛ ਨਾ ਕੁਛ ਐਰਰਸ ਪਾਈ ਜਾਂਦੀਆਂ ਨੇ, ਕੁਛ ਨਾ ਕੁਛ ਰੁਕਾਵਟਾਂ ਪਾਈ ਜਾਂਦੀਆਂ ਨੇ ਜਾਂ ਕੁਛ ਨਾ ਕੁਛ ਗਲਤੀਆਂ ਪਾਈ ਜਾਂਦੀਆਂ ਨੇ। ਇਹ ਪੁਆਇੰਟ ਡਰ ਸ਼ੈਲਟ ਵੀ ਸਾਰਾ ਕੁਝ ਸੀ। ਅਗਰ ਸਮਝ ਆ ਗਿਆ ਤਾਂ ਇੱਕ ਵਾਰੀ ਯੈਸ ਕਰ ਦੋ, ਇੱਕ ਵਾਰੀ ਯੈਸ ਕਰ ਦੋ। अगर समझ आ गया तो वेरी गुड सिमरनजीत सिंह, जस्ट लाइक अ लेजर बेटे। पर मैं इतने पहला बोल चुकिया प्लीज इनू रैलीवेंट ना करना अकाउंट्स के नेचर के नाल, क्योंकि आप इकनॉमिक ट्रांजैक्शन की गल करते हैं, ठीक है। चलो जी, थैंक यू सो मच एवरीवन। नैक्सट आओ हुण जिहड़ा तुहाडे अपनी फॉरन एक्सचेंज का आई मीन टू सी अगर मैं गल करा बैलेंस ऑफ पेमेंट का जो टॉपिक बनता है वो इस तरह बनूगा। पहली गल तो देखोगे इहदी साइड ते क्रेडिट साइड की लिखा हुआ है और डेबिट साइड की लिखा हुआ है। इहदे विच दो चीज़ां लिखी हुई ने। क्रेडिट मतलब ਹੁੰਦਾ ਹੈ ਇਨਫਲੋ ਆਫ ਫੋਰਨ ਐਕਸਚੇਂਜ, ਪੈਸੇ ਦਾ ਸਾਡੀ ਕੰਟਰੀ ਦੇ ਬਾਹਰਲੀ ਕੰਟਰੀ ਦਾ ਪੈਸਾ ਸਾਡੀ ਕੰਟਰੀ ਦੇ ਵਿੱਚ ਆਣਾ।
ਜਿਵੇਂ ਕਿ ਉਰੇ ਮੈਂ ਮੈਂਸ਼ਨ ਕਰ ਦੇਣਾ ਥਰਡ ਵਰਡ ਜਿਹਨੂੰ ਅਸੀਂ ਕੀ ਬੋਲਦੇ ਆ, ਰਸੀਟਸ ਬੋਲਦੇ ਆ। ਕੀ ਬੋਲਾਂਗੇ? ਰਸੀਟਸ ਬੋਲਾਂਗੇ। और डेबिट दूसरी साइड पे लिखा है डेबिट, डेबिट का मतलब होता है पैसे का बाहर चले जाना, आउटफ्लो फॉरेन एक्सचेंज जिन्हें ਅਸੀਂ ਕੀ ਬੋਲਾਂਗੇ? पेमेंट बोलांगे। ਹੁਣ ਜਦੋਂ ਅਸੀਂ ਸਾਡੇ ਪਾਸ ਪੈਸੇ ਆਣਗੇ ਤਾਂ ਅਸੀਂ ਕਿਹੜੀ ਸਾਈਡ ਤੇ ਪਾਵਾਂਗੇ? ਯਾਦ ਰੱਖਣਾ ਤਾਂ ਕ੍ਰੈਡਿਟ ਆਈਟਮ ਹੋਊਗੀ। ਉਸ ਤੋਂ ਬਾਅਦ ਜੇ ਸਾਡੀ ਕੋਈ ਪੇਮੈਂਟ ਚਲੀ ਜਾਊਗੀ ਤਾਂ ਸਾਡੇ ਵਾਸਤੇ ਕਿਹੜੀ ਆਈਟਮ ਹੋਊਗੀ? ਸਾਡੇ ਵਾਸਤੇ ਉਹ ਡੈਬਿਟ ਆਈਟਮ ਹੋਊਗੀ। मतलब कि ਰਸੀਟ मतलब ਇਨਫਲੋ ਹੋ ਜਾਣਾ, ਪੇਮੈਂਟ मतलब ਕੀ ਹੋ ਜਾਣਾ? ਆਊਟਫਲੋ ਹੋ ਜਾਣਾ। ਹੁਣ ਇਹ ਜਿਹੜੀ ਅੱਗੇ ਸਾਰੀ ਚੀਜ਼ਾਂ ਦਿੱਤੀ ਵੀਆਂ ਨੇ ਇਹ ਇੱਕ ਸਿੰਗਲ ਮੈਟਰ ਦੇ ਅਕੋਰਡਿੰਗ ਪੜਾਂਗੇ। ਦੇਖੋ ਇਹਦੇ ਵਿੱਚ ਕੀ ਕਹਿੰਦਾ ਹੈ। ਪਹਿਲੀ ਗੱਲ ਮੈਂ ਕਰੂੰਗਾ ਕ੍ਰੈਡਿਟ ਸਾਈਡ ਦੀ, ਆਈ ਮੀਨ ਟੂ ਸੇ ਗੱਲ ਕਰੂੰਗਾ ਕ੍ਰੈਡਿਟ ਆਈਟਮ ਦੀ। ਕ੍ਰੈਡਿਟ ਆਈਟਮ मतलब ਪੈਸਾ ਕਿੱਥੋਂ ਕਿਵੇਂ ਆਊਗਾ, ਮਤਲਬ ਕਿ ਇਨਫਲੋ ਪੈਸੇ ਮਤਲਬ ਫੋਰਨ ਐਕਸਚੇਂਜ ਇਨਫਲੋ ਸਾਡੇ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਆਊਗਾ ਬਾਹਰਲੀ ਕੰਟਰੀ ਤੋਂ। ਤਾਂ ਫਸਟ ਪੁਆਇੰਟ ਕਹਿੰਦਾ ਕੀ ਹੈ? ਐਕਸਪੋਰਟ ਆਫ ਦੀ ਗੁੱਡਸ। ਬਾਹਰ ਮਤਲਬ ਕਿ ਜਿਹੜੀ ਇੰਡੀਆ ਦੇ ਵਿੱਚ ਚੀਜ਼ਾਂ ਮੈਨੂਫੈਕਚਰਡ ਹੁੰਦੀਆਂ ਨੇ, ਠੀਕ ਹੈ, ਉਹ ਬਾਹਰ ਭੇਜ ਦਿੱਤੀਆਂ ਜਾਣ। ਜਿਵੇਂ ਵੀ ਚੀਜ਼ਾਂ ਬਾਹਰ ਐਕਸਪੋਰਟ ਹੋਣਗੀਆਂ ਤਾਂ ਬਾਹਰਲੇ ਫੋਰਨ ਕੰਟਰੀ ਵਾਲੇ ਜਿਹੜੇ ਇੰਡੀਵਿਜੂਅਲਸ ਨੇ ਉਹਨੂੰ ਪਰਚੇਸ ਕਰਨਗੇ ਔਰ ਉਹਨਾਂ ਦੀ ਜਿਹੜੀ ਫੋਰਨ ਕਰੰਸੀ ਹੈ ਸਾਡੀ ਸਟੇਟ ਦੇ ਵਿੱਚ, ਆਈ ਮੀਨ ਟੂ ਸਾਡੀ ਇੰਡੀਅਨ ਕੰਟਰੀ ਵਿੱਚ ਕੀ ਆ ਜਾਊਗੀ? ਇਨਫਲੋ ਹੋ ਜਾਊਗੀ। ਇਟ ਮੀਨ ਕਿ ਜਦੋਂ ਇਨਫਲੋ ਮਤਲਬ ਐਕਸਪੋਰਟ ਕੀਤਾ ਜਾਊਗਾ ਸਮਾਨ ਉਹਦਾ ਪੈਸਾ ਆਊਗਾ। अगर एक्सपोर्ट ऑफ गुड्स करते हैं तो ऑब्वियसली सर्विस वाले भी पैसा की होगा आऊगा ही आऊगा। मतलब कि विजिबल आइटम साडे वास्ते गुड्स हो गया और इनविजिबल आइटम साडे वास्ते की हो गया? सर्विसेज हो गया। ठीक है, नेक्स्ट आ उस तो बाद थर्ड पॉइंट है इनू ਅਸੀਂ बोलते हैं यूनिलेटरल ट्रांसफर। कई बुक्स कहते हैं ਅਸੀਂ करंट ट्रांसफर बोलते हैं, पर ध्यान रखना ਇਹਨਾਂ ਦਾ ਮਤਲਬ ਕੀ ਹੁੰਦਾ ਹੈ। यूनिलेटरल मतलब ਹੁੰਦਾ ਇੱਕ ਪਾਸੇ ਦੀ ट्रांसफर करना, ਇੱਕ ਪਾਸੇ मतलब ਇੱਕ ਪੱਖੀ ट्रांसफर करना। ਜਦੋਂ ਅਸੀਂ ਮੰਨ ਕੇ ਚੱਲੋ अगर एक लिखा हुआ क्रेडिट साइड पे, अगर क्रेडिट आइटम च लिखा हुआ तो यूनिट ट्रांसफर का मतलब की होगा? किसी बाहरली कंट्री ने सानू गिफ्ट देता, ठीक है, गिफ्ट देता, या सानू बाहरली कंट्री ने किसी ने ग्रांट देती, ठीक है, ताकि साडी इंडिया जी पॉवर्टी है, गरीबी है, उन्हें दूर किया जा सके। या फिर कहना मतलब जेड़ी दूसरी कंट्री ने सानू डोनेशन देती, ठीक है, इसनू असीं की बोलते हैं? यूनिट ट्रांसफर बोलते हैं। मतलब यूनिट ट्रांसफर का मतलब होता है ਇੱਥੇ ਮੈਂ ਮੈਂਸ਼ਨ ਕਰ ਦੇਣਾ यूनिट ट्रांसफर ਦਾ ਮਤਲਬ ਹੁੰਦਾ ट्रांसफर फॉर फ्री। साने बदले ਚ ਉਹਨਾਂ ਨੇ ਕੁਝ ਨਹੀਂ ਦੇਣਾ, ਠੀਕ ਹੈ, ਧਿਆਨ ਰੱਖਣਾ ट्रांसफर फॉर फ्री। ਇਹ ਉਦੋਂ ਕੀਤਾ ਜਾਂਦਾ ਹੈ ਜਦੋਂ ਇੱਕ ਦੇਸ਼ ਦੂਸਰੇ ਦੇਸ਼ ਦੀ ਹੈਲਪ ਉਦੋਂ ਕਰਦਾ ਹੈ ਜਦੋਂ ਆਪਸ ਵਿੱਚ ਦੋਸਤੀ ਹੁੰਦੀ ਹੈ, ਠੀਕ ਹੈ, ਉਸ ਟਾਈਮ ਦੇ ਵਿੱਚ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ। ਇਹਨੂੰ ਅਸੀਂ ਬੋਲਦੇ ਹਾਂ यूनिट ट्रांसफर ਜਾਂ ਦੂਸਰੀ ਫਾਰਮ ਚ ਬੋਲਦੇ ਹਾਂ करंट ट्रांसफर। करंट ट्रांसफर मतलब या तो ग्रांट आ गई, ठीक है, या तो गिफ्ट आ गया, या कोई भी डोनेशन होगी, या रेमिटेंस होती है। रेमिटेंस मैं तां नहीं इत्थे बोल रहा क्योंकि तुसी पजल हो जाओगे, बस तुसी यही तीन वर्ड याद रखने हैं, गिफ्ट हो गया, ग्रांट हो गया या डोनेशन हो गया। थोड़े इस चीज़ के बदले कुछ वापिस नहीं करना, ये वापिस उदों कर सकते हो या दूसरी कंट्री जो गरीबी आ जाती है या कोई ना कोई कहना मतलब पेंडेमिक आ जाए, पेंडेमिक हो जाती है, ठीक है, या कह सकते कुछ ना कुछ होर समस्या आ जाती है तो उस टाइम तुम उन्होंने ट्रांसफर कर सकते हो क्योंकि उन्होंने थोनू ट्रांसफर किया पर बदले तुम कुछ नहीं देना। ध्यान रखना यूनिट ट्रांसफर का मतलब होंगे ट्रांसफर फॉर फ्री। जो ट्रांसफर की जाती किसी फ्री शिप के उत्ते बदले कुछ नहीं लिता जाता। ये ध्यान रखना ये किहड़ी साइड की आइटम पऊगी साडे वास्ते? क्रेडिट आइटम पऊगी। इन्हों असीं की बोलांगे इनफल ऑफ द फॉरेन एक्सचेंज। जब गिफ्ट आऊगा या डोनेशन आऊगी या ग्रांट आऊगी तो उस टाइम के पैसा की होगा बाहरली करंसी साडी होगी साडी इंडियन स्टेट के की आ जाऊगी वापिस आ जाऊगी, या कह सकते इंडियन स्टेट का पैसा फॉरेन एक्सचेंज का पैसा आ जाऊगा। उस तो बाद थर्ड पॉइंट की है फोर्थ पॉइंट कहते हैं कि कैपिटल रिसीट्स। हुण कैपिटल रिसीट्स मतलब की है? बोरिंग फ्रॉम अब्रॉड। अब्रॉड मतलब किसी फॉरेन कंट्री तो या फॉरेन कंपनी तो, कंट्री लगा लो, फॉरेन कंपनी तो साने पैसा की ले लिया, उधार ले लिया तो ऑब्वियस जो उधार लिता तो फॉरेन करेंसी साडी इंडिया विच आऊगी, उन्हें की बोलते हैं? इनफल ऑफ फॉरेन एक्सचेंज बोलते हैं। उस वक्त करांगे कि बाद दे विच जिहड़ी आइटमां साडी क्रेडिट आइटम्स दे विच पै चुकियां ने उस रिसीट का की कर देंगे असीं टोटल कर देंगे। थोड़े सामने मैंशन भी किया हुआ है टोटल रिसीट, इत्थे सारी रिसीट्स का की हो जाऊगा टोटल हो जाऊगा। हो गया टोटल। उस तो नैक्सट डेबिट आइटम्स उत्ते। डेबिट आइटम मतलब जी पेमेंट करनी है। हुण तुहाडे सामने एक्सपोर्ट ऑफ गुड्स लिखा गया सी इधरली साइड ते, हुण इधरली साइड ते की होगा? इंपोर्ट ऑफ गुड्स होगा क्योंकि साडे बाहरली कंट्री तो समान की कर लिया, इंपोर्ट कर लिया तो उन्होंने असीं हुण पेमेंट करांगे। उस तो बाद सैकेंड पॉइंट से एक्सपोर्ट ऑफ सर्विस की होगा?
ਇਹਦੇ ਵਿੱਚ ਇੰਪੋਰਟਰ ਸਰਵਿਸ ਹੋ ਗਿਆ, ਉਹਨਾਂ ਤੋਂ ਹੁਣ ਸਰਵਿਸ ਸਾਨੇ ਕੀ ਕਰ ਲਈ, ਹਾਇਰ ਕਰ ਲਈ ਜਾਂ ਇੰਪੋਰਟ ਕਰ ਲਈ, ਹੁਣ ਉਹਨਾਂ ਦੀ ਪੇਮੈਂਟ ਕਰਾਂਗੇ। ਉਸ ਤੋਂ ਬਾਅਦ ਯੂਨਿਟ ਟ੍ਰਾਂਸਫਰ ਮਤਲਬ ਅਸੀਂ ਹੁਣ ਬਾਹਰਲੀ ਕੰਟਰੀ ਨੂੰ ਕੀ ਦੇਵਾਂਗੇ, ਗਿਫਟ ਦੇਵਾਂਗੇ, ਠੀਕ ਹੈ, ਜਾਂ ਅਸੀਂ ਉਹਨਾਂ ਨੂੰ ਡੋਨੇਸ਼ਨ ਦੇਵਾਂਗੇ ਕਿਉਂਕਿ ਉਹਨਾਂ ਦੇ ਵਿਚਕਾਰ ਉੱਥੇ ਕੋਈ ਨਾ ਕੋਈ ਸਮੱਸਿਆ ਆ ਗਈ ਹੋਊ ਤਾਂ ਉਹ ਸਮੱਸਿਆ ਨੂੰ ਦੂਰ ਕਰਨ ਵਾਸਤੇ ਕੀਤਾ ਜਾਂਦਾ ਹੈ, ਠੀਕ ਹੈ। ਲਾਈਕ ਜਿਵੇਂ ਹੁਣ ਇੰਡੀਆ ਨੇ ਸ਼੍ਰੀਲੰਕਾ ਦੀ ਹੈਲਪ ਕੀਤੀ ਹੈ ਤਾਂ ਉਸ ਟਾਈਮ ਦੀ ਜਿਹੜੀ ਗ੍ਰਾਂਟਸ ਦਿੱਤੀ ਜਾਂਦੀਆਂ ਨੇ ਜਾਂ ਗਿਫਟ ਦਿੱਤੀ ਜਾਂਦੀਆਂ ਨੇ, ਉਸ ਟਾਈਮ 'ਚ ਜਦੋਂ ਅਸੀਂ ਪੇਮੈਂਟ ਕਰਾਂਗੇ ਉਹਨਾਂ ਨੂੰ ਅਸੀਂ ਕੁਛ ਨਾ ਕੁਛ ਚੀਜ਼ ਦੇਵਾਂਗੇ ਤਾਂ ਓਬਵੀਅਸ ਫੋਰਨ 'ਚ ਸਾਡੇ ਪਾਸ ਘਟੂਗਾ ਨਾ ਕਿ ਵਧੂਗਾ। ਤਾਂ ਕਿਹੜੀ ਫਾਰਮ ਦੇ ਵਿੱਚ ਆਊਗੀ ਚੀਜ਼, ਉਹ ਪੇਮੈਂਟ ਦੀ ਫਾਰਮ ਦੇ ਵਿੱਚ ਆਊਗੀ। ਇਧਰਲੀ ਸਾਈਡ ਤੇ ਕੀ ਕਿਹਾ ਸੀ, ਕੈਪੀਟਲ ਰਿਸੀਟਸ, ਹੁਣ ਇਧਰਲੀ ਸਾਈਡ ਤੇ ਕੀ ਆ ਜਾਊਗਾ, ਕੈਪੀਟਲ ਪੇਮੈਂਟ। ਪਹਿਲਾਂ ਤਾਂ ਸਾਨੇ ਬਾਹਰਲੀ ਕੰਟਰੀ ਤੋਂ ਉਧਾਰ ਲੈ ਲਿਆ, ਹੁਣ ਬਾਹਰਲੀ ਕੰਟਰੀ ਨੂੰ ਉਧਾਰ ਦੇਤਾ, ਮਤਲਬ ਪੇਮੈਂਟ ਕਰਤੀ। ਪੇਮੈਂਟ ਮਤਲਬ ਇੱਕ ਵਾਰੀ ਫੋਰਨ ਐਕਸਚੇਂਜ ਕੀ ਹੋ ਜਾਊਗਾ, ਘਟ ਜਾਊਗਾ, ਬਟ ਬਾਅਦ ਦੇ ਵਿੱਚ ਦੇਖਾਂਗੇ ਕੀ ਹੋਊਗਾ। ਤਾਂ ਉਸ ਤੋਂ ਬਾਅਦ ਆਹ ਜਿਹੜੀ 4 ਆਈਟਮਾਂ ਆਉਂਦੀਆਂ ਨੇ ਤੇ ਇਹਨਾਂ ਨੇ 4 ਆਈਟਮਾਂ ਦਾ ਬਾਅਦ ਵਿੱਚ ਕੀ ਕਰ ਦਾਂਗੇ, ਟੋਟਲ ਪੇਮੈਂਟ ਕਰ ਦਾਂਗੇ। ਜਦੋਂ ਟੋਟਲ ਰਸੀਟ ਅਗਰ ਟੋਟਲ ਪੇਮੈਂਟ ਦੇ ਬਰਾਬਰ ਹੋ ਜਾਂਦੀ ਹੈ, ਠੀਕ ਹੈ, ਤਾਂ ਉਹਦੇ ਅਸੀਂ ਮੰਨ ਕੇ ਚੱਲਾਂਗੇ ਜਿਹੜਾ ਸਾਡਾ BOP ਹੈ, ਸਾਡਾ ਜਿਹੜਾ BOP ਹੈ ਉਹ ਕੀ ਹੋ ਚੁੱਕੀ ਹੈ, 0 ਹੋ ਚੁੱਕਿਆ ਹੈ। ਵੀ ਸਾਨੂੰ ਕਿਸੇ ਕੰਟਰੀ ਦੀ ਨਾ ਹੀ ਪੇਮੈਂਟ ਲੈਣੀ ਹੈ, ਠੀਕ ਹੈ, ਨਾ ਹੀ ਕਿਸੇ ਕੰਟਰੀ ਨੂੰ ਪੇਮੈਂਟ ਦੇਣੀ ਹੈ। ਇਸ ਨੂੰ ਅਸੀਂ ਨੈਟਸ਼ੈਲ 'ਚ ਕੀ ਬੋਲਾਂਗੇ, ਬੈਲੈਂਸ ਆਫ ਪੇਮੈਂਟ ਬੋਲਾਂਗੇ, ਠੀਕ ਹੈ। ਇਹ ਜਿਹੜੀ ਚੀਜ਼ਾਂ ਬੈਲੈਂਸ ਅਸੀਂ ਸ਼ੋ ਕਰਦੇ ਆ, ਤੁਹਾਨੂੰ ਆਲਰੇਡੀ ਮੈਂ ਦੱਸ ਹੀ ਚੁੱਕਿਆ, ਕੰਪਨੀ ਦੀ ਜਾਂ ਇੱਕ ਕੰਟਰੀ ਦੀ ਰਿਫਲੈਕਸ ਪਰਫਾਰਮੈਂਸ ਵਾਸਤੇ ਕਰਦੇ ਆ ਕਿ ਸਾਡੀ ਜਿਹੜੀ ਇੰਡੀਅਨ ਕੰਟਰੀ ਹੈ ਰੈਸਟ ਆਫ ਦੀ ਵਰਲਡ ਦੀ ਕੰਟਰੀ ਦੇ ਨਾਲ ਜਿਹੜੀ ਪਰਫਾਰਮੈਂਸ ਉਹ ਕਿਸ ਤਰ੍ਹਾਂ ਦੀ ਪਰਫਾਰਮੈਂਸ ਹੈ। ਇਸ ਕਰਕੇ ਅਸੀਂ BOP ਦਾ ਕੀ ਕਰਦੇ ਆ, ਬੈਲੈਂਸ ਕੱਢ ਰਹੇ ਆ ਤਾਂ ਕਿ ਸਾਨੂੰ ਰਿਫਲੈਕਟ ਕੀ ਹੋਵੇ, ਇੱਕ ਟਰੂਥ ਫੇਸ ਦੇ ਅਕੋਰਡਿੰਗ ਇੱਕ ਪਰਫਾਰਮੈਂਸ ਦਾ ਕੀ ਹੋ ਸਕੇ, ਪਤਾ ਲੱਗ ਸਕੇ। ਇੱਕ ਵਾਰੀ ਅਗਰ ਸਮਝ ਆ ਗਿਆ ਤਾਂ ਬੇਟੇ ਦੱਸ ਦੋ ਸਮਝ ਆ ਗਿਆ, ਯੈਸ ਹੈ, ਇੱਕ ਵਾਰ ਬੋਲ ਦੋ। ਅੱਗੇ ਥੋੜਾ ਅੱਗੇ ਪੁਆਇੰਟ ਕਰਨ ਜਾਵਾਂਗੇ, ਕੰਪੋਨੈਂਟ ਆਫ BOP, ਠੀਕ ਹੈ। एनीवन एल्स हैव अ डाउट? चलो जी, यस सर। नेक्स्ट आओ कंपोनेंट दे विच कंपोनेंट ऑफ BOP अकाउंट। हुण जिहड़े कंपोनेंट्स ने यह एक तुसीं कंपोनेंट भी कह सकते हो या एक तरह के कह सकते हो पार्ट्स भी कह सकते हो, ठीक है। मतलब कि यह जिहड़े कंपोनेंट ने BOP दे विच किहड़ी-किहड़ी चीज़ां मेनली रखी जांदियां ने, हुण आपां उस चीज़ की गल करिए तां कंपोनेंट ऑफ BOP की गल करदे हां। BOP ਦੇ ਅਕਾਊਂਟ ਦੇ ਵਿੱਚ ਵੈਸੇ ਤਾਂ ਅਗਰ ਦੇਖਿਆ ਜਾਵੇ IMF ਦੇ ਅਕੋਰਡਿੰਗ, ਹੁਣ IMF ਦੀ ਫੁੱਲ ਫਾਰਮ ਕੀ ਹੁੰਦੀ ਹੈ ਇਹ ਦੱਸਣ ਜਾ ਰਹੇ ਹਾਂ। IMF ਦੀ ਫੁੱਲ ਫਾਰਮ ਹੁੰਦੀ ਹੈ ਇੰਟਰਨੈਸ਼ਨਲ ਮੋਨੇਟਰੀ ਫੰਡ, ਠੀਕ ਹੈ, ਇੰਟਰਨੈਸ਼ਨਲ ਮੋਨੇਟਰੀ ਫੰਡ IMF ਦੇ ਦੁਆਰਾ, ਠੀਕ ਹੈ। ਵੈਸੇ ਤਾਂ ਜਿਹੜਾ BOP ਦੇ ਕੰਪੋਨੈਂਟ ਨੇ ਉਹ ਟੋਟਲ 3 ਨੇ ਪਰ ਜਿਹੜੀ ਸਾਡੀ ਇੰਡੀਅਨ ਕੰਟਰੀ ਹੈ ਉਹ BOP ਦੇ ਜਿਹੜੇ 2 ਅਕਾਊਂਟ, ਉਹ BOP ਦੇ ਵਿੱਚ ਸਿਰਫ 2 ਅਕਾਊਂਟ ਹੀ ਮੇਨਟੇਨ ਕਰਦੀ ਹੈ। ਪਹਿਲਾਂ ਤਾਂ ਮੈਂ 3 ਅਕਾਊਂਟ ਦੀ ਗੱਲ ਕਰਦਾ। ਕੰਪੋਨੈਂਟ ਦੇ ਅਕੋਰਡਿੰਗ 3 ਅਕਾਊਂਟ ਕਿਹੜੇ ਨੇ? ਫਸਟ ਆਂਦਾ ਤੁਹਾਡਾ ਆਪਣਾ ਕਰੰਟ ਅਕਾਊਂਟ, ਦੂਸਰਾ ਆਂਦਾ ਤੁਹਾਡਾ ਆਪਣਾ ਕੈਪੀਟਲ ਅਕਾਊਂਟ, ਔਰ ਥਰਡ ਆਂਦਾ ਅਕੋਰਡਿੰਗ ਟੂ IMF ਦੇ ਅਕੋਰਡਿੰਗ ਫਾਈਨੈਂਸ਼ੀਅਲ ਅਕਾਊਂਟ। ਇਹ ਧਿਆਨ ਰੱਖਣਾ, ਫਾਈਨੈਂਸ਼ੀਅਲ ਅਕਾਊਂਟ। ਹੁਣ ਇਹਨਾਂ ਦੇ ਵਿੱਚ ਫਰਕ ਕੀ ਹੈ ਫਾਈਨੈਂਸ਼ੀਅਲ ਅਕਾਊਂਟ, ਕੈਪੀਟਲ ਅਕਾਊਂਟ ਔਰ ਕਰੰਟ ਅਕਾਊਂਟ ਦੇ ਵਿੱਚ? ਪਹਿਲਾਂ ਤਾਂ ਇਹ ਧਿਆਨ ਰੱਖੋ IMF ਦੇ ਅਕੋਰਡਿੰਗ ਸਾਡੀ 3 ਅਕਾਊਂਟ ਬਣਦੇ ਨੇ, ਬਟ ਅਗਰ ਮੈਂ ਗੱਲ ਕਰਾਂ ਸਾਡੀ ਇੰਡੀਅਨ ਦੇ ਅਕੋਰਡਿੰਗ ਅਸੀਂ ਸਿਰਫ 2 ਅਕਾਊਂਟ ਹੀ ਮੰਨਦੇ ਹਾਂ। ਉਹ 2 ਅਕਾਊਂਟ ਮੇਨ ਕਰੇ ਨੇ, ਇੱਕ ਤਾਂ ਕਰੰਟ ਅਕਾਊਂਟ ਹੈ, ਇੱਕ ਕੈਪੀਟਲ ਅਕਾਊਂਟ ਹੈ। ਕੈਪੀਟਲ ਅਕਾਊਂਟ ਅਸੀਂ ਫਾਈਨੈਂਸ਼ੀਅਲ ਅਕਾਊਂਟ ਮੰਨ ਲੈਨੇ ਆ, ਬਟ IMF ਦੇ ਅਕੋਰਡਿੰਗ ਤਿੰਨੋਂ ਚੀਜ਼ਾਂ ਅਲੱਗ ਨੇ। ਤਿੰਨੋਂ ਚੀਜ਼ਾਂ ਕਹਿੰਦੇ IMF ਕਹਿੰਦੇ ਤੁਸੀਂ 3 ਚੀਜ਼ਾਂ ਦੇ ਅਕੋਰਡਿੰਗ ਆਪਣਾ BOP ਅਕਾਊਂਟ ਬਣਾਓ, ਬਟ ਇੰਡੀਆ ਵਾਲੇ ਸਿਰਫ 2 ਦੇ ਅਕੋਰਡਿੰਗ ਬਣਾਉਂਦੇ ਨੇ, ਇੱਕ ਕਰੰਟ ਅਕਾਊਂਟ ਔਰ ਦੂਸਰਾ ਕਿਹੜਾ ਹੋਊਗਾ ਤੁਹਾਡਾ ਆਪਣਾ ਕੈਪੀਟਲ ਅਕਾਊਂਟ। ਜਿਹੜਾ ਕਰੰਟ ਅਕਾਊਂਟ ਹੁੰਦਾ ਉਹਦੇ ਵਿੱਚ ਚੀਜ਼ਾਂ ਜਾਂ ਤਾਂ ਐਕਸਪੋਰਟ ਕੀਤੀ ਜਾਂਦੀਆਂ ਨੇ ਜਾਂ ਚੀਜ਼ਾਂ ਇੰਪੋਰਟ ਕੀਤੀ ਜਾਂਦੀਆਂ ਨੇ, ਠੀਕ ਹੈ। ਜਾਂ ਤਾਂ ਸਰਵਿਸ ਇੰਪੋਰਟ ਕੀਤੀ ਜਾਂਦੀ ਹੈ ਜਾਂ ਸਰਵਿਸ ਐਕਸਪੋਰਟ ਕੀਤੀ ਜਾਂਦੀ ਹੈ, ਔਰ ਜਾਂ ਫਿਰ ਕਰੰਟ ਟ੍ਰਾਂਸਫਰਸ ਹੋਣਗੇ। ਕਰੰਟ ਟ੍ਰਾਂਸਫਰਸ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਉਹਨੂੰ ਅਸੀਂ ਕੀ ਬੋਲਦੇ ਹਾਂ, ਯੂਨਿਟ ਟ੍ਰਾਂਸਫਰਸ ਬੋਲਦੇ ਹਾਂ। ਯੂਨਿਟ ਟ੍ਰਾਂਸਫਰਸ ਮਤਲਬ ਜਦੋਂ ਅਸੀਂ ਕੋਈ ਵੀ ਟ੍ਰਾਂਸਫਰ ਕਰਦੇ ਹਾਂ ਫ੍ਰੀ ਫਾਰਮ ਦੇ ਵਿੱਚ ਕਰਦੇ ਹਾਂ, ਬਦਲੇ 'ਚ ਅਸੀਂ ਕੁਛ ਹੀ ਵਾਪਿਸ ਨਹੀਂ ਲੈਂਦੇ, ਤਾਂ ਉਸਨੂੰ ਅਸੀਂ ਕੀ ਬੋਲਾਂਗੇ, ਕਰੰਟ ਟ੍ਰਾਂਸਫਰਸ ਬੋਲਾਂਗੇ। ਲਾਈਕ ਕਿਹੜੀ ਚੀਜ਼ਾਂ ਦੱਸੀਆਂ ਤੁਹਾਨੂੰ, ਇਹ 'ਚ ਲਿਖਿਆ ਸੀ ਡੋਨੇਸ਼ਨ ਹੋ ਗਈ, ਠੀਕ ਹੈ। ਉਸ ਤੋਂ ਬਾਅਦ ਹੋਰ ਕੀ ਦੱਸਿਆ ਸੀ ਇਹਦੇ ਵਿੱਚ ਤੁਹਾਨੂੰ, ਆਪਣਾ ਗ੍ਰਾਂਟ ਹੋ ਗਿਆ, ਠੀਕ ਹੈ, ਦੂਸਰੀ ਕੰਟਰੀ ਤੋਂ ਗ੍ਰਾਂਟ ਆ ਗਈ, ਜਾਂ ਫਿਰ ਕੀ ਹੋ ਗਿਆ ਇਹਦੇ ਵਿੱਚ ਗਿਫਟ ਹੋ ਗਿਆ, ਉਸ ਚੀਜ਼ਾਂ ਦੀ ਗੱਲ ਕੀਤੀ, ਉਹਨੂੰ ਅਸੀਂ ਕਰੰਟ ਟ੍ਰਾਂਸਫਰ ਬੋਲਦੇ ਆ। ਇਹ ਜਿਹੜੀ 3 ਚੀਜ਼ਾਂ ਨੇ, ਕਿਹੜੀ ਕੰਪੋਨੈਂਟ ਕਰੰਟ ਅਕਾਊਂਟ ਦੇ ਕੰਪੋਨੈਂਟ 'ਚ 3 ਚੀਜ਼ਾਂ ਕਿਹੜੀਆਂ ਨੇ? ਇੱਕ ਤਾਂ ਹੋਗਾ ਤੁਹਾਡਾ ਆਪਣਾ ਐਕਸਪੋਰਟ ਐਂਡ ਇੰਪੋਰਟ ਆਫ ਗੁੱਡਸ, ਦੂਸਰਾ ਹੋਗਾ ਤੁਹਾਡਾ ਐਕਸਪੋਰਟ ਐਂਡ ਇੰਪੋਰਟ ਆਫ ਸਰਵਿਸਿਜ਼, ਔਰ ਥਰਡ ਕੀ ਆ ਗਿਆ, ਕਰੰਟ ਟ੍ਰਾਂਸਫਰ। ਇਹ 3 ਕੰਪੋਨੈਂਟ ਨੇ ਤੁਹਾਡੇ ਆਪਣੇ ਕਰੰਟ ਅਕਾਊਂਟ ਦੇ। और BOP ਵਿੱਚ 2 ਕੰਪੋਨੈਂਟ ਕਿਹੜੇ ਨੇ, 3 ਕੰਪੋਨੈਂਟ ਕਿਹੜੇ ਨੇ? ਕਰੰਟ ਅਕਾਊਂਟ, ਕੈਪੀਟਲ ਅਕਾਊਂਟ ਔਰ ਫਾਈਨੈਂਸ਼ੀਅਲ ਅਕਾਊਂਟ, ਠੀਕ ਹੈ। ਇਹਦੇ ਵਿੱਚ 3 ਕੰਪੋਨੈਂਟ ਕਿਹੜੇ ਆ ਗਏ ਤੁਹਾਡੇ ਆਪਣੇ ਕਰੰਟ ਅਕਾਊਂਟ ਦੇ ਵਿੱਚ? ਇੱਕ ਫਸਟ ਵਨ ਆ ਗਿਆ, ਦੂਸਰਾ ਆ ਗਿਆ ਔਰ ਤੀਸਰਾ ਕਿਹੜਾ ਆ ਗਿਆ, ਇਹ ਵਾਲਾ ਆ ਗਿਆ। ਹੁਣ ਧਿਆਨ ਰੱਖਣਾ, ਜਿਹ 'ਚ ਚੀਜ਼ਾਂ ਸਿਰਫ ਇਕੱਲੀ ਚੀਜ਼ਾਂ ਦਾ ਗੁड्स ਔਰ ਸਰਵਿਸ ਦਾ ਐਕਸਪੋਰਟ ਇੰਪੋਰਟ ਹੁੰਦਾ ਹੈ,
उस अकाउंट से रिलेटेड एंट्री ਨੂੰ ਅਸੀਂ ਕਿਹੜਾ ਅਕਾਊਂਟ ਬੋਲਦੇ ਆ ਕਰੰਟ ਅਕਾਊਂਟ ਬੋਲਦੇ ਆ ਔਰ ਜਿਹੜਾ ਕਰੰਟ ਅਕਾਊਂਟ ਮੇਨਟੇਨ ਕੀਤਾ ਜਾਂਦਾ ਹੈ ਉਹ ਸਿਰਫ ਸ਼ਾਰਟ ਪੀਰੀਅਡ ਵਾਸਤੇ ਕੀਤਾ ਜਾਂਦਾ ਹੈ ਇਹ ਵੀ ਧਿਆਨ ਰੱਖਣਾ ਸਿਰਫ ਸ਼ਾਰਟ ਪੀਰੀਅਡ ਵਾਸਤੇ ਕੀਤਾ ਜਾਂਦਾ ਹੈ ਸ਼ਾਰਟ ਟਾਈਮ ਵਾਸਤੇ ਕੀਤਾ ਜਾਂਦਾ ਹੈ ਠੀਕ ਹੈ ਅਗਰ ਪੇਪਰ ਦੇ ਵਿੱਚ ਪੁੱਛਦੇ ਨੇ ਕਿ ਸਭ ਤੋਂ ਪਹਿਲਾਂ ਕਿਹੜਾ ਅਕਾਊਂਟ ਮੇਨਟੇਨ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਅਕਾਊਂਟ ਮੇਨਟੇਨ ਕੀਤਾ ਜਾਊਗਾ ਸਾਡੇ ਵਾਸਤੇ ਕਿਹੜਾ ਹੋਊਗਾ ਕਰੰਟ ਅਕਾਊਂਟ ਹੋਊਗਾ ਠੀਕ ਹੈ ਨੈਕਸਟ ਆਓ ਅਗਲੇ ਅਕਾਊਂਟ ਦੀ ਗੱਲ ਕਰ ਰਹੇ ਕੈਪੀਟਲ ਅਕਾਊਂਟ ਦੀ ਹੁਣ ਕੈਪੀਟਲ ਅਕਾਊਂਟ ਦੇ ਵਿੱਚ ਵੀ ਅੱਗੇ ਦੋ ਕੰਪੋਨੈਂਟ ਆਉਂਦੇ ਨੇ ਇੱਕ ਹੁੰਦਾ ਤੁਹਾਡਾ ਆਪਣਾ ਬੋਰਿੰਗਸ ਠੀਕ है या तो मैं लिख देना लैंडिंग पैसा उधार लेना या पैसा उधार दे देना ठीक है सिंपल जी गल और दूसरा आंदा फॉरेन इन्वेस्टमेंट ये भी फॉरेन इन्वेस्टमेंट दो टाइप की होंगी ने एक होंदा साडे वास्ते FII ये बाद च दसदा की होंदी है एक साडे वास्ते होंदा एक FDI फॉरेन डायरैक्ट इन्वेस्टमेंट फॉरेन इंस्टीट्यूशन मतलब कि इन्वेस्टमेंट हुण तुहानूं बाद च दसदा सारी चीज़ां एक सिंपल चीज़ नाल समझ लो जिस दे विच कल्ले उधार और उधार दिता जाता है उधार लिता जाता है ठीक है ਉਹਦੇ ਨਾਲ ਰਿਲੇਟਡ ਕਿਹੜਾ ਅਕਾਊਂਟ ਹੁੰਦਾ ਉਹ ਕੈਪੀਟਲ ਅਕਾਊਂਟ ਹੁੰਦਾ ਜਿਹਦੇ ਵਿੱਚ ਅਸੀਂ ਕੋਈ ਨਾ ਕੋਈ ਫੋਰਨ ਦੀ ਇਨਵੈਸਟਮੈਂਟ ਕਰਦੇ ਹਾਂ ਉਸ ਰਿਲੇਟਡ ਕਿਹੜਾ ਅਕਾਊਂਟ ਹੁੰਦਾ ਤੁਹਾਡਾ ਆਪਣਾ ਇੱਕ ਕੈਪੀਟਲ ਅਕਾਊਂਟ ਮੇਨਟੇਨ ਹੁੰਦਾ ਇਹ ਧਿਆਨ ਰੱਖਣਾ ਠੀਕ ਹੈ ਔਰ ਦੂਸਰਾ ਤੁਹਾਡਾ ਆ ਗਿਆ ਲਾਸਟ ਵਾਲਾ ਥਰਡ ਆਉਂਦਾ ਤੁਹਾਡਾ ਆਪਣਾ ਫਾਈਨੈਂਸ਼ੀਅਲ ਅਕਾਊਂਟ ਦੇ ਵਿੱਚ ਕੀ ਹੁੰਦਾ ਜਿਹਦੇ 'ਚ ਅਸੀਂ ਕਿਸੇ ਫੋਰਨ ਕੰਟਰੀ ਦੇ ਸ਼ੇਅਰਸ ਪਰਚੇਸ ਕਰ ਲੈਣੇ ਆ ਮੈਂ ਉਰੇ ਮੈਂਸ਼ਨ ਕਰ ਦੇਣਾ ਜਿੱਥੇ ਅਸੀਂ ਸ਼ੇਅਰਸ ਪਰਚੇਸ ਕਰਦੇ ਹਾਂ ਆਫ ਫੋਰਨ ਕੰਟਰੀ ਜਾਂ ਫੋਰਨ ਕੰਟਰੀ ਸਾਡੇ ਇੰਡੀਅਨ ਕੰਟਰੀ ਦੇ ਸ਼ੇਅਰ ਪਰਚੇਸ ਕਰ ਲੈਂਦੀ ਹੈ ਉਸ ਟਾਈਮ ਵੀ ਜਿਹੜਾ ਅਕਾਊਂਟ ਬਣਦਾ ਸਾਡੇ ਵਾਸਤੇ ਫਾਈਨੈਂਸ਼ੀਅਲ ਅਕਾਊਂਟ ਹੁੰਦਾ ਬਟ ਮਾਈਂਡ ਦੇ ਵਿੱਚ ਸਿਰਫ ਯਾਦ ਰੱਖਣਾ IMF ਦੇ ਅਕੋਰਡਿੰਗ 3 ਅਕਾਊਂਟ ਬਣਦੇ ਨੇ ਪਰ ਸਾਡੇ ਇੰਡੀਅਨ ਸਿਸਟਮ ਦੇ ਅਕੋਰਡਿੰਗ ਸਿਰਫ 2 ਅਕਾਊਂਟ ਹੀ ਬਣਦੇ ਨੇ ਔਰ 2 ਅਕਾਊਂਟ ਕਿਹੜੇ ਨੇ ਇੱਕ ਤਾਂ ਸਾਡੇ ਵਾਸਤੇ ਕਰੰਟ ਅਕਾਊਂਟ ਹੈ ਇੱਕ ਸਾਡੇ ਵਾਸਤੇ ਕੀ ਹੈ ਫਾਈਨੈਂਸ਼ੀਅਲ ਅਕਾਊਂਟ ਮਤਲਬ ਕਿ ਕੈਪੀਟਲ ਅਕਾਊਂਟ ਹੈ कैपिटल अकाउंट को असं की मान लेने फाइनैशियल अकाउंट मान लेने बस असं दो याद रखने पर IMF के अकॉर्डिंग 3 ने पेपर के अकॉर्डिंग देखना पर सिर्फ कले 2 है ठीक है अगर क्वेश्चन 2 व 3 आते हैं अगर ऊपर IMF लिखा आता तो तीनों तो टिक मार करके आनी है अगर IMF नहीं लिखा है सिर्फ तुम 2 तीन रखना एक करंट अकाउंट हो गया और दूसरा केड़ा हो गया थोड़ा अपना कैपिटल अकाउंट ये ध्यान रखना ठीक है कैपिटल अकाउंट के हुण थोड़ा डीपली जाऊँगा कैपिटल अकाउंट का मैं थोड़ा डीपली समझा रहा कैपिटल अकाउंट देखो की होंगे कैपिटल अकाउंट में अगे 2 कंपोनेंट होंगे ने हुण ध्यान देखो 2 कंपोनेंट किहड़े ने एक तो आगे तुहाडा अपना बोरिंग ठीक है या फिर आगे लैंडिंग पैसे नूं उधार दे देना ठीक है और पैसा उधार लै लेना हुण तुसीं ध्यान नाल देखो जदों असीं पैसा उधार लवांगे ठीक है लवांगे तो साडे वास्ते एसिड बनूगा साडी संपत्ति बनूगी या साडी देनदारी बनूगी तो ध्यान रखियो जदों असीं उधार दवांगे ठीक है बाद दे विच तो लवांगे वो बाद दी गल्लां ने लेकिन जदों असीं उधार दवांगे ठीक है तो साडी की बनूगी उधार लवांगे और साडी की बनूगी बोरिंग वाले साडी लायबिलिटी बनूगी जब असीं लैंडिंग की गल करांगे उधार देण की गल करांगे ठीक है उधार देण की गल करांगे और साडी की बनूगी एसिड बनूगी ठीक है हुण दिमाग दे विच एक गल याद रखियो जदों लायबिलिटी और एसिड की गल कीती जाऊगी उदों कल्ले कैपिटल अकाउंट की गल की जाऊगी जदों कल्ले गुड्स और सर्विस की गल की जाऊगी उहदे कल्ले करंट अकाउंट की गल की जाऊगी नीचे की डेफिनेशन लिखी हुई है पर मैं तुहानूं डायरैक्ट वे में पहले ही समझा रहा कैपिटल अकाउंट के विच बोरिंग और लैंडिंग मतलब एसिड और लायबिलिटी का घटना या वधना ठीक है जदों इहदी गल की जाऊगी कैपिटल अकाउंट की गल की जाऊगी जदों गुड्स सर्विस की गल की जाऊगी वो साडे वास्ते करंट अकाउंट की गल की जाऊगी हुण दूसरा कंपोनेंट की आंदा कैपिटल अकाउंट का मतलब सैकेंड पार्ट की आंदा फॉरेन इन्वेस्टमेंट हुण ये जिहड़ी फॉरेन इन्वेस्टमेंट है ये भी 2 दी हुंदी है 2 वे दी मतलब वो भी सुन लो हुण ध्यान नाल मोरे मैंशन कर देना फॉरेन इन्वेस्टमेंट 2 वे दी हुंदी एक हुंदा साडे वास्ते FII एक हुंदा साडे वास्ते FDI हुण इन्हां दा मतलब की हुंदा हुण ये समझ लो FII फॉरेन इंस्टीट्यूशनल इन्वेस्टमेंट हुण इहदी फुल फॉर्म मैं उरे लिख रहा बाद दे विच इरेज कर दूंगा फॉरेन इंस्टीट्यूशनल इन्वेस्टमेंट और FDI की होंगी है फॉरेन डायरैक्ट इन्वेस्टमेंट फॉरेन डायरैक्ट इन्वेस्टमेंट फॉरेन डायरैक्ट इन्वेस्टमेंट ठीक है हुण दोनों च फर्क की है FII ते FDI च फर्क की है जिहड़ा तुहाडा अपना फॉरेन इंस्टीट्यूशन इन्वेस्टमेंट है ਇਹਦੇ ਵਿੱਚ ਅਸੀਂ ਇਨਵੈਸਟਮੈਂਟ ਕਰਦੇ ਹਾਂ ਫੋਰਨ ਕੰਪਨੀ ਦੇ ਸ਼ੇਅਰ ਦੇ ਵਿੱਚ ਜਾਂ ਫੋਰਨ ਕੰਟਰੀ ਵਾਲੇ ਇੰਡੀਅਨ ਕੰਪਨੀ ਦੇ ਸ਼ੇਅਰ ਦੇ ਵਿੱਚ ਇਨਵੈਸਟਮੈਂਟ ਕਰਦੇ ਨੇ ਸਿਰਫ ਸ਼ੇਅਰਸ ਦੇ ਵਿੱਚ ਮਤਲਬ ਕਿ ਇਸ 'ਚ ਜਿਹੜੀ ਇਨਵੈਸਟਮੈਂਟ ਕੀਤੀ ਜਾਂਦੀ ਹੈ
ਉਹ ਇਨਡਾਇਰੈਕਟ ਵੇ ਨਾਲ ਕੀਤੀ ਜਾਂਦੀ ਹੈ। ਠੀਕ ਹੈ, ਇਨਡਾਇਰੈਕਟ ਵੇ ਨਾਲ ਮਤਲਬ ਸਿਰਫ ਅਸੀਂ ਉਹਨਾਂ ਦਾ ਪ੍ਰੋਡਕਟ ਖਰੀਦਿਆ, ਹੋਰ ਕੁਝ ਨਹੀਂ ਕੀਤਾ। ਹੁਣ ਅਸੀਂ ਕੀ ਬੋਲਦੇ ਆ, FII ਬੋਲਦੇ ਆ, ਫੋਰਨ ਇੰਸਟੀਟਿਊਸ਼ਨਲ ਇਨਵੈਸਟਮੈਂਟ। ਹੁਣ ਅਗਰ ਮੈਂ ਗੱਲ ਕਰਾਂ FDI ਦੀ, ਤੇ FDI ਮਤਲਬ ਹੁੰਦਾ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ। ਕਹਿਣ ਦਾ ਮਤਲਬ ਫੋਰਨ ਕੰਟਰੀ ਵਾਲੇ, ਠੀਕ ਹੈ, ਫੋਰਨ ਕੰਟਰੀ ਵਾਲੇ ਸਾਡੀ ਇੰਡੀਅਨ ਕੰਟਰੀ ਦੀ ਕੰਪਨੀ ਨੂੰ ਪਰਚੇਸ ਕਰ ਲੈਂਦੇ ਨੇ, ਮਤਲਬ ਕਿ ਉਹਨਾਂ ਦੀ ਓਨਰਸ਼ਿਪ ਨੂੰ ਪਰਚੇਸ ਕਰ ਲੈਂਦੇ ਨੇ। ਆ ਧਿਆਨ ਰੱਖਿਓ ਕੀ ਲਿਖ ਰਿਹਾ, ਓਨਰਸ਼ਿਪ ਨੂੰ ਪਰਚੇਸ ਕਰ ਲੈਂਦੇ ਨੇ, ਮਤਲਬ ਕਿ ਫੋਰਨ ਕੰਟਰੀ ਇੰਡੀਅਨ ਕੰਟਰੀ ਦੀ ਕੰਪਨੀ ਨੂੰ ਪਰਚੇਸ ਕਰ ਲੈਂਦੀ ਹੈ, ਉਹਨਾਂ ਤੇ ਡਾਇਰੈਕਟ ਕੰਟਰੋਲ ਕਰ ਲੈਂਦੀ ਹੈ, ਉਹਨੇ ਜ਼ਮੀਨ ਉੱਤੇ ਡਾਇਰੈਕਟ ਕੰਟਰੋਲ ਕਰ ਲੈਂਦੀ ਹੈ, ਤਾਂ ਅਸੀਂ ਕੀ ਬੋਲਾਂਗੇ, FDI ਬੋਲਾਂਗੇ। ਹੁਣ ਚਾਹੇ ਸ਼ੇਅਰ ਪਰਚੇਸ ਕਰ ਲੈ ਫੋਰਨ ਕੰਪਨੀ ਇੰਡੀਅਨ ਕੰਪਨੀ ਦੇ, ਜਾਂ ਫੋਰਨ ਕੰਪਨੀ ਇੰਡੀਅਨ ਕੰਪਨੀ ਨੂੰ ਪਰਚੇਸ ਕਰ ਲੈ, ਤਾਂ ਪੈਸਾ ਤਾਂ ਆਊਗਾ ਹੀ ਨਾ। ਠੀਕ ਹੈ, ਜਾਂ ਫਿਰ ਵਾਈਸ ਵਰਸਾ ਕਰ ਲਓ, ਉਲਟਾ ਕਰ ਲਓ। ਜਦੋਂ ਅਸੀਂ ਫੋਰਨ ਕੰਟਰੀ ਦੇ ਸ਼ੇਅਰਸ ਨੂੰ ਪਰਚੇਸ ਕਰਦੇ ਹਾਂ ਤਾਂ ਵੀ FII ਹੋ ਗਿਆ, ਜਦੋਂ ਅਸੀਂ ਫੋਰਨ ਕੰਟਰੀ ਦੀ ਕੰਪਨੀ ਨੂੰ ਪਰਚੇਸ ਕਰਦੇ ਹਾਂ ਤਾਂ ਵੀ FDI ਹੋ ਗਿਆ। ਉਹਦਾ ਪੈਸਾ ਜਾਊਗਾ, ਪਰ ਜਦੋਂ ਅਸੀਂ ਉਹ ਪਰਚੇਸ ਕਰਾਂਗੇ ਸਾਡੀ ਇੰਡੀਅਨ ਕੰਪਨੀ ਨੂੰ ਜਾਂ ਇੰਡੀਅਨ ਕੰਪਨੀ ਸ਼ੇਅਰਸ ਨੂੰ, ਉਹਦਾ ਪੈਸਾ ਕੀ ਹੋਊਗਾ, ਆਊਗਾ। ਤਾਂ ਉਸ ਟਾਈਮ 'ਚ ਅਸੀਂ ਕੀ ਬੋਲਾਂਗੇ, ਫੋਰਨ ਇਨਵੈਸਟਮੈਂਟ ਬੋਲਾਂਗੇ। ਇਹਦੇ ਉੱਤੇ ਬਹੁਤ ਟੌਪਿਕ ਹੈ FDI ਦੇ ਉੱਤੇ, ਬਟ ਸਾਨੂੰ ਸਿਰਫ ਇੰਨਾ ਕੀ ਸਮਝਣਾ, ਕਿਉਂਕਿ BOP ਦੇ ਅਕੋਰਡਿੰਗ ਆਪਣੇ ਸਿਰਫ ਦੋ ਹੀ ਚੀਜ਼ਾਂ ਬਣਦੀਆਂ ਨੇ, ਇੱਕ FII ਬਣਦਾ, ਇੱਕ ਸਾਡੇ ਵਾਸਤੇ ਕੀ ਬਣਦਾ, FDI ਬਣਦਾ। FII ਜਿਹਦੇ ਵਿੱਚ ਅਸੀਂ ਇਕੱਲੇ ਸ਼ੇਅਰਸ ਪਰਚੇਸ ਕਰਦੇ ਹਾਂ, ਫੋਰਨ ਕੰਟਰੀ ਵਾਲੇ ਸਾਡੀ ਇੰਡੀਅਨ ਕੰਪਨੀ ਦੇ ਸ਼ੇਅਰਸ ਨੂੰ। ਠੀਕ ਹੈ, FDI ਦੇ ਵਿੱਚ ਫੋਰਨ ਕੰਟਰੀ ਵਾਲੇ ਸਾਡੀ ਇੰਡੀਅਨ ਕੰਪਨੀ ਦੀ ਓਨਰਸ਼ਿਪ ਨੂੰ ਹੀ ਕੀ ਕਰ ਲੈਂਦੇ ਨੇ, ਪਰਚੇਸ ਕਰ ਲੈਂਦੇ ਨੇ, ਟੂ ਵੇ ਆਫ ਡਾਇਰੈਕਟ ਕੰਟਰੋਲ, ਸਾਡੇ ਉੱਤੇ ਡਾਇਰੈਕਟ ਕੰਟਰੋਲ ਕਰਨ ਵਾਸਤੇ ਤੁਹਾਨੂੰ ਅਸੀਂ ਕੀ ਬੋਲਦੇ ਆ, FDI ਬੋਲਦੇ ਆ। FDI ਮਤਲਬ ਫੋਰਨ ਡਾਇਰੈਕਟ ਇਨਵੈਸਟਮੈਂਟ। ਚੀਜ਼ ਸਮਝ ਆ ਗਈ ਬੇਟੇ? ਦੋਨੋਂ ਅਕਾਊਂਟ ਪਤਾ ਲੱਗ ਗਏ। ਕਰੰਟ ਅਕਾਊਂਟ ਕੀ ਹੁੰਦਾ ਹੈ, ਜਦੋਂ ਇਕੱਲੇ ਗੁਡਸ ਔਰ ਸਰਵਿਸਿਜ਼ ਦੀ ਗੱਲ ਕੀਤੀ ਜਾਂਦੀ ਹੈ। ਕੈਪਿਟਲ ਅਕਾਊਂਟ ਜਦੋਂ ਦੋਨਾਂ ਚੀਜ਼ਾਂ ਦੀ ਗੱਲ ਕੀਤੀ ਜਾਊਗੀ। ਕੈਪਿਟਲ ਅਕਾਊਂਟ ਮਤਲਬ ਐਸਿਡ ਦੀ ਲਿਬਿਲਿਟੀ ਦੇ ਘਟਨੇ ਵਧਣੇ ਦੀ ਗੱਲ ਕੀਤੀ ਜਾਊਗੀ, ਮਤਲਬ ਬੋਰਿੰਗ ਔਰ ਲੈਂਡਿੰਗ ਦੀ ਗੱਲ ਕੀਤੀ ਜਾਊਗੀ। ਠੀਕ ਹੈ, ਉਸ ਤੋਂ ਬਾਅਦ ਉਸ ਦੇ ਵਿੱਚ ਕੀ ਕੀਤਾ ਜਾਊਗਾ, ਤੁਹਾਡੇ ਆਪਣੇ ਫੋਰਨ ਇਨਵੈਸਟਮੈਂਟ ਦੇ ਵਿੱਚ ਉਸ 'ਚ ਪੋਰਟਫੋਲੀਓ ਬਣਾਇਆ ਜਾਊਗਾ, ਇਕੱਲੇ ਸ਼ੇਅਰਸ ਪਰਚੇਸ ਕੀਤੇ ਜਾਣਗੇ, ਕੋਈ ਵੀ ਓਨਰਸ਼ਿਪ ਨਹੀਂ ਹੋਊਗੀ, ਤਾਂ ਉਹਨੂੰ ਅਸੀਂ FII ਬੋਲਦੇ ਹਾਂ। ਜਿਹਦੇ ਵਿੱਚ ਸ਼ੇਅਰਸ ਹੀ ਪਰਚੇਸ ਕਰ ਲਿੱਤੇ ਜਾਣ ਔਰ ਓਨਰਸ਼ਿਪ ਵੀ ਪਰਚੇਸ ਕਰ ਲਿੱਤੀ ਜਾਵੇ, ਉਹਨੂੰ ਅਸੀਂ ਕੀ ਬੋਲਦੇ ਆ, FDI ਬੋਲਦੇ ਆ। ਠੀਕ ਹੈ, ਮੀਨੂ ਠਾਕੁਰ ਇਨ ਬੋਥ ਸ਼ੇਅਰਸ ਆਰ ਪਰਚੇਸਡ। ਬੇਟੇ ਲਿਟਰਲੀ ਮੈਂ ਸਮਝ ਨਹੀਂ ਪਾਇਆ ਤੁਸੀਂ ਲਿਖਣਾ ਕੀ ਚਾਹੁੰਦੇ ਹੋ। ਦੋਨਾਂ ਸਾਈਡਸ ਦੇ ਵਿੱਚ ਸ਼ੇਅਰਸ ਪਰਚੇਸ ਨਹੀਂ ਹੁੰਦੇ, ਦੋਨਾਂ ਸਾਈਡ ਤੇ ਪਰਚੇਸ ਕਰ ਸਕਦੇ ਹੋ, ਬਟ ਉਹਦੇ ਵਿੱਚ ਤੁਹਾਡੀ ਓਨਰਸ਼ਿਪ ਵੀ ਲੈ ਲੈਂਦੇ ਹੋ ਕੰਪਨੀ ਦੀ, ਤਾਂ ਉਹਨੂੰ ਅਸੀਂ FDI ਬੋਲਦੇ ਹਾਂ। ਲੇਕਿਨ FII ਦੇ ਵਿੱਚ ਓਨਰਸ਼ਿਪ ਨਹੀਂ ਜਾਂਦੀ, ਇਕੱਲੇ ਸਿਰਫ ਸ਼ੇਅਰਸ ਦੀ ਟ੍ਰਾਂਸਫਰ ਹੁੰਦੀ ਹੈ ਇੱਕ ਕੰਟਰੀ ਦੀ ਦੂਸਰੀ ਕੰਟਰੀ ਦੇ ਵਿੱਚ, ਜਾਂ ਦੂਸਰੀ ਕੰਟਰੀ ਦੀ ਪਹਿਲੀ ਕੰਟਰੀ ਦੇ ਵਿੱਚ। ਠੀਕ ਹੈ, ਉਸ 'ਚ ਓਨਰਸ਼ਿਪ ਨਹੀਂ ਹੁੰਦੀ, ਉਹਨੂੰ ਅਸੀਂ FII ਬੋਲਦੇ ਹਾਂ। ਠੀਕ ਹੈ ਜੀ, ਐਨੀਵਨ ਐਲਸ ਹੈਵ ਅ ਡਾਊਟ? ਹੁਣ ਧਿਆਨ ਰੱਖਿਓ ਬੇਟੇ, ਕਰੰਟ ਅਕਾਊਂਟ ਤਾਂ ਸਿੰਗਲ ਅਕਾਊਂਟ ਹੈ, ਲੇਕਿਨ ਤੁਹਾਡਾ ਆਪਣਾ ਜਿਹੜਾ ਕੈਪੀਟਲ ਅਕਾਊਂਟ ਹੈ ਉਹਦੇ ਵਿੱਚ ਮੈंने ਤੁਹਾਡਾ ਆਪਣਾ ਫਾਈਨੈਂਸ਼ੀਅਲ ਅਕਾਊਂਟ ਵੀ ਮਿਕਸ ਕੀਤਾ ਹੈ, ਕਿਉਂਕਿ ਫਾਈਨੈਂਸ਼ੀਅਲ ਅਕਾਊਂਟ 'ਚ ਸ਼ੇਅਰਸ ਦੀ ਗੱਲ ਕੀਤੀ ਸੀ ਨਾ, ਬਟ IMF ਨੇ ਕੀ ਕਿਹਾ ਸੀ, ਤੁਸੀਂ 3 ਅਕਾਊਂਟ ਬਣਾਓ, ਪਰ ਇੰਡੀਆ ਵਾਲੇ ਆਪਣੇ 2 ਹੀ ਬਣਾਉਂਦੇ ਨੇ, ਤਾਂ 2 ਦੇ ਵਿੱਚ ਹੀ ਸਾਨੂੰ ਆਪਣੀ ਸ਼ੇਅਰਸ ਦੀ ਗੱਲ ਕਰਤੀ ਹੈ ਮੇਰੇ ਨਾਲ। ਠੀਕ ਹੈ, ਬੋਰਿੰਗ ਐਂਡ ਲੈਂਡਿੰਗ ਵਾਲਾ ਕੇਸ ਵੀ ਆ ਗਿਆ, ਤੁਹਾਡਾ ਆਪਣਾ ਫੋਰਨ ਇਨਵੈਸਟਮੈਂਟ ਵਾਲਾ ਕੇਸ ਵੀ ਆ ਗਿਆ। ਇਹ ਧਿਆਨ ਰੱਖਣਾ। ਕਲੀਅਰ ਹੈ ਬੇਟੇ? ਹੁਣ ਉਸ ਚੀਜ਼ਾਂ ਦੀ ਆਪਾਂ ਦੁਬਾਰਾ ਤੋਂ ਮੈंने ਵੈਸੇ ਨਟਸ਼ੈਲ 'ਚ ਤੁਹਾਨੂੰ ਸਾਰਾ ਦੱਸਤਾ, ਬਟ ਹੁਣ ਅੱਗੇ ਆਪਾਂ ਉਹਦੀ ਡੈਫੀਨੇਸ਼ਨ ਕਰ ਰਹੇ ਹਾਂ। ਠੀਕ ਹੈ, ਇੱਕ ਵਾਰ ਮੈਨੂੰ ਯੈਸ ਕਰ ਦਿਓ ਕਿ ਸਾਨੂੰ ਸਮਝ ਆ ਗਿਆ, ਤਾਂ ਕਿ ਮੈਂ ਥੋੜਾ ਬਹੁਤ ਅੱਗੇ ਵਧਾਂ ਔਰ ਤੁਹਾਨੂੰ ਡੈਫੀਨੇਸ਼ਨ ਦੱਸਾਂ ਕੀ ਹੁੰਦੀ ਹੈ। ਠੀਕ ਹੈ, ਬਸ ਇੰਨਾ ਦਿਮਾਗ 'ਚ ਰੱਖਿਓ, ਕੈਪੀਟਲ ਅਕਾਊਂਟ ਦੇ ਵਿੱਚ, ਕਰੰਟ ਅਕਾਊਂਟ ਦੇ ਵਿੱਚ ਇਕੱਲੀ ਗੁਡਸ ਐਂਡ ਸਰਵਿਸ ਦੀ ਗੱਲ ਕੀਤੀ ਜਾਊਗੀ, ਉਹਦਾ ਇੰਪੈਕਟ ਐਸੈਟ ਔਰ ਲਿਬਿਲਿਟੀ ਦੇ ਉੱਤੇ ਨਹੀਂ ਪੈਂਦਾ। ਠੀਕ ਹੈ, ਕਿਉਂਕਿ ਐਸੈਟ ਔਰ ਲਿਬਿਲਿਟੀ ਦਾ ਇੰਪੈਕਟ ਕੈਪੀਟਲ ਅਕਾਊਂਟ 'ਚ ਪੈਂਦਾ ਇਕੱਲਾ। ਠੀਕ ਹੈ, ਕਰੰਟ ਅਕਾਊਂਟ 'ਚ ਇਕੱਲੀ ਗੁਡਸ ਐਂਡ ਸਰਵਿਸ ਦੀ ਗੱਲ ਕੀਤੀ ਜਾਊਗੀ, ਐਸੈਟ ਔਰ ਲਿਬਿਲਿਟੀ ਦੀ ਗੱਲ ਨਹੀਂ ਕੀਤੀ ਜਾਂਦੀ। ਕੈਪੀਟਲ ਅਕਾਊਂਟ ਦੇ ਵਿੱਚ ਐਸੈਟ ਲਿਬਿਲਿਟੀ ਦੀ ਗੱਲ ਕੀਤੀ ਜਾਊਗੀ, ਗੁਡਸ ਐਂਡ ਸਰਵਿਸ ਦੀ ਗੱਲ ਨਹੀਂ ਕੀਤੀ ਜਾਊਗੀ। ਇਹ ਧਿਆਨ ਰੱਖਿਓ, ਮੇਨ ਡਿਫਰੈਂਸ ਇਹੀ ਹੈ। ਠੀਕ ਹੈ, ਨੈਕਸਟ ਆਫ ਥੋੜਾ ਜਿਹਾ ਪੁਆਇੰਟ ਰਹਿ ਗਿਆ ਹੁਣ ਅੱਗੇ ਪੜਨ ਵਾਲਾ। ਦੇਖੋ ਕਹਿੰਦਾ ਕਿ ਇਸ ਪੁਆਇੰਟ ਦੇ ਵਿੱਚ, ਇਹਦੇ ਵਿੱਚ ਇੱਕ ਰੈੱਡ ਅਕਸ਼ਰ 'ਚ ਬੋਲਡ ਕੀਤਾ ਵਰਡ ਦਿਖ ਰਿਹਾ ਹੋਊਗਾ, ਆਫੀਸ਼ੀਅਲ ਰਿਜ਼ਰਵ ਅਕਾਊਂਟ। ਇਹ ਧਿਆਨ ਰੱਖਣਾ, ਕਈ BOP ਬੁੱਕਸ 'ਚ ਲਿਖਿਆ ਹੋਇਆ ਹੈ BOP ਦੇ ਬਾਰੇ ਕਿ ਜਿਹੜਾ ਤੁਹਾਡਾ ਆਫੀਸ਼ੀਅਲ ਰਿਜ਼ਰਵ ਅਕਾਊਂਟ ਹੁੰਦਾ ਹੈ ਉਹ ਤੀਸਰਾ ਅਕਾਊਂਟ ਹੁੰਦਾ ਹੈ, ਬਟ ਤੁਸੀਂ ਗਲਤੀ ਨਹੀਂ ਕਰਨੀ। ਅਕਾਊਂਟ ਸਾਡੇ ਪਾਸ ਸਿਰਫ 2 ਹੀ ਹੁੰਦੇ ਨੇ, ਦੈਟਸ ਕਾਲਡ ਅ ਕਰੰਟ ਅਕਾਊਂਟ ਔਰ ਦੈਟਸ ਕਾਲਡ ਅ ਕੈਪੀਟਲ ਅਕਾਊਂਟ। ਜਿਹੜਾ ਆਫੀਸ਼ੀਅਲ ਰਿਜ਼ਰਵ ਅਕਾਊਂਟ ਹੈ ਉਹ BOP ਦੇ ਇੱਕ ਤਰ੍ਹਾਂ ਦਾ ਪਾਰਟ ਬਣਾ ਦਿੱਤਾ ਜਾਂਦਾ, ਪਰ ਉਹਦਾ ਕੰਪੋਨੈਂਟ ਨਹੀਂ ਹੈਗਾ। ਪਾਰਟ ਮਤਲਬ ਹੁਣ ਇਹ ਦੱਸਦਾ ਇਹਦੇ 'ਚ ਹੁੰਦਾ ਕੀ ਹੈ। ਚਲੋ ਪਹਿਲਾਂ ਤਾਂ ਇਹਦੀ ਡੈਫੀਨੇਸ਼ਨ ਕਰਦੇ ਹਾਂ ਕਰੰਟ ਅਕਾਊਂਟ ਦੀ, ਕੈਪੀਟਲ ਅਕਾਊਂਟ ਦੀ। ਆਫੀਸ਼ੀਅਲ ਕਰੰਟ ਰਿਜ਼ਰਵ ਅਕਾਊਂਟ ਦੀ ਤੁਹਾਡੇ ਨਾਲ ਮੈਂ ਫੇਰ ਗੱਲ ਕਰਦਾ, ਕਿਉਂਕਿ ਕਨਫਿਊਜ਼ਨ ਹੋ ਜਾਊਗੀ ਇਹਦੇ ਵਿੱਚ। ਠੀਕ ਹੈ, ਪਹਿਲਾਂ ਡੈਫੀਨੇਸ਼ਨ ਦੇਖੋ ਕੀ ਕਹਿੰਦੇ ਦੋਨਾਂ ਦੀ, ਕਰੰਟ ਅਕਾਊਂਟ ਦੀ ਵੀ ਔਰ ਤੁਹਾਡੇ ਆਪਣੇ I mean to say ਕੈਪੀਟਲ ਅਕਾਊਂਟ ਦੀ ਵੀ। ਤਾਂ ਪਹਿਲਾ ਫਸਟ ਪੁਆਇੰਟ ਆਉਂਦਾ ਆਫੀਸ਼ੀਅਲ ਰਿਜ਼ਰਵ ਅਕਾਊਂਟ ਵਾਲਾ, ਤੁਹਾਨੂੰ ਬਾਅਦ ਦੇ ਵਿੱਚ ਦੱਸਦਾ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਹੁੰਦੀਆਂ ਨੇ ਇਹਦੇ 'ਚ। ਚਲੋ ਕਰੰਟ ਅਕਾਊਂਟ 'ਚ ਦੇਖੋ ਕੀ ਕਹਿੰਦਾ, ਕਰੰਟ ਅਕਾਊਂਟ ਰਿਕਾਰਡਸ
receipts and payment of foreign exchange on the account of such transaction। थोड़ा डीपली पढ़ने की कोशिश करियो। करंट अकाउंट रिकॉर्ड्स, कहंदा करंट अकाउंट की रिकॉर्ड करदा है सारी रिसीट्स ਨੂੰ। रिसीट्स मतलब ਤੁਹਾਨੂੰ ਦੱਸ ਹੀ ਚੁੱਕਿਆ, ਜਿਹਦੇ ਨਾਲ ਪੈਸਾ ਕੀ ਹੋਊਗਾ ਆਊਗਾ, मतलब इनफ्लो होगा, ठीक है। एंड पेमेंट, पैसा जाऊगा यानी कि पैसा आउटफ्लो होगा। केड़ा पैसा आउटफ्लो होगा, केड़ा पैसा इनफ्लो होगा ऑफ द फॉरेन एक्सचेंज। फॉरेन एक्सचेंज ਤੁਹਾਨੂੰ ਦੱਸ ਹੀ ਚੁੱਕਿਆ फॉरेन करेंसी ਹੁੰਦੀ है। ऑन सच अकाउंट ऑफ सच ट्रांजैक्शन, उस ਉਹ ट्रांजैक्शन विच डू, ਇੱਥੇ ਗਲਤ ਲਿਖਿਆ ਵੀ ਤੇ डू नॉट कर लियो, डू नॉट, ठीक है। डू नॉट इंपैक्ट एसेट एंड लायबिलिटी स्टेटस ऑफ द कंट्री इन रिलेशन टू द रेस्ट ऑफ वर्ल्ड। ਇਹਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ। ਕਰੰਟ ਅਕਾਊਂਟ ਉਹ ਐਂਟਰ ਰਿਕਾਰਡ ਕਰੂਗਾ ਜਿਹੜੀ ਇੱਕ ਕੰਟਰੀ ਦੀ ਐਸੈਟ ਤੇ ਲਾਇਬਿਲਿਟੀ ਤੇ ਸਟੇਟਸ ਨੂੰ ਕੀ ਨਹੀਂ ਕਰੂਗਾ, ਇੰਪੈਕਟ ਨਹੀਂ ਕਰੂਗਾ, ਉਹ ਐਂਟਰ ਰਿਕਾਰਡ ਕਰੂਗਾ। ਹੁਣ ਕਰੰਟ ਅਕਾਊਂਟ ਦੇ ਵਿੱਚ ਕਿਹੜੀ ਐਂਟਰੀ ਰਿਕਾਰਡ ਕਰਦੇ ਸੀ ਅਸੀਂ? ਗੁੱਡਸ ਦੀ ਐਂਟਰੀ ਰਿਕਾਰਡ ਕਰਦੇ ਸੀ, ਠੀਕ ਹੈ। ਅਸੀਂ ਸਰਵਿਸਿਜ਼ ਦੀ ਐਂਟਰੀ ਰਿਕਾਰਡ ਕਰਦੇ ਸੀ ਜਾਂ ਯੂਨੀਲੈਟਰਲ ਟ੍ਰਾਂਸਫਰ ਦੀ ਐਂਟਰੀ ਰਿਕਾਰਡ ਕਰਦੇ ਸੀ। ਉਹੀ ਐਂਟਰੀ ਰਿਕਾਰਡ ਕਰਨਗੇ ਕੀਤੀ ਜਾਣਗੀਆਂ। एसिड वाली लायबिलिटी वाली एंट्रियां रिकॉर्ड नहीं की जाएंगियां, चाहे एसिड्स वधन, ठीक है, चाहे एसिड्स घटन, चाहे लायबिलिटी वधे, चाहे लायबिलिटी घटे, ठीक है। करंट अकाउंट का एसिड और लायबिलिटी के स्टेटस के नाल ना ही मेरी कंट्री का एसिड और लायबिलिटी, ना ही दूसरी कंट्री का एसिड और लायबिलिटी का करंट अकाउंट के नाल दूर दूर तक कोई रिलेशन नहीं हैगा। ਜਿਹਦੇ ਵਿੱਚ ਮੈਨੇ ਉਹ ਕੀ ਮੈਂਸ਼ਨ ਕੀਤਾ ਹੈ ਵਿਚ ਡੂ ਨਾਟ ਇੰਪੈਕਟ ਐਸੈਟ ਲਾਇਬਿਲਿਟੀ, ਜਿਹਦਾ ਐਸੈਟ ਲਾਇਬਿਲਿਟੀ ਤੇ ਕੋਈ ਇੰਪੈਕਟ ਨਹੀਂ ਪੈਂਦਾ ਕਿਸੇ ਕੰਟਰੀ ਦੇ ਸਟੇਟਸ ਦਾ। ਰਿਸੀਟ ਐਂਡ ਪੇਮੈਂਟ ਅਕਾਊਂਟ ਦੀ ਐਂਟਰੀਆਂ ਸਿਰਫ ਉਹੀ ਕਰੰਟ ਅਕਾਊਂਟ 'ਚ ਰਿਕਾਰਡ ਕੀਤੀਆਂ ਜਾਣਗੀਆਂ ਵਿਚ ਰਿਲੇਟ ਟੂ, ਜੋ ਕਿਹਦੇ ਨਾਲ ਰਿਲੇਟ ਕਰਦੀਆਂ ਤੁਹਾਡੀ ਆਪਣੀ ਗੁੱਡਸ ਐਂਡ ਸਰਵਿਸ ਨਾਲ ਰਿਲੇਟ ਕਰੂਗੀ, ਨਾ ਕਿ ਐਸੈਟ ਐਂਡ ਲਾਇਬਿਲਿਟੀਜ਼ ਨਾਲ ਰਿਲੇਟ ਕਰੂਗੀ। ਇਹ ਧਿਆਨ ਰੱਖਣਾ। ਫਸਟ ਪੁਆਇੰਟ ਦੀ ਗੱਲ ਕੀਤੀ ਗਈ ਕਰੰਟ ਅਕਾਊਂਟ ਦੇ ਵਿੱਚ। ਸੈਕੰਡ ਪੁਆਇੰਟ ਕੀ ਕਹਿੰਦਾ? ਸੈਕੰਡ ਪੁਆਇੰਟ ਕੀ ਕਹਿੰਦਾ, ਠੀਕ ਹੈ। ਸੈਕੰਡ ਪੁਆਇੰਟ ਕੀ ਕਹਿੰਦਾ? ਸੈਕੰਡ ਪੁਆਇੰਟ ਕਹਿੰਦਾ ਕਰੰਟ ਅਕਾਊਂਟ ਟ੍ਰਾਂਜੈਕਸ਼ਨ ਡੂ ਨਾਟ ਗਿਵ ਰਾਈਜ਼ ਟੂ ਫਿਊਚਰ ਕਲੇਮ। ਹੁਣ ਕਰੰਟ ਅਕਾਊਂਟ ਦੇ ਵਿੱਚ ਫਿਊਚਰ ਕਲੇਮ ਦੀ ਕੋਈ ਵੀ ਐਂਟਰੀ ਅਰਾਈਜ਼ ਨਹੀਂ ਕੀਤੀ ਜਾਊਗੀ। ਕਾਰਨ ਕੀ ਹੈ? ਕਿਉਂਕਿ ਫਿਊਚਰ ਕਲੇਮ ਉਹ ਹੁੰਦਾ ਜੋ ਸਾਨੂੰ ਫਿਊਚਰ ਦੇ ਵਿੱਚ ਪੇਮੈਂਟ ਕਰਨੀ ਹੈ, ਹਨਾ। ਫਿਊਚਰ ਦੇ ਵਿੱਚ ਪੇਮੈਂਟ ਕਰਨੀ ਹੈ, ਗੁੱਡਸ ਅੱਜ ਪਰਚੇਸ ਕਰ ਲਿਆ, ਨਾਲ ਦੇ ਨਾਲ ਪੇਮੈਂਟ ਕਰਤੀ, ਫਿਊਚਰ ਦੇ ਵਿੱਚ ਕੋਈ ਰਹੂਗਾ? ਕੁਝ ਵੀ ਨਹੀਂ ਰਹੂਗਾ। ਇੱਥੇ ਗੱਲ ਧਿਆਨ ਰੱਖਣਾ, ਕਰੰਟ ਅਕਾਊਂਟ ਰਿਲੇਟ ਕਰਦਾ ਗੁੱਡਸ ਐਂਡ ਸਰਵਿਸ ਦੇ ਨਾਲ, ठीक है, ਜਿਹਦੇ ਵਿੱਚ ਫਿਊਚਰ ਦੀ ਸਾਨੂੰ ਕੋਈ ਵੀ ਪੇਮੈਂਟ ਨਹੀਂ ਕਰਨੀ। ਇਸ 'ਚ ਜਿਹੜੀ ਪੇਮੈਂਟ ਕੀਤੀ ਜਾਂਦੀ ਹੈ ਇਮੀਡੀਏਟਲੀ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ, ਇਮੀਡੀਏਟਲੀ ਪੇਮੈਂਟ ਕਰ ਦਿੱਤੀ ਜਾਂਦੀ ਹੈ, 1 ਦਿਨ ਬਾਅਦ 2 ਦਿਨ ਬਾਅਦ, ਲੌਂਗ ਟਾਈਮ ਤੱਕ ਉਹਨੂੰ ਬੈਕਲੌਗ 'ਚ ਨਹੀਂ ਰੱਖਿਆ ਜਾਂਦਾ। ਇਹ ਧਿਆਨ ਰੱਖਣਾ। ਕਰੰਟ ਅਕਾਊਂਟ ਦੇ ਵਿੱਚ ਕੋਈ ਵੀ ਫਿਊਚਰ ਕਲੇਮ ਦੀ ਐਂਟਰੀ ਅਰਾਈਜ਼ ਨਹੀਂ ਹੁੰਦੀ, ਠੀਕ ਹੈ। ਦੈਟਸ ਕੋਲਾ ਕਰੰਟ ਅਕਾਊਂਟ। ਹੁਣ ਦੇਖੋ ਅੱਗੇ ਕਰੰਟ ਅਕਾਊਂਟ ਦੇ ਕੰਪੋਨੈਂਟ ਕਿਹੜੇ ਕਿਹੜੇ ਨੇ, ਇਹ ਆਲਰੇਡੀ ਪਹਿਲੇ ਵਾਲੀ ਪੁਆਇੰਟ 'ਚ ਆ ਚੁੱਕਿਆ ਜਦ ਤੁਹਾਨੂੰ ਇਕੱਲਾ ਸਮਝਾਇਆ ਜਾ ਰਿਹਾ। ਜਿਹੜੀ ਚੀਜ਼ 'ਚ ਅਸੀਂ ਗੱਲ ਕਰਾਂਗੇ ਗੁੱਡਸ ਔਰ ਸਰਵਿਸਿਜ਼ ਦੀ, ਚਾਹੇ ਉਹ ਤੁਸੀਂ ਐਕਸਪੋਰਟ ਕਰਦੇ ਹੋ, ਚਾਹੇ ਤੁਸੀਂ ਉਹ ਇੰਪੋਰਟ ਕਰਦੇ ਹੋ, ਜਾਂ ਫਿਰ ਗੱਲ ਕਰਾਂਗੇ ਅਸੀਂ ਕਰੰਟ ਅਕਾਊਂਟ ਦੇ ਅਕੋਰਡਿੰਗ ਯੂਨਿਟ ਟ੍ਰਾਂਸਫਰ ਦੀ। ਯੂਨਿਟ ਟ੍ਰਾਂਸਫਰ ਮੈਂ ਤੁਹਾਨੂੰ ਦੱਸ ਚੁੱਕਿਆ, ਜੇ ਟ੍ਰਾਂਸਫਰ ਫॉर फ्री ਕੀਤੀ ਜਾਂਦੀ ਹੈ, ਬਦਲੇ 'ਚ ਕੁਝ ਵਾਪਿਸ ਨਹੀਂ ਲਿੱਤਾ ਜਾਂਦਾ, ਚਾਹੇ ਉਹ ਗ੍ਰਾਂਟ ਦੀ ਫਾਰਮ 'ਚ ਹੈ, ਚਾਹੇ ਤੁਹਾਡੀ ਡੋਨੇਸ਼ਨ ਦੀ ਫਾਰਮ ਦੇ ਵਿੱਚ ਹੈ ਜਾਂ ਗਿਫਟ ਦੀ ਫਾਰਮ 'ਚ ਹੈ, ਇਹ ਕਰੰਟ ਅਕਾਊਂਟ ਦੇ ਕੰਪੋਨੈਂਟ ਵਿੱਚ ਰੱਖੇ ਜਾਣਗੇ। ਹੁਣ ਤੁਹਾਡੇ ਸਾਹਮਣੇ ਦੇਖੋ ਇਸ 'ਚ ਕਿਤੇ ਐਸੈਟ ਲਾਇਬਿਲਿਟੀ ਦੀ ਗੱਲ ਕੀਤੀ ਹੈ? ਨਹੀਂ ਕੀਤੀ। ਤਾਂ ਕਰੰਟ ਅਕਾਊਂਟ ਦੀ ਡੈਫੀਨੇਸ਼ਨ ਕਹਿੰਦੀ ਸੀ ਜਿਹੜੀ ਐਸੈਟ ਲਾਇਬਿਲਿਟੀ ਦੇ ਕਿਸੇ ਕੰਟਰੀ ਦੇ ਸਟੇਟਸ ਨੂੰ ਨਹੀਂ ਇੰਪੈਕਟ ਕਰਦਾ ਉਹਨੂੰ ਅਸੀਂ ਉਹ ਐਂਟਰੀ ਰਿਕਾਰਡ ਕੀਤੇ ਜਾਣਗੇ। ਹੁਣ ਕਿਹੜੀ ਕਿਹੜੀ ਐਂਟਰੀ ਰਿਕਾਰਡ ਕੀਤੀ ਜਾਣਗੀਆਂ? ਉਹ ਚਾਹੇ ਤੁਹਾਡੀ ਗੁੱਡਸ ਵਾਲੀ ਐਂਟਰੀਆਂ ਨੇ, ਚਾਹੇ ਤੁਹਾਡੇ ਵਾਸਤੇ ਸਰਵਿਸ ਦੀ ਐਂਟਰੀਆਂ ਨੇ, ਚਾਹੇ ਤੁਹਾਡੇ ਵਾਸਤੇ ਯੂਨਿਟ ਟ੍ਰਾਂਸਫਰ ਦੀ ਐਂਟਰੀਆਂ ਨੇ, ਸਿਰਫ ਉਹੀ ਐਂਟਰੀ ਕੀਤੀ ਜਾਣਗੀਆਂ, ਰਿਕਾਰਡ ਕੀਤੀ ਜਾਣਗੀਆਂ। ਇਹ ਸਾਡੇ ਵਾਸਤੇ ਕੀ ਹੈ? ਕਰੰਟ ਅਕਾਊਂਟ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਗੀਤੂ ਸਿੰਘ, ਇਹ ਤੁਹਾਡੇ ਆਪਣੇ ਇਕਨੋਮਿਕ ਇਸ਼ੂਜ਼ ਦੇ ਨਾਲ ਰਿਲੇਟ ਕਰਦਾ ਹੈ, ਇਕਨੋਮਿਕ ਇਸ਼ੂਜ਼ ਦੇ ਨਾਲ, ਕਿਉਂਕਿ ਇਕਨੋਮਿਕ ਦਾ ਪੁਆਇੰਟ ਹੈ ਨਾ ਬੈਲੈਂਸ ਆਫ ਪੇਮੈਂਟ, ਇਸ ਕਰਕੇ, ਠੀਕ ਹੈ ਜੀ। ਨੈਕਸਟ ਆਓ, ਅਗਲਾ ਪੁਆਇੰਟ ਕੀ ਕਹਿੰਦਾ ਹੈ? ਕੈਪੀਟਲ ਅਕਾਊਂਟ। ਸਮਝਣ ਦੀ ਕੋਸ਼ਿਸ਼ ਕਰੋ, ਬਹੁਤ ਈਜ਼ੀ ਟੌਪਿਕ ਹੈ। ਕੈਪੀਟਲ ਅਕਾਊਂਟ ਦੇਖੋ ਕੀ ਕਹਿੰਦਾ। ਹੁਣ ਕੈਪੀਟਲ ਅਕਾਊਂਟ ਦੀ ਗੱਲ ਕਰ ਰਿਹਾ। ਹੁਣ ਦੇਖੋ ਇਹਦੇ ਵਿੱਚ ਕਰੰਟ ਅਕਾਊਂਟ 'ਚ ਕੀ ਕੀਤਾ ਸੀ? ਕਰੰਟ ਅਕਾਊਂਟ 'ਚ ਕਰਕੇ ਆਏ ਸੀ ਅਸੀਂ ਕਿ ਇਹਦੇ 'ਚ ਐਸੈਟ ਲਾਇਬਿਲਿਟੀ ਦੀ ਕਿਤੇ ਗੱਲ ਨਹੀਂ ਕੀਤੀ ਜਾਊਗੀ। ਫਿਰ ਹੁਣ ਕੈਪੀਟਲ ਗੁੱਡਸ ਵਿੱਚ ਕਿਹੜੀ ਕੀਤੀ ਜਾਊਗੀ? ਕੈਪੀਟਲ ਅਕਾਊਂਟ 'ਚ ਕਿਹੜੀ ਕੀਤੀ ਜਾਊਗੀ? ਉਹ ਰਿਸੀਟ ਕੀਤੀ ਜਾਣਗੀਆਂ ਰਿਕਾਰਡਸ, ਉਹ ਪੇਮੈਂਟ ਰਿਕਾਰਡ ਕੀਤੀ ਜਾਣਗੀਆਂ ਵਿਚ ਕੋਜ਼ ਐਨ ਇੰਪੈਕਟ ਔਨ, ਜਿਹਦਾ ਪ੍ਰਭਾਵ ਪਊਗਾ ਕਿਹਦੇ ਉੱਤੇ? ਇੱਕ ਕੰਟਰੀ ਦੀ ਐਸਿਡਸ ਉੱਤੇ ਜਾਂ ਇੱਕ ਕੰਟਰੀ ਦੀ ਲਾਇਬਿਲਿਟੀ ਦੇ ਸਟੇਟਸ ਦੇ ਉੱਤੇ ਇੰਪੈਕਟ ਪਊਗਾ। ਉਹਨੂੰ ਅਸੀਂ ਕਿਹੜੀ ਐਂਟਰੀ ਨਾਲ ਰਿਕਾਰਡ ਕਰਾਂਗੇ? ਕਿਹੜੇ ਅਕਾਊਂਟ 'ਚ ਰਿਕਾਰਡ ਕਰਦੇ ਆ? ਕੈਪੀਟਲ ਅਕਾਊਂਟ ਦੇ ਵਿੱਚ ਰਿਕਾਰਡ ਕਰਦੇ ਆ। ਕਰੰਟ ਅਕਾਊਂਟ 'ਚ ਕਿਹੜੀ ਰਿਕਾਰਡ ਕੀਤੀਆਂ ਸੀਗੀਆਂ? ਗੁੱਡਸ ਐਂਡ ਸਰਵਿਸਿਜ਼। ਹੁਣ ਇਸ 'ਚ ਅਸੀਂ ਕਿਹੜੀ ਰਿਕਾਰਡ ਕਰਾਂਗੇ?
ਜਿਹੜੀ ਬੋਰਿੰਗ ਕੀਤੀਆਂ ਸੀ ਸਾਨੇ ਉਧਾਰ ਲਿੱਤਾ ਸੀਗਾ ਤਾਂ ਲਿਬਿਲਿਟੀ ਵੱਧ ਗਈ ਸੀ ਕਿਉਂਕਿ ਉਧਾਰ ਲਿੱਤਾ ਤਾਂ ਬਾਅਦ ਚ ਦੇਣਾ ਵੀ ਪਊਗਾ ਹਨਾ। ਜਾਂ ਫਿਰ ਲੈਂਡਿੰਗ ਜਦੋਂ ਉਧਾਰ ਦਿੱਤਾ ਸੀ ਤਾਂ ਸਾਡੀ ਐਸਿਡ ਬਣ ਗਈ ਹਨਾ। ਆਹ ਵਾਲੀ ਪੁਆਇੰਟ ਆ ਜਾਣਗੇ। ਜਾਂ ਫਿਰ ਕੈਪਿਟਲ ਅਕਾਊਂਟ ਦੇ ਵਿੱਚ ਕਿਹੜੀ ਚੀਜ਼ਾਂ ਕੀਤੀਆਂ ਸੀ, FII ਕੀਤਾ ਸੀ ਜਾਂ FDI ਕੀਤਾ ਸੀ, ਆਹ ਚੀਜ਼ਾਂ ਕੀਤੀਆਂ ਜਾਣਗੀਆਂ, ਨਾ ਕਿ ਗੁੱਡਸ ਐਂਡ ਸਰਵਿਸਿਜ਼ ਕੀਤੀਆਂ ਜਾਣਗੀਆਂ। ਕਿਉਂਕਿ ਜਦੋਂ ਤੁਸੀਂ ਆਹ ਚੀਜ਼ਾਂ ਰਿਕਾਰਡ ਕਰਦੇ ਹੋ FFI FDI ਬੋਰਿੰਗ ਐਂਡ ਲੈਂਡਿੰਗ ਦੀ ਗੱਲ, ਇਹਦੇ ਨਾਲ ਇੱਕ ਦੇਸ਼ ਦੀ ਐਸਿਡਸ ਯਾਨੀ ਕਿ ਸੰਪਤੀਆਂ ਔਰ ਇੱਕ ਦੇਸ਼ ਦੀ ਲਿਬਿਲਿਟੀਆਂ ਕੀ ਹੁੰਦੀਆਂ ਨੇ, ਪ੍ਰਭਾਵ ਪੈਂਦਾ ਉਹਨਾਂ ਚੀਜ਼ਾਂ ਦੇ ਉੱਤੇ। ਤਾਂ ਉਹ ਅਕਾਊਂਟਸ ਦੀ ਐਂਟਰੀ ਕਿਹੜੇ ਅਕਾਊਂਟਸ ਰਿਕਾਰਡ ਕੀਤੀ ਜਾਂਦੀਆਂ ਨੇ, ਉਹ ਕੈਪਿਟਲ ਅਕਾਊਂਟਸ ਵਿੱਚ ਰਿਕਾਰਡ ਕੀਤੀ ਜਾਂਦੀਆਂ ਨੇ, ਨਾ ਕਿ ਤੁਹਾਡੇ ਆਪਣੇ ਕਹਿਣ ਦਾ ਮਤਲਬ ਕਰੰਟ ਅਕਾਊਂਟਸ ਰਿਕਾਰਡ ਕੀਤੀ ਜਾਣਗੀਆਂ। ਇਹ ਧਿਆਨ ਰੱਖਣਾ, ਠੀਕ ਹੈ ਬੇਟੇ, ਸਮਝ ਆ ਗਿਆ। ਹੁਣ ਦੇਖੋ ਇਹ 'ਚ ਕੀ ਡੈਫੀਨੇਸ਼ਨ ਹੈ। ਕੈਪੀਟਲ ਅਕਾਊਂਟ ਟ੍ਰਾਂਜੈਕਸ਼ਨ ਲੀਡਸ ਟੂ ਫਿਊਚਰ ਕਲੇਮ। ਆਗੇ ਨਾ ਗੱਲ ਉਹੀ, ਕਰੰਟ ਅਕਾਊਂਟ ਦੇ ਵਿੱਚ ਤਾਂ ਕੋਈ ਵੀ ਫਿਊਚਰ ਕਲੇਮ ਰਾਈਜ਼ ਨਹੀਂ ਹੁੰਦਾ ਸੀ, ਲੇਕਿਨ ਇਹ 'ਚ ਫਿਊਚਰ ਕਲੇਮ ਰਾਈਜ਼ ਹੋਊਗਾ। ਜਿਹੜਾ ਉਧਾਰ ਲਿੱਤਾ ਜਾਂਦਾ ਹੈ, ਠੀਕ ਹੈ, ਉਹ ਲੌਂਗ ਟਾਈਮ ਦੇ ਵਾਸਤੇ ਲਿੱਤਾ ਜਾਂਦਾ ਹੈ ਕਿਉਂਕਿ ਫਿਊਚਰ 'ਚ ਉਹਦੀ ਪੇਮੈਂਟ ਲੈਣੀ ਵੀ ਹੁੰਦੀ ਹੈ ਔਰ ਫਿਊਚਰ ਵਿੱਚ ਪੇਮੈਂਟ ਉਹਦੀ ਦੇਣੀ ਵੀ ਹੁੰਦੀ ਹੈ। ਜਿਸ ਕਰਕੇ ਜਿਹੜੇ ਕੈਪੀਟਲ ਅਕਾਊਂਟ ਦੀ ਟ੍ਰਾਂਜੈਕਸ਼ਨ ਹੈ ਤੁਹਾਡੇ ਵਾਸਤੇ ਉਹ ਫਿਊਚਰ ਕਲੇਮ ਦੇ ਨਾਲ ਕੀ ਹੁੰਦੀ ਹੈ, ਰਿਲੇਟ ਕਰਦੀ ਹੈ। ਪਰ ਕਰੰਟ ਅਕਾਊਂਟ ਦੇ ਵਿੱਚ ਸਾਡੀ ਜਿਹੜੀ ਫਿਊਚਰ ਕਲੇਮ ਦੀ ਐਂਟਰੀਆਂ ਨੇ, ਠੀਕ ਹੈ, ਉਹ ਰਿਲੇਟ ਨਹੀਂ ਕੀਤੇ ਜਾਣਗੀਆਂ। ਠੀਕ ਹੈ। मीनू ठाकुर कंट्री GDP इज अ पार्ट ऑफ करंट अकाउंट ऑफ द कंट्री। GDP वाली गल रह जाए ये रखी जरूर जाऊगी बट वो रिलेट नहीं करती इस चीज़ के नाल। ग्रोस डोमैसटिक प्रोडक्शन जो थोड़ा है वो एक देश की नैशनल इनकम के रिलेट करता है, ना कि थोड़े एक देश की एक दो देशों की बैलेंस ऑफ पेमेंट के नाल। GDP इज अ पार्ट ऑफ इंडियन इकोनॉमी। जी बैलेंस ऑफ पेमेंट है थोड़ी फॉरेन एक्सचेंज करेंसी से रिलेट करता है, नॉट बीइंग रिलेटेड टू एनी अदर प्रोडक्शन। ठीक है, ध्यान रखना। ठीक है, नैक्सट आओ ਹੁਣ ਇਸ ਚੀਜ਼ ਦੇ ਨਾਲ ਗੱਲ ਕਰੀਏ। ਹੁਣ ਜਿਹੜੇ GDP ਦੀ ਗੱਲ ਕੀਤੀ ਹੈ ਉਹ ਤੁਹਾਡੇ ਆਪਣੇ ਨੈਸ਼ਨਲ ਇਨਕਮ ਦੀ ਗੱਲ ਹੈ, ਪਰ ਜਿਹੜੇ ਤੁਹਾਡੇ ਆਪਣੇ ਫੋਰਨ ਐਕਸਚੇਂਜ ਆ ਉਹ ਕੱਲੇ ਫੋਰਨ ਕੰਟਰੀ ਦੀ ਗੱਲ ਦੇ ਨਾਲ ਕਰਦਾ, ਫੋਰਨ ਕਰੰਸੀ ਦੀ ਗੱਲ ਕਰਦਾ ਇਹਦੇ ਵਿੱਚ। ਠੀਕ ਹੈ, ਨੈਕਸਟ ਆਓ ਅਗਲਾ ਪੁਆਇੰਟ, ਕੰਪੋਨੈਂਟਸ ਕੀ ਨੇ ਕਹੋ ਤੁਹਾਡੇ ਆਪਣੇ ਕੈਪੀਟਲ ਗੁੱਡਸ ਦੇ। ਵੈਰੀ ਗੁੱਡ ਮੀਨੂ, ਵੈਸੇ ਤਾਂ ਠੀਕ ਹੈ ਬਹੁਤ ਐਕਟਿਵ ਸਟੇਟ ਨਾਲ ਚੱਲ ਰਹੇ ਬੇਟੇ, ਇਸ ਤਰ੍ਹਾਂ ਚੱਲਦੇ ਰਹੋ। ਠੀਕ ਹੈ, ਤਾਂ ਕਿ ਤੁਹਾਡੀ ਤਿਆਰੀ ਪ੍ਰੈਪਰੇਸ਼ਨ ਚੰਗੀ ਤਰੀਕੇ ਨਾਲ ਹੋ ਸਕੇ। ਠੀਕ ਹੈ, ਹਜੇ ਤਾਂ ਪੇਪਰ ਨੂੰ ਟਾਈਮ ਹੈ ਬਟ ਆਪਣੀ ਰੈਗੂਲਰ ਤਿਆਰੀ ਕਰਦੇ ਰਹੋ। ਕਲੀਅਰ ਹੈ ਨਾ। ਨੈਕਸਟ ਆਓ ਕੰਪੋਨੈਂਟ ਆਫ ਕੈਪੀਟਲ ਗੁੱਡ। ਹੁਣ BOP ਦੇ ਵਿੱਚ ਜਿਹੜਾ ਕਰੰਟ ਅਕਾਊਂਟ ਕੀਤਾ ਸੀ ਉਸ 'ਚ ਤੁਹਾਨੂੰ ਤਿੰਨ ਚੀਜ਼ਾਂ ਦੀ ਗੱਲ ਕੀਤੀ ਸੀ, ਵਿਜ਼ੀਬਲ ਗੁੱਡਸ ਦੀ, ਇਨਵਿਜ਼ੀਬਲ ਗੁੱਡਸ ਦੀ ਤੇ ਯੂਨਿਟ ਟ੍ਰਾਂਸਫਰ ਸੀ। ਹੁਣ ਇਹਦੇ ਵਿੱਚ ਕਿਹੜੀ ਗੱਲ ਕਰਾਂਗੇ, ਇੱਕ ਬੋਰਿੰਗ ਦੀ ਆਲਰੇਡੀ ਦੱਸ ਹੀ ਚੁੱਕਿਆ, ਇੱਕ ਫੋਰਨ ਇਨਵੈਸਟਮੈਂਟ ਦੀ। ਠੀਕ ਹੈ, ਹੁਣ ਬੋਰਿੰਗ ਦੇ ਵਿੱਚ ਇਹਦੇ ਵਿੱਚ ਕੀ ਲਿਖਿਆ ਜਾਊਗਾ, ਜਦੋਂ ਇੱਕ ਦੇਸ਼ ਤੋਂ ਉਧਾਰ ਲਿੱਤਾ ਜਾਊਗਾ मतलब कि वो लिबिलिटी बन जूगी। ठीक है, वो लिबिलिटी क्योंकि साने देश फ्यूचर के साने उसकी पेमेंट करनी है। लैंडिंग टू द रैसट ऑफ वर्ल्ड जो किसी देश को उधार दे देंगे और साडी की बन जूगी, एसिड्स बन जूगी। हुण इत्थे मैंने किते भी थोड़ी अपने गुड्स और सर्विस की गल नहीं की क्योंकि इत्थे एसिड लिबिलिटी इंपैक्ट हो रही है एक देश के स्टेटस के नाल। उस तो बाद फॉरेन इन्वेस्टमेंट की तुहानूं दो चीज़ां कराइयां सी, एक FFI कराया सीगा जो कल असीं शेयर परचेज करते किसी फॉरेन कंट्री वाले साडे इंडियन कंट्री के शेयर्स नूं परचेज करते हैं, उदों FII की गल होगी। एक आऊगा तुहाडा अपना फॉरेन डायरैक्ट इन्वेस्टमेंट जिहनूं असीं FDI बोलते हैं। जब असीं डायरैक्ट ही इंडियन कंट्री की या इंडियन कंपनी की कर लेने ओनरशिप नूं असीं की कर लेने परचेज कर लेने, ठीक है, उन्होंने तो डायरैक्ट कंट्रोल कर लेने, तो उस पॉइंट असीं की बोलते हैं फॉरेन डायरैक्ट इन्वेस्टमेंट बोलते हैं। हुण ध्यान नाल देखो, जदों तुसीं उन्हां दी ओनरशिप परचेज करोगे तो ओबवियस तुहाडी उस वास्ते वो चीज़ की बन जाऊगी, एसिड्स बन जाऊगी, है ना, क्योंकि डायरैक्ट कंट्रोल कर लिया। तो इंडियन तुसीं फॉरेन एक्सचेंज भी दोगे, करंसी भी दोगे, क्योंकि तुमने उन्होंने एक कंपनी परचेज की है जिस करके तुसीं उन्हां दे खाते 'च पैसे भी पाओगे। तो इट मीन के रिसीट और पेमेंट रेगूलर मैनर नाल चलती रहूगी, बट एक गुड्स एंड सर्विस नाल रिलेट नहीं होंदा। कैपिटल गुड्स हमेशा जिहड़ी तुहाडे कैपिटल अकाउंट हमेशा किहदे नाल रिलेट करूगा, फ्यूचर क्लेम नाल रिलेट करदा, जबकि करंट अकाउंट तुहाडे अपने फ्यूचर क्लेम नाल रिलेट नहीं करता, और सिर्फ रिलेट करदा तुहाडे अपने गुड्स एंड सर्विस नाल रिलेट करूगा। ये रिपीट कीता है, तुहाडा अपना कंपोनेंट ऑफ करंट अकाउंट या फिर कंपोनेंट ऑफ तुहाडा अपना कैपिटल अकाउंट। ठीक है बेटे, अगर इत्थे तक समझ आ गया सारे बच्चों को एक बार यस कर दो, क्योंकि मैजोरिटी अगर गल की जाए थोड़ा टॉपिक इत्थे तक कंप्लीट है। ठीक है, इत्थे तक थोड़ा टॉपिक हो चुका, उन्होंने सिलेबस के अकॉर्डिंग कंपोनेंट्स की गल की है, कंपोनेंट्स के अकॉर्डिंग तुसीं कर चुके हो, एक बार यस कर दो। उस तो थोड़ा जिहा मैंने बैलेंस करवाना है, बैलेंस मतलब कि इहनूं बैलेंस किवें कीता जाऊगा। ठीक है, हाँ जी, नैक्सट आओ अगला पॉइंट, ओवरऑल बैलेंस। हुण ओवरऑल बैलेंस किहदा निकल रहा है, ओबवियस है BOP का ही निकलूगा। हुण तुहानूं दस के भी आया सीगा, की दस्सिया सी मैंने तुहाडा जो करंट अकाउंट का बैलेंस, ठीक है, CB, उस तो बाद तुहाडे अपने कैपिटल अकाउंट का बैलेंस, ठीक है, कैप मतलब कैपिटल बैलेंस जिहड़ा तुहाडा होगा, अगर वह दोनों प्लस कर दिते जान, ठीक है, या कह सकते हैं कि एक ओवरऑल बैलेंस कदों होगा
ਜਦੋਂ ए वाली चीज़ और ए वाली चीज़ एक दूजे ਦੇ ਇਕੁਅਲ ਹੋ ਜੂਗੀ, ਵੈਸੇ ਇਕੁਅਲ ਹੁੰਦੀ ਨਹੀਂ ਹੈ, ਕੁਛ ਨਾ ਕੁਛ ਰਹਿ ਜਾਂਦਾ ਹੁੰਦਾ ਹੈ, ਅਗਰ ਇਕੁਅਲ ਹੋ ਜੂਗੀ ਤਾਂ ਮੰਨ ਕੇ ਚੱਲਾਂਗੇ ਸਾਡੇ ਜਿਹੜੇ BOP ਦਾ ਜਿਹੜਾ ਬੈਲੈਂਸ ਹੈ ਉਹ ਕੀ ਹੋ ਜੂਗਾ, ਓਵਰਆਲ ਇਕੁਅਲ ਹੋ ਜੂਗਾ। ਠੀਕ ਹੈ, ਮਤਲਬ ਕਿ ਸਭ ਨੂੰ ਚੀਜ਼ਾਂ ਨੂੰ ਪਰਚੇਸ ਕਰਾਂਗੇ, ਮਤਲਬ ਕਿ ਉਹਦਾ ਸਮ ਕਰਾਂਗੇ। ਤਾਂ ਦੇਖੋ ਕੀ ਕਹਿੰਦੇ ਇਹਦੇ ਵਿੱਚ, ਓਵਰਆਲ ਬੈਲੈਂਸ ਆਫ BOP ਦੇ ਵਿੱਚ ਪੜ੍ਹਦੇ ਫਸਟ ਪੁਆਇੰਟ ਕਹਿੰਦਾ ਕੀ ਹੈ, ਇਨ ਦ ਇੰਡੀਅਨ BOP ਅਕਾਊਂਟਿੰਗ ਸਿਸਟਮ, ਕਹਿੰਦਾ ਕਿ ਇਹਦੇ ਵਿੱਚ ਇੱਕ ਇੰਡੀਆ ਦੇ ਬੈਲੈਂਸ ਆਫ ਪੇਮੈਂਟ ਅਕਾਊਂਟਿੰਗ ਸਿਸਟਮ ਦੇ ਅਕੋਰਡਿੰਗ ओवरऑल बैलेंस ਹੁੰਦਾ ਕੀ ਹੈ, ਇਸ ਐਸਟੀਮੇਟ ਐਜ਼ ਅ ਸਮ ਮਤਲਬ ਕੀ ਹੈ, ਉਹਦਾ ਜੋੜ ਕਰ ਦੋ, ਸਭ ਚੀਜ਼ਾਂ ਨੂੰ ਆਈਟਮਾਂ ਨੂੰ ਪਲੱਸ ਕਰ ਦੋ। ਕਿਹੜੀ ਕਿਹੜੀ ਆਈਟਮ ਸਾਨੂੰ ਸਿਰਫ ਹੁਣ ਤੱਕ ਦੋ ਹੀ ਪੜੀਆਂ ਨੇ, ਇੱਕ ਕਰੰਟ ਅਕਾਊਂਟ ਦਾ ਬੈਲੈਂਸ ਪਲੱਸ ਕਰ ਦੋ, ਇੱਕ ਕੈਪੀਟਲ ਅਕਾਊਂਟ ਦਾ ਬੈਲੈਂਸ ਪਲੱਸ ਕਰ ਦੋ। ਹੁਣ ਰਾਜੇ ਥਰਡ ਪੁਆਇੰਟ ਮਿਲੂਗਾ ਤੈਨੂੰ ਐਰਰ ਐਂਡ ਓਮਿਸ਼ਨਸ। ਐਰਰ ਓਮਿਸ਼ਨ ਜਿਹੜੀ ਹੁੰਦੀਆਂ ਨੇ, ਵੈਸੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਇਹ ਜਿਹੜੀ ਹੁੰਦੀਆਂ ਨੇ ਇੱਕ ਸਟੈਟਿਕਲ ਡਿਸਕ੍ਰਿਪੈਂਸੀਜ਼ ਹੁੰਦੀਆਂ ਨੇ। ਕੀ ਹੁੰਦੀਆਂ ਨੇ? ਸਟੈਟਿਕਲ ਡਿਸਕ੍ਰਿਪੈਂਸੀਜ਼ ਹੁੰਦੀਆਂ ਨੇ। ਅਗਰ ਇਹ ਫਿਊਚਰ ਦੇ ਵਿੱਚ ਕੁਛ ਘੱਟ ਦਾ ਵਾਧਾ ਹੈਗਾ, ਅਗਰ ਫਿਊਚਰ ਦੇ ਵਿੱਚ ਕੁਛ ਘੱਟ ਦਾ ਵਾਧਾ ਹੈਗਾ, ਠੀਕ ਹੈ, ਉਹ ਇੱਕ ਜਿਹੜੀ ਇੰਡੀਅਨ ਗੌਰਮੈਂਟ ਹੈ ਜਾਂ ਫੋਰਨ ਗੌਰਮੈਂਟ ਹੈ ਉਹ ਇਹਦੇ ਵਿੱਚ ਪਾ ਦਿੰਦੀਆਂ ਨੇ। ਕਿਵੇਂ ਵੀ, ਅਗਰ ਮੰਨ ਕੇ ਚੱਲੋ ਕਰੰਟ ਅਕਾਊਂਟ ਦਾ ਬੈਲੈਂਸ ਨੈਗੇਟਿਵ ਆਉਂਦਾ, ਠੀਕ ਹੈ, ਮੰਨ ਲਓ ਇਹ ਜਿਹੜਾ ਨੈਗੇਟਿਵ ਬੈਲੈਂਸ ਹੈ, ਠੀਕ ਹੈ, ਮਰਜ ਕਰ ਦਿੱਤੇ ਤਾਂ ਪਾ ਦਿੱਤੇ ਨੇ ਕਿਹਦੇ ਵਿੱਚ, ਕੈਪੀਟਲ ਅਕਾਊਂਟ ਦੇ ਪੋਜ਼ਿਟਿਵ ਬੈਲੈਂਸ ਦੇ ਵਿੱਚ। ਤਾਂ ਵੀ ਮੰਨ ਕੇ ਚੱਲਦਾ ਕਿ BOP ਪੋਜ਼ਿਟਿਵ ਦੇ ਵਿੱਚ ਹੈ। ਠੀਕ ਹੈ, ਅਗਰ ਮੰਨ ਲਓ ਇਹ ਵੀ ਨੈਗੇਟਿਵ ਹੈ ਔਰ ਇਹ ਵੀ ਨੈਗੇਟਿਵ ਹੈ, ਠੀਕ ਹੈ, ਤੇ ਅਸੀਂ ਮੰਨ ਕੇ ਚੱਲਦੇ ਸਾਡਾ ਜਿਹੜਾ BOP ਹੈ ਉਹ ਨੈਗੇਟਿਵ ਬੈਲੈਂਸ ਸ਼ੋ ਕਰਦਾ ਹੈ। ਉਹ ਸ਼ੋ ਕਿਵੇਂ ਕਰੂਗਾ? ਤਾਂ ਥਰਡ ਪੁਆਇੰਟ ਦੇ ਵਿੱਚ ਜਿਹੜੀ ਇੰਡੀਅਨ ਗੌਰਮੈਂਟ ਹੈ ਉਹ ਦੱਸ ਦਊਗੀ ਕਿਹੜੇ ਕਿਹੜੇ ਕਾਰਨਾਂ ਕਰਕੇ ਜਿਹੜੀ ਸਾਡੀ BOP ਉਹ ਨੈਗੇਟਿਵ ਚੱਲਦੀ ਵੀ ਹੈ, ਜਾਂ ਫਿਰ ਕਿਹੜੇ ਕਿਹੜੇ ਕਾਰਨਾਂ ਕਰਕੇ ਜਿਹੜੀ BOP ਸਾਡੀ ਪੋਜ਼ਿਟਿਵ ਚੱਲਦੀ ਵੀ ਹੈ। ਤਾਂ ਐਰਰ ਓਮਿਸ਼ਨ ਮਤਲਬ ਹੁੰਦਾ ਜਿਹੜੀ ਗਲਤੀਆਂ ਜਾਂ ਜਿਹੜੀ ਮਿਸਟੇਕ ਇੰਡੀਅਨ ਗੌਰਮੈਂਟ ਕਰ ਚੁੱਕੀ ਹੈ ਜਾਂ ਫੋਰਨ ਕੰਟਰੀ ਦੇ ਨਾਲ, ਜਾਂ ਫੋਰਨ ਕੰਟਰੀ ਕਰ ਚੁੱਕੀ ਹੈ ਇੰਡੀਅਨ ਗੌਰਮੈਂਟ ਦੇ ਨਾਲ, ਉਹ ਸਾਰੀ ਚੀਜ਼ਾਂ ਕਿਹਦੇ 'ਚ ਪਾ ਦਿੱਤੀਆਂ ਜਾਣਗੀਆਂ, ਐਰਰ ਓਮਿਸ਼ਨ 'ਚ ਪਾ ਦਿੱਤੀਆਂ ਜਾਣਗੀਆਂ। ਜਦੋਂ ਅਸੀਂ ਇਹਨਾਂ ਤਿੰਨਾਂ ਦਾ ਪਲੱਸ ਕਰਾਂਗੇ ਤਾਂ ਸਾਨੂੰ ਕੀ ਪਤਾ ਲੱਗ ਜਾਊਗਾ, ਇੱਕ ਓਵਰਆਲ ਬੈਲੈਂਸ ਦਾ ਪਤਾ ਲੱਗ ਜਾਊਗਾ ਕਿ ਵੈਦਰ ਦਾ BOP ਇਜ਼ ਅ ਮਤਲਬ ਰਿਫਲੈਕਟਡ ਅ ਨੈਗੇਟਿਵ ਬੈਲੈਂਸ ਜਾਂ ਫਿਰ ਰਿਫਲੈਕਟ ਕਰਦਾ ਵਾ ਸਾਡੇ ਵਾਸਤੇ ਪੋਜ਼ਿਟਿਵ ਬੈਲੈਂਸ। ਇਹ ਧਿਆਨ ਰੱਖਣਾ, ਓਵਰਆਲ ਬੈਲੈਂਸ ਸਾਡੇ ਵਾਸਤੇ ਕੀ ਹੋਊਗਾ, ਤਿੰਨੇ ਦਾ ਪਲੱਸ ਹੋਊਗਾ। ਕਿਹੜੇ ਕਿਹੜੇ ਤਿੰਨ ਚੀਜ਼ਾਂ ਦਾ ਪਲੱਸ? ਇੱਕ ਕਰੰਟ ਅਕਾਊਂਟ ਦਾ ਬੈਲੈਂਸ ਪਲੱਸ ਹੋ ਜਾਊਗਾ, ਇੱਕ ਤੁਹਾਡੇ ਵਾਸਤੇ ਕੈਪੀਟਲ ਅਕਾਊਂਟ ਦਾ ਬੈਲੈਂਸ ਹੋ ਜਾਊਗਾ, ਇੱਕ ਤੁਹਾਡੇ ਵਾਸਤੇ ਕੀ ਹੋ ਜਾਊਗਾ, ਐਰਰ ਓਮਿਸ਼ਨ। ਮਤਲਬ ਜੇ ਕੋਈ ਗਲਤੀ ਰਹਿੰਦੀ ਹੈ, ਠੀਕ ਹੈ, ਉਹ ਗਲਤੀ ਵਿੱਚ ਪਾ ਦਿੱਤੀ ਜਾਊਗੀ ਵੀ ਫਿਊਚਰ 'ਚ ਅਸੀਂ ਪੇ ਕਰ ਦਾਂਗੇ, ਤਾਂ ਕਿ ਇੱਕ ਵਾਰੀ ਨੈਗੇਟਿਵ ਬੈਲੈਂਸ ਜਿਹੜਾ ਹੈਗਾ ਉਹ ਪੋਜ਼ਿਟਿਵ ਹੋ ਜਾਏ, ਜਾਂ ਪੋਜ਼ਿਟਿਵ ਬੈਲੈਂਸ ਜਿਹੜਾ ਹੈਗਾ ਇੱਕ ਵਾਰੀ ਬੈਲੈਂਸਡ ਹੋ ਜਾਏ। ਠੀਕ ਹੈ, ਤਾਂ ਉਸ ਪੁਆਇੰਟ ਨੂੰ ਬਰਾਬਰ ਕਰਨ ਵਾਸਤੇ ਇੱਕ ਬੈਲੈਂਸ ਕੱਢਿਆ ਜਦੋਂ ਅਸੀਂ ਕੀ ਬੋਲਾਂਗੇ, ਓਵਰਆਲ ਬੈਲੈਂਸ ਦੀ ਪ੍ਰਕਿਰਿਆ ਬੋਲਾਂਗੇ, ਜਿਸ 'ਚ ਤਿੰਨ ਅਕਾਊਂਟ ਪਰਚੇਜ਼ ਕੀਤੇ ਜਾਂਦੇ ਨੇ, ਇੱਕ ਕਰੰਟ ਅਕਾਊਂਟ ਦਾ ਬੈਲੈਂਸ, ਇੱਕ ਕੈਪੀਟਲ ਅਕਾਊਂਟ ਦਾ ਬੈਲੈਂਸ, ਇੱਕ ਐਰਰ ਐਂਡ ਓਮਿਸ਼ਨ ਦਾ ਬੈਲੈਂਸ ਪਰਚੇਜ਼ ਕੀਤਾ ਜਾਂਦਾ ਹੈ। ਠੀਕ ਹੈ, ਐਰਰ ਓਮਿਸ਼ਨ ਦਾ ਮਤਲਬ ਹੁੰਦਾ ਰਾਜੇ ਵੀ ਇਹਦੇ ਵਿੱਚ ਮਤਲਬ ਕਿ ਜੇ ਕੋਈ ਗਲਤੀ ਰਹਿ ਜਾਂਦੀ ਹੈ, ਲਾਈਕ ਮੰਨ ਕੇ ਚੱਲੋ ਸਿੰਪਲ ਜੀ ਗੱਲ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ, ਕਰੰਟ ਅਕਾਊਂਟ ਦੇ ਬੈਲੈਂਸ ਦੇ ਅਕੋਰਡਿੰਗ ਮੰਨ ਕੇ ਚੱਲੋ ਅਗਰ ਇੱਥੇ ਮਾਈਨਸ ਦਾ 20 ਕਰੋੜ ਆਉਂਦਾ, ਠੀਕ ਹੈ, ਮਾਈਨਸ ਦਾ 20 ਕਰੋੜ, ਔਰ ਕਰੰਟ ਅਕਾਊਂਟ ਦਾ ਜਿਹੜਾ ਤੁਹਾਡਾ ਆਪਣਾ ਆਉਂਦਾ ਬੈਲੈਂਸ ਉਹ ਆਉਂਦਾ ਤੁਹਾਡਾ ਪਲੱਸ ਦਾ 40 ਕਰੋੜ। ਠੀਕ ਹੈ, ਤਾਂ ਹੁਣ ਜਿਹੜਾ 40 ਕਰੋੜ ਹੋਏਗਾ ਤਾਂ ਆਹ ਵਾਲਾ ਜਿਹੜਾ ਬੈਲੈਂਸ ਇਹਦੇ ਵਿੱਚ ਮਰਜ ਕਰ ਦਿੱਤਾ ਜਾਊਗਾ। ਕਾਰਨ ਇਹ ਹੈ ਕਿਉਂਕਿ ਜਿਹੜਾ ਕਰੰਟ ਅਕਾਊਂਟ ਦਾ ਬੈਲੈਂਸ ਤਾਂ ਸ਼ਾਰਟ ਪੀਰੀਅਡ ਵਾਸਤੇ ਹੁੰਦਾ ਹੈ, ਇਹਦਾ ਬੈਲੈਂਸ ਇਹਦੇ ਵਿੱਚ ਟ੍ਰਾਂਸਫਰ ਹੋ ਜਾਊਗਾ, ਪਰ ਕਰੰਟ ਅਕਾਊਂਟ ਦਾ ਕੈਪੀਟਲ ਅਕਾਊਂਟ ਦਾ ਬੈਲੈਂਸ ਕਰੰਟ ਅਕਾਊਂਟ 'ਚ ਟ੍ਰਾਂਸਫਰ ਨਹੀਂ ਹੋ ਸਕਦਾ, ਕਿਉਂਕਿ ਕੈਪੀਟਲ ਅਕਾਊਂਟ ਜਿਹੜਾ ਹੁੰਦਾ ਤੁਹਾਡੇ ਐਸੈਟ ਐਂਡ ਲਾਇਬਿਲਿਟੀ ਦੇ ਨਾਲ ਰਿਲੇਟ ਕਰਦਾ ਹੈ। ਤਾਂ ਜਿਹੜਾ ਹੁਣ ਨੈਟ ਬੈਲੈਂਸ ਨਿਕਲਿਆ ਮਾਈਨਸ ਤੁਹਾਡਾ ਆਪਣਾ ਪੋਜ਼ਿਟਿਵ ਦਾ 20 ਕਰੋੜ ਨਿਕਲ ਗਿਆ, ਤਾਂ ਆਹ ਜਿਹੜਾ 20 ਕਰੋੜ ਦਾ ਆਇਆ, ਠੀਕ ਹੈ, ਘਾਟਾ, ਠੀਕ ਹੈ, ਉਹ ਤੁਹਾਡੇ ਐਰਰ ਓਮਿਸ਼ਨ 'ਚ ਸ਼ੋਅ ਕੀਤਾ ਜਾਊਗਾ ਕਿ ਕਿਹੜੇ ਕਿਹੜੇ ਕਾਰਨਾਂ ਕਰਕੇ ਚੀਜ਼ ਹੋਈ ਹੈ, ਜਾਂ ਕਿਹੜੇ ਕਿਹੜੇ ਕਾਰਨ ਸਾਡੇ ਪਿੱਛੇ ਰਹਿ ਚੁੱਕੇ ਹਨ ਵੀ ਜਿਹਦੇ ਕਰਕੇ 20 ਕਰੋੜ ਰਹਿ ਗਿਆ ਘਾਟਾ। ਠੀਕ ਹੈ, ਅਗਰ 20 ਕਰੋੜ ਦਾ ਘਾਟਾ ਰਹਿ ਗਿਆ ਤਾਂ ਕਿਸੇ ਕਾਰਨ ਕਰਕੇ ਰਿਹਾ, ਮੈਨੇ ਕਿਸੇ ਬੰਦੇ ਤੋਂ ਲੈਣੇ ਨੇ, ਉਹ ਪੇਮੈਂਟ ਹਜੇ ਤੱਕ ਨਹੀਂ ਆਈ, ਜਾਂ ਕਿਸੇ ਬੰਦੇ ਨੂੰ ਪੇਮੈਂਟ ਦੇਣੀ ਹੈ, ਉਹ ਪੇਮੈਂਟ ਹਜੇ ਤੱਕ ਨਹੀਂ ਕੀਤੀ, ਤਾਂ ਉਹ ਸਾਰੇ ਜਿਹੜੇ ਕਾਰਨ ਹੋਣਗੇ ਜਾਂ ਭੁੱਲ ਹੋਊਗੀ ਜਾਂ ਰੁਕਾਵਟਾਂ ਹੋਣਗੀਆਂ ਉਹ ਸਾਰੇ ਕਿਹਦੇ 'ਚ ਪਾ ਦਿੱਤੀ ਜਾਣਗੀਆਂ, ਐਰਰ ਓਮਿਸ਼ਨ 'ਚ ਪਾ ਦਿੱਤੀਆਂ ਜਾਣਗੀਆਂ। ਇਨ ਕੇਸ ਮਤਲਬ ਕਾਰੇ ਵਾਸਤੇ ਤਾਂ ਕਿ ਤੁਹਾਡਾ ਓਵਰਆਲ ਬੈਲੈਂਸ ਕੀ ਕਰ ਦਿੱਤਾ ਜਾਵੇ, ਓਵਰਆਲ ਬੈਲੈਂਸਡ ਕਰ ਦਿੱਤਾ ਜਾਵੇ ਇੱਕ ਵਾਰ ਦੇ ਵਾਸਤੇ। ਮਤਲਬ ਕਿ ਜਿਹੜੀ ਗਲਤੀਆਂ ਪਿੱਛੇ ਰਹਿ ਚੁੱਕੀਆਂ ਨੂੰ ਠੀਕ ਕਰਨ ਵਾਸਤੇ ਇੱਕ ਐਂਟਰੀ ਪਾ ਦਿੱਤੀ ਜਾਂਦੀ ਹੈ, ਦੈਟਸ ਕਾਲਡ ਅ ਸਟੈਟਿਕਲ ਡਿਸਕ੍ਰਿਪੈਂਸੀਜ਼, ਜਿਹਨੂੰ ਅਸੀਂ ਕੀ ਬੋਲਦੇ ਹਾਂ, ਐਰਰ ਐਂਡ ਓਮਿਸ਼ਨਸ ਬੋਲਦੇ ਹਾਂ। ਠੀਕ ਹੈ ਰਾਜੇ, ਵਟਸ ਯੂਰ ਗੁੱਡ ਨੇਮ 5841? ਬੇਟੇ ਤੁਹਾਡਾ ਨਾਮ ਕੀ ਹੈ? ਕਲੀਅਰ ਹੈ ਬੇਟੇ? ਚਲੋ ਜਸਰੀਨ ਕੌਰ, ਥੈਂਕ ਯੂ ਸੋ ਮਚ। ਕਲੀਅਰ ਹੈ ਬੇਟੇ ਹੁਣ? ਇਜ਼ ਇਟ ਕਲੀਅਰ? ਚਲੋ ਜੀ, ਥੈਂਕ ਯੂ ਸੋ ਮਚ। ਨੈਕਸਟ ਆਓ ਆਫੀਸ਼ੀਅਲ ਰਿਜ਼ਰਵ ਅਕਾਊਂਟ। ਹਾਂਜੀ, ਹੁਣ ਇਹ ਕਿਹੜਾ ਅਕਾਊਂਟ ਆ ਗਿਆ? ਇਹ ਉਹ ਅਕਾਊਂਟ ਹੈ ਜਿਹਦੀ ਮੈਂ ਤੁਹਾਡੇ ਨਾਲ ਉੱਪਰ ਗੱਲ ਕਰਨੀ ਰਹਿ ਗਈ ਸੀ। ਪਹਿਲਾਂ ਮੈਂ ਤੁਹਾਨੂੰ ਇੱਕ ਡਾਇਗਰਾਮ ਦਿਖਾ ਦੇਣਾ, ਠੀਕ ਹੈ, ਡਾਇਗਰਾਮ ਦੇ ਉੱਪਰ ਤੁਹਾਨੂੰ ਪਤਾ ਲੱਗ ਜਾਊਗਾ ਕਿਹੜਾ ਸੀ। ਸਾਨੇ ਸਿਰਫ ਦੋ ਅਕਾਊਂਟਸ ਦੀ ਗੱਲ ਕੀਤੀ ਸੀ, ਇੱਕ ਕਰੰਟ ਅਕਾਊਂਟ ਦੀ, ਇੱਕ ਤੁਹਾਡੇ ਆਪਣੇ ਕੈਪੀਟਲ ਅਕਾਊਂਟ ਦੀ। ਸਾਨੇ ਆਫੀਸ਼ੀਅਲ ਰਿਜ਼ਰਵ ਅਕਾਊਂਟ ਦੀ ਗੱਲ ਹੀ ਨਹੀਂ ਕੀਤੀ ਸੀ। ਮੈਂ ਤੁਹਾਨੂੰ ਇਹ ਗੱਲ ਕੀਤੀ ਸੀ ਕਿ ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰੂੰਗਾ ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਓਗੇ।
ਆ ਤੁਹਾਨੂੰ ਦਿਖ ਰਿਹਾ ਹੋਏਗਾ ਰੈੱਡ ਲਾइन ਦੇ ਵਿੱਚ ਬੋਲਡ ਕੀਤਾ ਹੋਇਆ, ਠੀਕ ਹੈ, ऑफिशियल रिजर्व अकाउंट, ऑफिशियल रिजर्व अकाउंट। ਹੁਣ ਇਹ ऑफिशियल रिजर्व अकाउंट ਕਿਹੜਾ ਅਕਾਊਂਟ ਹੁੰਦਾ ਹੈ, ਠੀਕ ਹੈ। ऑफिशियल रिजर्व अकाउंट ਉਹ ਅਕਾਊਂਟ ਹੁੰਦਾ ਹੈ ਜਦੋਂ ਇੱਕ ਦੇਸ਼ ਦੀ ਕੰਟਰੀ ਦਾ ਕੋਈ ਸੈਂਟਰ ਬੈਂਕ ਹੋਊਗਾ, ਲਾਈਕ ਸਾਡੇ ਪਾਸ ਇੰਡੀਆ ਦਾ ਆਰਬੀਆਈ ਬੈਂਕ ਹੈ, ਉਹ ਫੋਰਨ ਕਰੰਸੀ ਦੀ, ਠੀਕ ਹੈ, ਫੋਰਨ ਕਰੰਸੀ ਦੀ ਇੱਕ ਜਿਹੜੀ ਅਮਾਊਂਟ ਹੁੰਦੀ ਹੈ ਜਾਂ ਕਰੰਸੀ ਹੁੰਦੀ ਹੈ ਉਹਦੀ ਕਸਟਡੀ ਆਪਣੇ ਕੋਲੇ ਰੱਖਦਾ ਹੈ। ਉਸ ਕਸਟਡੀ ਦਾ ਇੱਕ ਅਕਾਊਂਟ ਬਣਾਇਆ ਜਾਂਦਾ ਹੈ ਜਿਹਨੂੰ ਅਸੀਂ ਕਿਹੜਾ ਅਕਾਊਂਟ ਬੋਲਦੇ ਹਾਂ, ऑफिशियल रिजर्व अकाउंट ਬੋਲਦੇ ਹਾਂ। ऑफिशियल रिजर्व अकाउंट मतलब ਜਦੋਂ ਇੱਕ ਕੰਟਰੀ ਆਉਂਦੀ ਹੈ ਤਾਂ ਅਸੀਂ ਐਂਟਰੀ ਪਾ ਲੈਂਦੇ ਹਾਂ, ਜਦੋਂ ਕਰੰਸੀ ਚਲੀ ਜਾਂਦੀ ਹੈ ਉਹਦੀ ਵੀ ਐਂਟਰੀ ਪਾ ਲੈਂਦੇ ਹਾਂ। ਉਹ ਐਂਟਰੀ ਜਦੋਂ ਪਾਈ ਜਾਂਦੀ ਨੇ ਇੱਕ ਅਕਾਊਂਟ 'ਚ ਰਿਕਾਰਡ ਕੀਤੀ ਜਾਂਦੀਆਂ ਨੇ ਜਿਹਨੂੰ ਅਸੀਂ ऑफिशियल रिजर्व अकाउंट ਬੋਲਦੇ ਹਾਂ। ਪਰ ਇਹਦੀ ਜਿਹੜੀ ਰਿਸਪੌਂਸਿਬਿਲਿਟੀ ਹੁੰਦੀ ਹੈ ਇੱਕ ਉਹ ਕੰਟਰੀ ਦੀ ਇੱਕ ਸੈਂਟਰ ਬੈਂਕ ਦੇ ਪਾਸ ਰਿਸਪੌਂਸਿਬਿਲਿਟੀ ਹੁੰਦੀ ਹੈ ਜਿਹੜੀ ਇਸ ਰਿਸਪੌਂਸਿਬਿਲਿਟੀ ਨੂੰ ਚੰਗੇ ਤਰੀਕੇ ਨਾਲ ਨਿਭਾ ਸਕੇ। ਅਗਰ ਮੈਂ ਆਪਣੇ ਇੰਡੀਅਨ ਇਕਨੋਮਿਕ ਸਿਸਟਮ ਦੇ ਅਕੋਰਡਿੰਗ ਦੇਖਾਂ ਤਾਂ ਸਾਡੇ ਜਿਹੜਾ ਇੰਡੀਅਨ ਬੈਂਕਿੰਗ ਸਿਸਟਮ ਦੇ ਅਕੋਰਡਿੰਗ ਜਿਹੜਾ ਸਾਡਾ ਆਪਣਾ ਸੈਂਟਰ ਬੈਂਕ ਹੈ ਉਹ ਜਾਂ ਫਿਰ ਜਿਹਨੂੰ ਅਸੀਂ ਪਿਵੋਟਲ ਬੈਂਕ ਬੋਲਦੇ ਹਾਂ, ਮੇਨ ਫਿਗਰਰੀ ਬੈਂਕ ਬੋਲਦੇ ਹਾਂ, ਉਹਨੂੰ ਸਾਡੇ ਵਾਸਤੇ ਕੀ ਹੈ, ਆਰਬੀਆਈ ਬੈਂਕ ਹੈ ਜਿਹਨੂੰ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ ਬੋਲਾਂਗੇ। ਫੋਰਨ ਐਕਸਚੇਂਜ ਜਿਹੜੀ ਤੁਹਾਡੇ ਆਪਣਾ ऑफिशियल रिजर्व अकाउंट ਬਣਦਾ ਉਹ ਕਿਹਨਾਂ ਦੇ ਪਾਸ ਹੈ ਕਸਟਡੀ, ਉਹ ਇਕੱਲੇ ਆਰਬੀਆਈ ਦੇ ਪਾਸ ਹੈ, ਠੀਕ ਹੈ। ਹੁਣ ਆਰਬੀਆਈ ਇਸ ਅਕਾਊਂਟ ਦੇ ਕਿਹੜੀ ਕਿਹੜੀ ਚੀਜ਼ਾਂ ਕਰਦੀ ਹੈ ਉਹ ਦੇਖੋ ਧਿਆਨ ਨਾਲ। ਇੱਕ ਵਾਰੀ ਕੈਪੀਟਲ ਅਕਾਊਂਟ ਦੀ ਐਂਟਰੀ ਹੋਗੀ, ਕਰੰਟ ਅਕਾਊਂਟ ਦੀ ਐਂਟਰੀ ਹੋਗੀ, ਉਹ ਸਾਨੇ ਆਪਣੇ ਪਾਸ ਰੱਖ ਲਿਆ, ਸਭ ਕੁਝ ਆਪਣੇ ਪਾਸ ਰੱਖ ਲਿਆ। उसकी एंट्री किहड़े बैंक पास की जाऊगी, कौन करूगा, ਉਹਦੀ एंट्री की जाऊगी ऑफिशियल रिजर्व अकाउंट ਦੇ ਵਿੱਚ। ਉਹ कौन करूगा ਤੁਹਾਡੇ ਵਾਸਤੇ, ਆਪਣਾ ਆਰਬੀਆਈ ਕਰੇਗਾ। ਤਾਂ ਦੇਖੋ ਤੁਹਾਡੇ ਸਾਹਮਣੇ ਦੀ ਗੱਲ ਕਰਾਂ ਤਾਂ ऑफिशियल रिजर्व बैंक ਦੇ ਅਕੋਰਡਿੰਗ ਕੀ ਕਹਿੰਦਾ ਇਹਦੇ ਵਿੱਚ, ਆਓ ऑफिशियल रिजर्व बैंक कहता की है, द ओवरऑल बैलेंस इज फाइनली रिफ्लेक्टेड। थोड़े सारा कुछ शो करता, मैंने पता है, करंट अकाउंट भी प्लस करता, कैपिटल अकाउंट भी प्लस करता, अगर कुछ डिस्क्रिपेंसी सी वो भी तेने ऐड करती है, ठीक है। उस तो बाद जो फाइनल रिजल्ट है और रिफ्लैक्ट किया जाऊगा, रिफ्लैक्ट मतलब शो किया जाऊगा, कि शो किया जाऊगा ऑफिशियल रिजर्व अकाउंट च शो कर दिता जाऊगा ऑफ द आरबीआई। आरबीआई मतलब साडी इंडियन बैंकिंग सिस्टम के अकॉर्डिंग जो साडा एक मेन बैंक आरबीआई जिन्हें असीं सेंट्रल बैंक भी बोलते हैं, ठीक है, या फादर ऑफ द नेशन जो साडे पासे बैंक है आरबीआई बैंक है, ਉਹ ਇੱਕ ऑफिशियल रिजर्व अकाउंट मेनटेन करता है ਜਿਹਦੇ ਸਾਡੇ ਇੱਕ ओवरऑल बैलेंस ਜਿਹੜਾ ਸਾਡਾ ਆਪਣਾ करंट अकाउंट ਦਾ बैलेंस है, कैपिटल अकाउंट का बैलेंस है और एरर और ओमिशन का बैलेंस है और रिफ्लैक्ट किया जाता है। हुण अगे देखो ध्यान समझने की कोशिश की करता है, ओवरऑल बैलेंस क्यों यह रिफ्लैक्ट किया जाता है, कारण की है, बिकॉज एक कारण यह है आरबीआई इज अ कस्टोडियन ऑफ फॉरेन रिजर्व, ठीक है। इतने फॉरेक्स मतलब होंगे फॉरेन एक्सचेंज, मतलब फॉरेन की करंसी जो आती है और जाती है, या फिर फॉरेन एक्स ट्रांजैक्शन जो आती है और चली जाती है, और कस्टडी किहदे पास है, आरबीआई के पास है। और सारी जी फॉरेन एक्सचेंज की रिजर्व की एंट्री की जाती ने या ट्रांजैक्शन की जाती ने वो कि थ्रू की जाती ने, आर रूटिड थ्रू आउट द आरबीआई, और आरबीआई के थ्रू की जाती है क्योंकि आरबीआई साडे वास्ते जो है इन्हों की कस्टडी फॉरेन एक्सचेंज की, फॉरेन करेंसी की या फॉरेन रिजर्व जी कस्टडी कि पास है, थोड़े अपने आरबीआई के पास है। इस करके सारी ट्रांजैक्शन ऐसी जी ओवरऑल अकाउंट की बैलेंस ऑफ पेमेंट की ओवरऑल अकाउंटिंग सिस्टम की जो बैलेंस्ड है वो कि रिफ्लैक्ट करांगे असीं अपने ऑफिशियल रिजर्व अकाउंट के रिफ्लैक्ट करांगे, ठीक है। आगे बिल्कुल छोटा जिहा पॉइंट है वो समझना तुहानूं, ठीक है। हुण देखो कहंदा की है इहदे विच, इफ ओवरऑल बैलेंस इज पॉजिटिव, अगर मान के चलो अगर ओवरऑल बैलेंस साडा पॉजिटिव आंदा है, पॉजिटिव मतलब भी साडे पास रिजर्व की हो चुके वध चुके हैं, मतलब किहदे पास किहदे पॉजिटिव आऊगा, बीओपी का अगर बैलेंस साडी इंडियन कंपनी का साडी इंडियन कंट्री का जिहड़ा बैलेंस्ड है, ठीक है, बीओपी है, अगर बैलेंस पॉजिटिव आता है तो मान के चलांगे इंडिया के पास ऑफिशियल रिजर्व की हो चुके हैं, वध चुके हैं, ठीक है। अगर नैगेटिव आता है तो असं मान के चलांगे जेडे ऑफिशियल रिजर्व ने साडे वास्ते की हो चुके हैं, डिक्रीज हो चुके हैं। मतलब पॉजिटिव मतलब की है कि फॉरेन जी थोड़ी अपनी करंसी है उसकी रिसीविंग ज़्यादा हो चुकी है, रिसीट ज़्यादा आ चुकी है इंडिया के पास। अगर नैगेटिव आता है तो इट मीन कि असं कह चुके हैं इंडिया पेमेंट की कर चुके हैं, बहुत ज़्यादा कर चुकी है, फॉरेन करेंसी घट चुकी है पास, मतलब उन्होंने पेमेंट ज़्यादा हो चुकी है। पेमेंट करने के कारण की होंगे, या तो उन्होंने इंपोर्ट ज़्यादा किया होगा, ठीक है, और रिसीट की होगा, या उन्होंने एक्सपोर्ट ज़्यादा किया होगा। ये चीज़ा भी हो सकती हैं, ये ध्यान रखना पेपर के उल्टी किस्म के पूछ लेंगे हैं। तो ओवर ध्यान देखो कहता की है, अगर ओवरऑल बैलेंस पॉजिटिव आता है तो मान के चलांगे बीओपी के जो ऑफिशियल रिजर्व इंडिया पास ज़्यादा हो चुकी है। अगर नैगेटिव आता है तो जो ऑफिशियल रिजर्व की हो चुकी है इंडिया के पास डिक्रीज हो चुकी है। इस चीज़ की गल की गई सी कि अकॉर्डिंग अपने ओवरऑल बैलेंस के अकॉर्डिंग किया गया सी, ठीक है जी। नैक्सट आओ थोड़ा पॉइंट समझने वाला है। हुण अगला पॉइंट प्रेजेंट।
ਹੁਣ ਜਿਹੜੀ ਪ੍ਰੈਜੈਂਟੇਸ਼ਨ ਆ ਉਹ ਕਿਸ ਤਰ੍ਹਾਂ ਪ੍ਰੈਜ਼ੈਂਟ ਕੀਤੀ ਜਾਊਗੀ, ਇਹ ਜਿਹੜਾ ਪੁਆਇੰਟ ਹੈ ਨਾ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਕਈ ਬੁੱਕਸ ਕਹਿੰਦੀਆਂ ਨੇ ਇਹ ਕੁਝ ਪ੍ਰੈਜ਼ੈਂਟ ਹੀ ਨਹੀਂ ਕੀਤਾ ਜਾਂਦਾ, ਠੀਕ ਹੈ। ਲਾਈਕ ਜਿਵੇਂ ਆਪਾਂ ਨੂੰ ਸ਼ੁਰੂ ਦੇ ਵਿੱਚ ਆਦਤ ਹੁੰਦੀ ਹੈ, ਠੀਕ ਹੈ, ਬੁੱਕਸ ਪੜ੍ਹਨ ਦੀ ਜੋ +1 +2 ਪੜ੍ਹਾ ਦਿੱਤੀ ਉਹਦੇ 'ਚ ਇਹ ਕੁਝ ਨਹੀਂ ਮੈਂਸ਼ਨ ਕੀਤਾ ਜਾਂਦਾ, ਠੀਕ ਹੈ। ਹੁਣ ਤੁਹਾਨੂੰ ਓਵਰਆਲ ਬੈਲੈਂਸ ਪੋਜ਼ਿਟਿਵ ਨੈਗੇਟਿਵ ਲੈ ਕੇ ਆਉਣਾ ਹੈ, ਠੀਕ ਹੈ, ਜਾਂ ਫਿਰ ਤੁਹਾਨੂੰ ਬੈਲੈਂਸ ਲੈ ਕੇ ਆਉਣਾ ਹੈ, ਜ਼ੀਰੋ ਲੈ ਕੇ ਆਉਣਾ ਹੈ। ਤਾਂ ਉਹਦੇ ਵਾਸਤੇ ਤੁਹਾਨੂੰ ਦੋ ਕੇਸ ਪੜ੍ਹਨੇ ਪੈਣਗੇ। ਇੱਕ ਆਉਂਦਾ ਮੇਰੇ ਵਾਸਤੇ ਕੇਸ ਫਸਟ, ਇੱਕ ਆਉਂਦਾ ਮੇਰੇ ਵਾਸਤੇ ਆਹ ਕੇਸ ਸੈਕਿੰਡ। ਹੁਣ ਅਗਰ ਮੈਂ ਗੱਲ ਕਰਾਂ, ਅਗਰ BOP ਤੁਹਾਨੂੰ ਜ਼ੀਰੋ ਲੈ ਕੇ ਆਉਣਾ है, BOP की लेके आना है, जीरो लेके आना है, ध्यान सुन लो, BOP की लेके आना है, जीरो लेके आना है। जीरो मतलब की है कि जेडे BOP जो बैलेंस है वो बैलेंस लेके आना है। बैलेंस मतलब ना थोड़े किसी की पेमेंट करनी है हुन, ना ही थोड़े किसी तो रिसीविंग लैनी है, तो थोड़ा केस 1 के अकॉर्डिंग जाना पऊगा, केस 1 के अकॉर्डिंग जाना पऊगा। तो हुन ਉਹਦੇ ਵਾਸਤੇ ਕੀ ਕਰਾਂਗੇ, ਉੱਪਰ ਤੁਸੀਂ ਜਿਹੜਾ ऑफिशियल रिजर्व अकाउंट पा के बना के आए हो, ऑफिशियल रिजर्व अकाउंट ਜਿਹੜਾ बना के आए हो, ठीक है, ऑफिशियल रिजर्व अकाउंट जो बना के आए हो, ऑफिशियल रिजर्व अकाउंट जो बना के आए हो उन्होंने इंक्लूड कर दो, उन्होंने इंक्लूड कर दो, किरे विच इंक्लूड कर दो, कैपिटल अकाउंट दे विच इंक्लूड कर दो। ਤਾਂ ਦਾ ਤੁਹਾਡਾ ਕਹਿਣ ਦਾ ਮਤਲਬ ਬੈਲੈਂਸ ਜਿਹੜਾ BOP ਦਾ ਬੈਲੈਂਸ ਹੈ ਉਹ ਜ਼ੀਰੋ ਆ ਜਾਊਗਾ। ਸੁਣ ਲਓ ਧਿਆਨ ਨਾਲ, ਕੇਸ 1 ਦੇ ਅਕੋਰਡਿੰਗ ऑफिशियल रिजर्व अकाउंट ਦਾ ਜਿਹੜਾ ਅਕਾਊਂਟ ਹੈ ਉਹ ਕੈਪਿਟਲ ਅਕਾਊਂਟ ਦੇ ਵਿੱਚ ਇੰਕਲੂਡ ਕਰ ਦਿਓ। ਇੰਕਲੂਡ ਦਾ ਮਤਲਬ ਕੈਪਿਟਲ ਅਕਾਊਂਟ ਦਾ ਕੀ ਬਣਾ ਦਿਓ, ਪਾਰਟ ਬਣਾ ਦਿਓ ऑफिशियल रिजर्व अकाउंट ਨੂੰ। ਤਾਂ ਦਾ ਫਿਰ ਕੀ ਹੋ ਜਾਊਗਾ, BOP ਤੁਹਾਡਾ ਜ਼ੀਰੋ ਆ ਜਾਊਗਾ। ਜ਼ੀਰੋ ਮਤਲਬ ਨਾ ਤੁਹਾਨੂੰ ਪੇਮੈਂਟ ਲੈਣੀ ਹੈ, ਨਾ ਹੀ ਤੁਹਾਨੂੰ ਪੇਮੈਂਟ ਦੇਣੀ ਹੈ। ਅਦਰਵਾਈਜ਼ ਅਗਰ ਤੁਸੀਂ ਜਾਣੋ ਕੇਸ 2 ਦੇ ਅਕੋਰਡਿੰਗ, ਮੰਨ ਕੇ ਚੱਲੋ, ਮੰਨ ਕੇ ਮਤਲਬ ਅਗਰ ऑफिशियल रिजर्व अकाउंट ਨੂੰ ਤੁਸੀਂ ਕੈਪਿਟਲ ਅਕਾਊਂਟ ਦਾ ਪਾਰਟ ਨਹੀਂ ਬਣਾਉਂਦੇ ਹੋ, ਠੀਕ ਹੈ, ਜਾਂ ਤਾਂ ਫਿਰ ਕੀ ਹੋ ਜਾਊਗਾ, BOP ਦੇ ਵਿੱਚ ਪੋਜ਼ਿਟਿਵ ਹੀ ਆ ਜਾਊਗੀ। ਪੋਜ਼ਿਟਿਵ ਮਤਲਬ ਜਾਂ ਤਾਂ ਉਹ ਤੁਹਾਡਾ ਬੈਲੈਂਸ ਸਰਪਲਸ ਹੋ ਜਾਊਗਾ, ਠੀਕ ਹੈ, ਅਦਰਵਾਈਜ਼ BOP ਕੀ ਹੋ ਜਾਊਗਾ, ਨੈਗੇਟਿਵ ਹੋ ਜਾਊਗਾ। ਨੈਗੇਟਿਵ ਮਤਲਬ ਜਾਂ ਤਾਂ ਤੁਹਾਨੂੰ ਕੀ ਹੋ ਜਾਊਗਾ, ਡੈਫਿਸਿਟ ਹੋ ਜਾਊਗਾ। ਡੈਫਿਸਿਟ ਮਤਲਬ ਜ਼ਿਆਦਾ ਤੁਹਾਨੂੰ ਕੀ ਪੈ ਜਾਊਗਾ, ਘਾਟਾ ਪੈ ਜਾਊਗਾ। ਇਹ ਧਿਆਨ ਰੱਖਿਓ ਦੋਨਾਂ ਚੀਜ਼ਾਂ ਦੇ ਨਾਲ। ਹੁਣ ਇਹਦੀ ਪ੍ਰੈਜੈਂਟੇਸ਼ਨ ਕਿਵੇਂ ਕਰਨੀ ਹੈ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਿਆ। ਹੁਣ ਆਓ ਪੜ੍ਹਦੇ ਹਾਂ। ਹੁਣ ਇਹਦੇ 'ਚ ਕੀ ਕਹਿੰਦਾ, ਦੋ ਕੇਸਾਂ ਦੇ ਅਕੋਰਡਿੰਗ ਜਾਵਾਂਗੇ, ਕੇਸ 1 ਦੇ ਅਕੋਰਡਿੰਗ ਔਰ ਕੇਸ 2 ਦੇ ਅਕੋਰਡਿੰਗ। ਕੇਸ 1 ਦੇ ਅਕੋਰਡਿੰਗ ਕੀ ਕਹਿੰਦਾ, ਕੇਸ 2 ਦੇ ਅਕੋਰਡਿੰਗ ਕੀ ਕਹਿੰਦਾ ਹੈ। ਅਗਰ BOP ਨੂੰ ਜ਼ੀਰੋ ਲੈ ਕੇ ਆਉਣਾ ਹੈ ਤਾਂ ਸਾਨੂੰ ਕੀ ਕਰਨਾ ਪਊਗਾ, अगर BOP ਨੂੰ ਸਾਨੇ ਨੈਗੇਟਿਵ ਜਾਂ ਪੋਜ਼ਿਟਿਵ ਸਰਪਲਸ ਜਾਂ ਡੈਫਿਸਿਟ ਲੈ ਕੇ ਆਉਣਾ ਪਊਗਾ ਤਾਂ ਫਿਰ ਸਾਨੂੰ ਕੀ ਕਰਨਾ ਪਊਗਾ। ਤਾਂ ਦੇਖੋ ਫਸਟ ਕੇਸ ਦੇ ਅਕੋਰਡਿੰਗ ਕੀ ਕਹਿੰਦਾ, ਪ੍ਰੈਜ਼ੈਂਟ ਕਿਵੇਂ ਕੀਤਾ ਜਾਊਗਾ। ऑफिशियल रिजर्व अकाउंट, ठीक है, इज शोन एज, शोन कर दो, की शो कर दो कि वो कैपिटल अकाउंट का की है एक मेन पार्ट है, की है मेन पार्ट है। तो फिर की होगा, द BOP बैलेंस्ड, ये जो BOP का जो बैलेंस्ड है वो बैलेंस्ड आ जाऊगा। किमें बैलेंस्ड आ जाऊगा, करंट अकाउंट बैलेंस प्लस कैपिटल अकाउंट का बैलेंस साढ़े वास्ते की शो हो जाऊगा, जीरो शो हो जाऊगा। अगर असी ऑफिशियल रिजर्व ਨੂੰ ਕਿਹਦੇ ਵਿੱਚ ਮੰਨ ਕੇ ਚੱਲਦੇ ਆ, कैपिटल अकाउंट का पार्ट मान के चलते हैं तो केस 1 बैटर होगा। और साडी जी इंडियन कंट्री है वो केस 1 के अकॉर्डिंग मेजोरिटी चलती है, ठीक है, केस 2 के अकॉर्डिंग बहुत घट चलती है, ये भी देख लियो। उस तो बाद केस 2 च की कहता है, अगर ऑफिशियल रिजर्व थोड़ी कैपिटल अकाउंट के विच दा पार्ट नहीं मान के चलते, उन्होंने अलग प्रेजेंट करते हो ऑफिशियल रिजर्व अकाउंट में, तो फिर की होगा, या तो कैपिटल अकाउंट करंट अकाउंट जो दोनों को ऐड करोगे तो BOP या तो सरप्लस च होगा या पॉजिटिव दे विच होगा, ठीक है, या तो अपना कि होगा डेफिसिट होगा, यानी कि की होगा नैगेटिव होगा। इट्स टू बी ए बेटर है कि ऑफिशियल रिजर्व ਨੂੰ अलग ना मान के चलो। तो मैं ऊपर जो डायग्राम दिखाई सी तो ਉਹਦੇ 'ਚ मैं ਤੁਹਾਨੂੰ दो ही कंपोनेंट की गल की सी, कैपिटल अकाउंट की, एक करंट अकाउंट की, ठीक है। मैंने ऑफिशियल रिजर्व अकाउंट मान के नहीं चलिया, कई बुक्स कहते हैं कि मान के चलना चाहिए पर ਅਸੀਂ नहीं मानते। ਜਿਹੜੀ ਸਾਡੀ इंडियन सिस्टम है वो ऑफिशियल रिजर्व अकाउंट ਨੂੰ पार्ट मान के चलती किहदा, कैपिटल अकाउंट का, ताकि जो BOP है साडा की आ सके वो जीरो आ सके, ठीक है, जीरो आ सके। अगर तुसी नहीं मान के चलते तो उन्होंने सैपरेट मेनटेन करते हो तो BOP थोड़ा या तो सरप्लस च आऊगा या फिर कि आऊगा नैगेटिव के आऊगा। जे पॉजिटिव आ गया तो भी पंगा, जे नैगेटिव आ गया तो भी पंगा। जे नैगेटिव आ गया तो सानू किसी उधार लेना पऊगा, उधार लेके सानू BOP फिर पॉजिटिव दिखाना पऊगा। अगर पॉजिटिव आ गया तो किसी को उधार देना पऊगा, ठीक है, बाद फिर एसिड इशू आऊगा। तो जरूरी है कि केस 1 के अकॉर्डिंग चला जाया जा सके ताकि ऑफिशियल रिजर्व अकाउंट असीं अलग ना मान के चलीए, ठीक है, उस तो बाद अलग ना मान के चलीए ताकि जिहदे विच कैपिटल अकाउंट का पार्ट मान के चल पो तो साडा जिहड़ा BOP की हो जाऊगा बैलेंस्ड आ जाऊगा। स्वीटू वर्क पूछ रहे जीरो किमें आऊगा, जीरो तां आऊगा बेटे, करंट अकाउंट का जिहड़ा बैलेंस है मैं तुहानूं दस चुक्या सी और तुहाडे अपने कैपिटल अकाउंट दे विच मिक्स कर दिता जाऊगा। अगर करंट अकाउंट का बैलेंस तुहाडा पॉजिटिव नैगेटिव आंदा है
ਤਾਂ ਉਹ ਨੈਗੇਟਿਵ ਬੈਲੈਂਸ ਕੀ ਹੋ ਜਾਊਗਾ, ਇੱਕ ਕਾਊਂਟਰ ਬੈਲੈਂਸ ਹੋ ਜਾਊ ਕਿਹਦੇ ਨਾਲ, ਤੁਹਾਡੇ ਕੈਪੀਟਲ ਅਕਾਊਂਟ ਦੇ ਨਾਲ। ਮੰਨ ਕੇ ਚੱਲੋ ਅਗਰ ਤੁਹਾਡਾ ਕਰੰਟ ਅਕਾਊਂਟ ਦਾ ਬੈਲੈਂਸ ਨੈਗੇਟਿਵ ਆਂਦਾ ਹੈ, ਠੀਕ ਹੈ, -20 ਆਂਦਾ ਹੈ, 20 ਕਰੋੜ ਆਂਦਾ ਹੈ, ਤੇ ਕੈਪੀਟਲ ਅਕਾਊਂਟ ਦਾ ਜਿਹੜਾ ਬੈਲੈਂਸ ਮੰਨ ਕੇ ਚੱਲੋ ਪੋਜ਼ਿਟਿਵ 20 ਕਰੋੜ ਆਂਦਾ ਹੈ, ਤਾਂ ਆਪਾਂ ਜਦੋਂ ਇਹਨੂੰ ਅਸੀਂ ਮਰਜ ਕਰਾਂਗੇ, ਠੀਕ ਹੈ, ਜਾਂ ਫਿਰ ਕੀ ਹੋਊਗਾ, ਉਦੋਂ ਜ਼ੀਰੋ ਹੀ ਸ਼ੋ ਹੋਊਗਾ ਨਾ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਚੁੱਕਿਆ ਸੀ, ਕੈਪੀਟਲ ਅਕਾਊਂਟ ਕਰੰਟ ਅਕਾਊਂਟ ਦੋਨਾਂ ਦਾ ਬੈਲੈਂਸ ਜਦ ਪਲੱਸ ਕੀਤਾ ਜਾਊਗਾ ਤਾਂ ਕਰਕੇ ਸਾਨੂੰ ਕੀ ਪਤਾ ਲੱਗੂਗਾ, ਇੱਕ ਓਵਰਆਲ ਬੈਲੈਂਸ ਦਾ ਪਤਾ ਲੱਗੂਗਾ। ਅਗਰ ਇਹ ਬੈਲੈਂਸ ਨਹੀਂ ਆਂਦਾ ਤਾਂ ਫਿਰ ਕੀ ਪਾ ਦਿੱਤਾ ਜਾਊਗਾ, ਐਰਰ ਐਂਡ ਓਮਿਸ਼ਨਸ ਪਾ ਦਿੱਤੇ ਜਾਣਗੀਆਂ, ਜਿਹਦੇ ਵਿੱਚ ਅਸੀਂ ਦੱਸਾਂਗੇ ਸਾਡੇ ਘਾਟੇ ਦਾ ਕਾਰਨ ਕੀ ਹੈ ਤੇ ਸਾਡੇ ਵਾਧੇ ਦਾ ਕਾਰਨ ਕੀ ਹੈ। ਮਤਲਬ ਕਿ ਕਾਹਦੇ ਵਾਸਤੇ ਕੀਤਾ ਜਾਊਗਾ, ਤਾਂ ਕਿ ਓਵਰਆਲ ਬੈਲੈਂਸ ਇੱਕ BOP ਕਰ ਦਿੱਤਾ ਜਾਵੇ, ਬੈਲੈਂਸਡ ਕਰ ਦਿੱਤਾ ਜਾਵੇ। ਬੈਲੈਂਸ ਮਤਲਬ ਇਕੁਅਲ ਕਰ ਦਿੱਤਾ ਜਾਵੇ। ਜਦੋਂ ਇਕੁਅਲ ਹੋ ਜਾਊਗਾ ਤਾਂ ਅਸੀਂ ਮੰਨ ਕੇ ਚੱਲਾਂਗੇ ਸਾਡਾ BOP ਕੀ ਹੈ, ਉਹ ਜ਼ੀਰੋ ਹੈ, ਨਾ ਸਾਨੂੰ ਕਿਸੇ ਦੀ ਪੇਮੈਂਟ ਕਰਨੀ ਹੈ ਔਰ ਨਾ ਹੀ ਸਾਡੇ ਕਿਸੇ ਤੋਂ ਪੇਮੈਂਟ ਲੈਣੀ ਹੈ। ਇਹ ਧਿਆਨ ਰੱਖਣਾ। ਮੈਂ ਉੱਪਰ एग्जांपल देख के आया ਸੀ, ਇੱਕ ਵਾਰੀ ਜਦੋਂ ਜਾਓਗੇ ਦੁਬਾਰਾ ਤੋਂ ਪੜੋਗੇ ਨਾ ਤਾਂ एग्जांपल देखना एक बारी, ठीक है बेटे। हाँ जी, नेक्स्ट, थैंक यू स्वीटो गर्ग। नेक्स्ट हो BOP और BOT ਦੇ ਵਿੱਚ डिफरेंस। ਇਹ ਤਾਂ ਬਿਲਕੁਲ ਈਜ਼ੀ ਹੈ। BOP स्टैंड फॉर बैलेंस ऑफ पेमेंट, ठीक है, BOP स्टैंड्स फॉर बैलेंस ऑफ पेमेंट। ਉਸ ਤੋਂ ਬਾਅਦ BOT स्टैंड्स फॉर बैलेंस ऑफ ट्रेड। ਹੁਣ ਦੇਖੋ ਇਹਨਾਂ 'ਚ ਫਰਕ ਕੀ ਹੈ। ਸਭ ਤੋਂ ਪਹਿਲਾਂ ਅਗਰ ਕੁਐਸਚਨ ਮਾਈਂਡ ਦੇ ਵਿੱਚ ਆਊਗਾ ਕਿ ਰਾਹੁਲ ਸਰ BOP ਸਭ ਤੋਂ ਪਹਿਲਾਂ ਰੱਖਿਆ ਜਾਂਦਾ ਹੈ ਕਿ BOT ਸਭ ਤੋਂ ਪਹਿਲਾਂ ਰੱਖਿਆ ਜਾਊਗਾ, ਤਾਂ ਧਿਆਨ ਰੱਖਣਾ ਨੰਬਰ 1 ਤੇ ਸਭ ਤੋਂ ਪਹਿਲਾਂ ਟ੍ਰੇਡ ਹੁੰਦਾ, ਨੰਬਰ 2 ਤੋਂ ਬਾਅਦ ਕੀ ਹੁੰਦਾ, ਪੇਮੈਂਟ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਕੀ ਆਉਂਦਾ ਹੁੰਦਾ, BOT ਆਉਂਦਾ ਹੁੰਦਾ। ਨੰਬਰ 1 ਤੇ ਅਸੀਂ BOT ਰੱਖਾਂਗੇ, ਨੰਬਰ 2 ਤੇ ਸਾਡਾ ਕੀ ਚੱਲੂਗਾ, BOP ਚੱਲੂਗਾ। ਤੇ ਧਿਆਨ ਰੱਖਣਾ ਬੈਲੈਂਸ ਆਫ ਟ੍ਰੇਡ ਸਭ ਤੋਂ ਪਹਿਲਾਂ ਹੋਊਗਾ, बैलेंस ऑफ पेमेंट की होगा सब तो बाद ਦੇ ਵਿੱਚ ਹੋਊਗਾ। ਤਾਂ ਪਰ ਡਿਫਰੈਂਸ ਇਹਨਾਂ ਮੇਰੇ ਨੇ ਉਲਟਾ ਰੱਖਿਆ ਹੈ। ਹੁਣ ਦੇਖੋ ਇਹਦੇ ਵਿੱਚ ਕੀ ਹੋਊਗਾ। BOP ਤੇ ਤੁਸੀਂ ਸਾਰਾ ਕੁਝ ਪੜ੍ਹ ਕੇ ਆਏ ਹੋ, ਸਾਰਾ ਕੁਝ ਪੜ੍ਹ ਲਿਆ ਤੁਹਾਨੇ। ਹੁਣ ਇਹਦੇ ਵਿੱਚ ਮੇਨ ਚੀਜ਼ਾਂ ਸਿਰਫ ਇੱਕ ਓਵਰਆਲ ਪੁਆਇੰਟ ਨੇ। ਦੇਖੋ ਇਹਦੇ ਵਿੱਚ ਕੀ ਕਹਿੰਦਾ ਹੈ, BOP ਇਜ਼ ਅ ਸਮਰੀ ਸਟੇਟਮੈਂਟ। ਜਿਹੜੀ BOP ਹੈ ਤੁਹਾਡੇ ਵਾਸਤੇ ਇੱਕ ਸਮਰੀ ਸਟੇਟਮੈਂਟ ਹੈ, ਔਰ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਜਿਸ 'ਚ ਆਪਾਂ ਸਾਰੇ ਇਕਨੋਮਿਕ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਇੱਕ ਕੰਟਰੀ ਦੀ ਦੂਸਰੀ ਕੰਟਰੀ ਦੇ ਨਾਲ। ਫਸਟ ਪੁਆਇੰਟ ਕਲੀਅਰ ਹੈ। ਪਰ ਜਿਹੜਾ BOT ਹੁੰਦਾ ਟ੍ਰੇਡ ਹੁੰਦਾ ਹੈ ਨਾ। ਟ੍ਰੇਡ ਮਤਲਬ ਇਸ 'ਚ ਕਾਹਦੀ ਗੱਲ ਕਰਾਂਗੇ, ਸਾਨੇ ਕਿੰਨਾ ਐਕਸਪੋਰਟ ਕਰਤਾ ਔਰ ਸਾਨੇ ਕਿੰਨਾ ਇੰਪੋਰਟ ਕਰਤਾ, ਉਹਦੇ ਡਿਫਰੈਂਸ ਨੂੰ ਅਸੀਂ ਕੀ ਬੋਲਾਂਗੇ, BOT ਬੋਲਾਂਗੇ। ਮਤਲਬ ਸਾਨੇ ਕਿੰਨਾ ਐਕਸਪੋਰਟ ਕਰਤਾ, ਐਕਸ ਮਤਲਬ ਹੁੰਦਾ ਐਕਸਪੋਰਟ ਕਰਨਾ, ਔਰ ਸਾਨੇ ਕਿੰਨਾ ਇੰਪੋਰਟ ਕਰਤਾ, ਯਾਨੀ ਕਿ M ਮਤਲਬ ਹੁੰਦਾ ਇੰਪੋਰਟ ਕਰਨਾ। ਇਹਨਾਂ ਦੋਨਾਂ ਦੇ ਡਿਫਰੈਂਸ ਨੂੰ, ਮਤਲਬ ਇੰਪੋਰਟ ਐਕਸਪੋਰਟ ਸਿਰਫ ਗੁੱਡਸ ਕੀਤੀ ਜਾਣਗੀਆਂ, ਹੈ ਨਾ, ਗੁੱਡਸ ਕੀਤੀ ਜਾਣਗੀਆਂ, ਤਾਂ ਉਹ ਚੀਜ਼ ਨੂੰ ਅਸੀਂ ਕੀ ਬੋਲਾਂਗੇ, ਬੈਲੈਂਸ ਆਫ ਟ੍ਰੇਡ ਬੋਲਾਂਗੇ। ਹੁਣ ਜਿਹੜਾ X ਆਇਆ ਔਰ M ਆਇਆ, ਧਿਆਨ ਦੇਖੋ ਕਿੱਥੋਂ ਆਇਆ ਹੋ। ਐਕਸਪੋਰਟ ਦੇ ਸਪੈਲਿੰਗ ਹੁੰਦੇ ਨੇ EXPORT, ਇੰਪੋਰਟ ਦੇ ਸਪੈਲਿੰਗ ਹੁੰਦੇ ਨੇ EMPORT। ਹੁਣ ਮੈंने ਚੱਕਿਆ ਸੀ ਉਹਦੇ ਵਿੱਚੋਂ ਇੱਕ X, ਇੱਥੇ ਚੱਕਿਆ ਸੀ ਇੱਕ M। ਆਹ ਮਿਡ ਵਾਲਾ ਦੇਖ ਲੈਣਾ, ਆਹ ਵਾਲਾ, ਠੀਕ ਹੈ, ਆਹ ਵਾਲਾ। ਇਹਨਾਂ ਦੇ ਬੈਲੈਂਸ ਦੇ ਡਿਫਰੈਂਸ ਨੂੰ ਅਸੀਂ ਕੀ ਬੋਲਾਂਗੇ, BOT ਬੋਲਾਂਗੇ, ਬੈਲੈਂਸ ਆਫ ਟ੍ਰੇਡ ਬੋਲਾਂਗੇ। बैलेंस ऑफ ट्रेड इज द डिफरेंस बिटवीन विजिबल आइटम्स, मतलब जी विजिबल गुड्स होंगियां और विजिबल इंपोर्ट आइटम, यानी कि विजिबल गुड्स इंपोर्ट वाली होंगियां। तो सिर्फ गुड्स चक्कांगे, सर्विस नहीं चक्कांगे। ध्यान रखियो ये जो BOT होंगे कल्ले गुड्स रिलेट करता है, वो फिजिकल गुड्स जी विजिबल ने जिन्हें दिख सकते हैं। लेकिन ਜਿਹੜੇ BOP ਹੁੰਦੇ ਸਾਰੀ ਇੱਕ ਸਟੇਟਮੈਂਟ ਹੁੰਦੀ ਹੈ, ਇੱਕ ਸਾਰੀ ਟ੍ਰਾਂਜੈਕਸ਼ਨ ਹੁੰਦੀ ਹੈ ਇੰਡੀਅਨ ਕੰਟਰੀ ਦੇ ਅਕੋਰਡਿੰਗ। ਇਹ ਇੱਕ ਚੀਜ਼ ਦੀ ਗੱਲ ਕੀਤੀ ਗਈ ਹੈ। ਨੈਕਸਟ ਆਓ ਸੈਕੰਡ ਪੁਆਇੰਟ, ਇਟ ਰਿਕਾਰਡ ਟ੍ਰਾਂਜੈਕਸ਼ਨ ਰਿਲੇਟਡ ਟੂ ਗੁੱਡਸ। ਇਸ 'ਚ ਅਸੀਂ ਗੁੱਡਸ ਦੀ ਗੱਲ ਵੀ ਕਰਾਂਗੇ, ਇਸ 'ਚ ਅਸੀਂ ਸਰਵਿਸ ਦੀ ਵੀ ਗੱਲ ਕਰਾਂਗੇ, ਕਿਉਂਕਿ ਤਾਂ ਆਪਾਂ ਪੜ੍ਹ ਕੇ ਆਏ, ਕਿਉਂਕਿ ਸਾਰੀ ਚੀਜ਼ਾਂ ਦੀ ਸਮਰੀ ਬਣਾਉਂਦਾ। ਪਰ ਜਿਹੜਾ BOT ਹੈ, ਟ੍ਰੇਡ ਹੈ, ਉਹ ਜਾਂ ਤਾਂ ਤੁਹਾਡੀ ਟ੍ਰਾਂਜੈਕਸ਼ਨ ਰਿਕਾਰਡ ਕਰੂ ਇਕੱਲੀ ਕਰਦੀਆਂ ਆਪਣੀ ਗੁੱਡਸ ਦੀਆਂ। ਉਹ ਗੁੱਡਸ ਜਿਹੜੀ ਕਿਹੜੀ ਫਾਰਮ ਦੇ ਵਿੱਚ ਨੇ, ਇੱਕ ਵਿਜ਼ੀਬਲ ਫਾਰਮ ਦੇ ਵਿੱਚ ਨੇ। ਵਿਜ਼ੀਬਲ ਮਤਲਬ ਟੈਂਜੀਬਲ ਫਾਰਮ ਦੇ ਵਿੱਚ ਨੇ। ਉਸ ਤੋਂ ਬਾਅਦ ਥਰਡ ਪੁਆਇੰਟ ਕਹਿੰਦਾ ਕੀ ਹੈ, ਇਟ ਰਿਕਾਰਡ ਬੋਥ ਕਰੰਟ ਅਕਾਊਂਟ। ਇਸ 'ਚ ਕਰੰਟ ਅਕਾਊਂਟ ਵੀ ਮੇਨਟੇਨ ਕੀਤਾ ਜਾਂਦਾ ਹੈ, ਇਹਦੇ ਵਿੱਚ ਕੈਪੀਟਲ ਅਕਾਊਂਟ ਵੀ ਰਿਕਾਰਡ ਕੀਤਾ ਜਾਂਦਾ ਹੈ। ਪਰ ਉਹਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਇਕੱਲਾ ਕਰੰਟ ਅਕਾਊਂਟ ਰਿਕਾਰਡ ਕੀਤਾ ਜਾਊਗਾ, ਕੈਪੀਟਲ ਅਕਾਊਂਟ ਦੀ ਟ੍ਰਾਂਜੈਕਸ਼ਨ ਵਿੱਚ ਰਿਕਾਰਡ ਨਹੀਂ ਕੀਤੀ ਜਾਂਦੀ ਹੈ, ਕਿਉਂਕਿ ਇਸ ਸਿਰਫ ਕਦੀ ਗੁੱਡਸ ਦੀ ਐਂਟਰੀ ਗੱਲ ਕੀਤੀ ਹੈ, ਨਾ ਕਿ ਐਸੈਟ ਔਰ ਲਿਬਿਲਿਟੀ ਦੀ ਗੱਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫੋਰਥ ਪੁਆਇੰਟ ਮੇਨ ਹੈ, BOP ਆਲਵੇਜ਼ ਬੈਲੈਂਸਡ। ਮਤਲਬ ਕਿ ਇਹਦੇ ਵਿੱਚ BOP ਦਾ ਜਿਹੜਾ ਬੈਲੈਂਸ ਹੁੰਦਾ ਹਮੇਸ਼ਾ ਬੈਲੈਂਸਡ ਕੱਢਿਆ ਜਾਂਦਾ ਹੈ। ਕਾਰਨ ਕੀ ਹੈ, ਕਿਉਂਕਿ ਜਿਹੜਾ ਵੀ ਕੁਝ ਬਾਅਦ ਵਿੱਚ ਅਗਰ ਨੈਗੇਟਿਵ ਆਉਂਦਾ ਹੈ, ਠੀਕ ਹੈ, ਅਗਰ ਮੰਨ ਕੇ ਚਲੋ BOP ਨੈਗੇਟਿਵ ਆਉਂਦਾ ਹੈ ਤਾਂ ਅਸੀਂ ਇੱਕ ਦੇਸ਼ ਦੇ ਮਤਲਬ RBI ਦੀ ਆਫੀਸ਼ੀਅਲ ਸਰਵਿਸ 'ਚ ਪੈਸਾ ਕੱਢ ਲਾਂਗੇ ਅਗਰ ਨੈਗੇਟਿਵ ਆਊਗਾ। ਮਤਲਬ ਕੀ ਹੈ, ਅਗਰ ਮੰਨ ਕੇ ਚਲੋ 20 ਕਰੋੜ ਦਾ ਘਾਟਾ ਪੈਂਦਾ ਹੋਵੇ BOP ਦਾ, ਤਾਂ ਅਸੀਂ ਬਾਹਰਲੀ ਕੰਟਰੀ ਨੂੰ ਕੋਈ ਨਾ ਕੋਈ ਚੀਜ਼ ਵੇਚ ਦਾਂਗੇ, ਜਿਸ ਕਰਕੇ ਉਹਨਾਂ ਤੋਂ ਅਸੀਂ ਪੈਸੇ ਲੈ ਲਾਂਗੇ, ਪੈਸੇ ਲਵਾਂਗੇ,
ठीक है, तो वह घाटा की किया जा सकता है, पूरा किया जा सकता है एक देश के ऑफिशियल रिजर्व के विचों। मतलब उन्होंने पर कोई फॉरेन करंसी होगी, उस फॉरेन करंसी के अकॉर्डिंग साडे देश में फॉरेन करंसी होगी, वो फॉरेन करंसी ने यूज करके असं अपने देश के BOP की कर सकते हैं, जीरो कर सकते हैं। एक क्वेश्चन जवाब मैं दिता स्वीटो गर्ग का, बेटा पूछ रहा सीगा कि हाँ वो बैलेंस जीरो किमें होगा। तो जीरो करने का तरीका यही होंगे कि साडे पर जो ऑफिशियल रिजर्व होंगे, अगर साडा BOP नैगेटिव जाता पे तो ਉਹਦੇ ਵਿੱਚ ਜਿਹੜਾ ਸਾਡੇ ਪਾਸ ऑफिशियल रिजर्व पे है, ऑफिशियल रिजर्व ਅਸੀਂ ਕੱਢ ਲਾਂਗੇ और BOP ਦੇ ਬੈਲੈਂਸ ਨੂੰ ਕੀ ਕੀਤਾ ਜਾਊਗਾ, ਬੈਲੈਂਸਡ ਕਰ ਦਿੱਤਾ ਜਾਊਗਾ। ਠੀਕ ਹੈ, ਲੇਕਿਨ ਜਿਹੜਾ BOT ਦਾ ਬੈਲੈਂਸ ਹੁੰਦਾ ਉਹ ਚਾਹੇ ਪੋਜ਼ਿਟਿਵ ਆਵੇ ਚਾਹੇ ਨੈਗੇਟਿਵ ਆ ਜੇ ਚਾਹੇ ਬੈਲੈਂਸਡ ਆ ਜੇ, ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਨ ਸਾਡੇ ਵਾਸਤੇ ਕੀ ਹੈ, BOP ਹੈ। और BOT ਦਾ ਜਿਹੜਾ ਬੈਲੈਂਸ ਹੁੰਦਾ BOP ਦੇ ਵਿੱਚ ਕੀ ਕਰ ਦਿੱਤਾ ਜਾਂਦਾ, ਇੰਕਲੂਡ ਕਰ ਦਿੱਤਾ ਜਾਂਦਾ। ਇਸ ਕਰਕੇ ਕਹਿੰਦੇ ਨੇ कि चाहे ये नैगेटिव आ जाए चाहे पॉजिटिव आ जाए चाहे बैलेंस्ड आ जाए तो BOP के उत्ते फर्क जरूर पऊगा लेकिन BOT के उत्ते फर्क नहीं पैंदा। ठीक है बेटे स्वीटो, मैं थोड़ी गल का जवाब दिता क्योंकि बेटा पूछ रहा सी भी किस तरह होणगियां चीज़ां। तो ध्यान रखना अगर जीरो नहीं आता नैगेटिव पॉजिटिविटी च फर्क पैंदा तो असीं किसी अपनी कंट्री के ऑफिशियल रिजर्व च पैसे कड्डांगे और उस घाटे नूं की करांगे, कंप्लीट कर देंगे, आई मीन टू खत्म कर देंगे। ठीक है बेटे, हाँ जी नैक्सट आओ। हुण मैंने तो गल की सी थोड़े नाल अगर पॉजिटिव और नैगेटिव आता है तो किहड़े फॉर्म दे विच होगा। हुण इक्विलिब्रियम का मतलब की हुंदा है, जब बैलेंस ऑफ पेमेंट इक्वल आ जाए। अगर डिसइक्विलिब्रियम का मतलब की हुंदा है, जब बैलेंस ऑफ पेमेंट मतलब इक्वल ना आवे, नॉट इन द स्टेट ऑफ द इक्वल। ठीक है, तो देखो तुहाडे सामने इहदे विच तीन चीज़ां तुहानूं याद रखनी ने क्योंकि ये MCQs का पार्ट है। किहड़े टाइम के उत्ते आके बैलेंस ऑफ पेमेंट इक्विलिब्रियम होंदा है, तो BOP इक्विलिब्रियम इज स्ट्रक वैन कदों होगा, तो तीनों चीज़ां याद रखनियां क्योंकि तुसीं हुणी करके आए हो मेरे नाल। ठीक है, इहदे विच देखो कहंदा की है, करंट अकाउंट प्लस कैपिटल अकाउंट जे इन्हां दोनों प्लस कर देने टाइम भी साडा BOP की हो जाऊगा, जीरो हो जाऊगा क्योंकि साडी सिर्फ इक्विलिब्रियम की गल करते रहे हैं। उस तो बाद अगर करंट अकाउंट का बैलेंस अगर नैगेटिव आता है, की कहता है नैगेटिव आता है, ਉਹਦਾ बैलेंस ਅਸੀਂ मिक्स कर ਦਾਂਗੇ ਕਿਹਦੇ ਵਿੱਚ, कैपिटल अकाउंट के पॉजिटिव बैलेंस ਦੇ ਵਿੱਚ। ठीक है, टाइम भी साडा ਜਿਹੜਾ BOP होगा की होगा वो बैलेंस्ड होगा, मतलब कि जीरो होगा। उस तो बाद अगर ਅਸੀਂ गल करांगे जिन्ना साडा इनवर्ड है, इनवर्ड मतलब जिन्ना साडा इनफ्लो है, मतलब जिन्ना सानू रिसीट आंदी भी है, और मैं मैंशन कर देना जिन्नी रिसीट आंदी भी है, किहड़ी रिसीट, चाहे वो कैपिटल अकाउंट की रिसीट है चाहे तुहाडे अपने करंट अकाउंट की रिसीट है, अगर वो इक्वल हो जाए कि आउटवर्ड, आउट मतलब साडी पेमेंट तो इक्वल हो जाए, किहड़ी पेमेंट, चाहे वो कैपिटल अकाउंट की पेमेंट है चाहे वो करंट अकाउंट की पेमेंट, अगर उस चीज़ की इक्वल हो जाती है तो असीं मान के चलांगे साडा BOP भी की हो जाऊगा, जीरो हो जाऊगा। बेटे तीनों चीज़ां याद रखनियां ने, करंट अकाउंट अगर कैपिटल अकाउंट तो इक्वल होंदा है तां भी तुहाडा BOP इक्विलिब्रियम स्टेट दे विच है। अगर नैगेटिव बैलेंस करंट अकाउंट का बाद च मिक्स कर देना सी कैपिटल अकाउंट के पॉजिटिव बैलेंस दे विच, ध्यान रखियो इत्थे पॉजिटिव आऊगा इत्थे नैगेटिव आऊगा, और दोनों साडे नैगेटिव ना कर दिओ तां साडा जिहड़ा BOP है पॉजिटिव आऊगा, आई मीन टू बैलेंस्ड आऊगा। अगर साडी इनफ्लो मतलब इनवर्ड मतलब कि रिसीट अगर फॉरन एक्सचेंज कैपिटल अकाउंट के विच करंट अकाउंट इक्वल हो जाती है आउटवर्ड के नाल तां भी साडा जिहड़ा इक्विलिब्रियम की होगा, जीरो होगा, मतलब इक्वल होगा। ये तीनों पॉइंट याद रखियो। हुण जिवें कि तुहानूं पता लग गया कि BOP तीनों करना करके इक्वल आ रहा है कि एक देश की एसिड और लिबिलिटी ते फर्क पऊगा नहीं, ਇਹਦੇ ਵਿੱਚ कोई भी मूवमेंट नहीं होगी क्योंकि तीनों स्टेट ਦੇ ਵਿੱਚ ਜਿਹੜਾ BOP है ਕੀ ਆਂਦਾ ਪਿਆ, इक्वल आंदा ਪਿਆ। ਤਾਂ ਅਸੀਂ ਇੱਕ ਦੇਸ਼ ਦੇ ऑफिशियल रिजर्व ਨੂੰ ना ही छेड़ांगे, ना ही वो ਵਧੂਗਾ ना ही वो घटूगा। जे वो जीरो नहीं आंदा ਤਾਂ ऑफिशियल रिजर्व ਵਿੱਚ कमी आऊगी, अदरवाइज कमी नहीं आती। ਇਹ ਧਿਆਨ ਰੱਖਿਓ क्योंकि हजे BOP ਸਾਡਾ ਕਿਹੜੀ स्टेट ਦੇ ਵਿੱਚ है, इक्वल स्टेट ਦੇ ਵਿੱਚ है। ਕਿਹੜੀ स्टेट ਦੇ ਵਿੱਚ है, इक्वल स्टेट ਦੇ ਵਿੱਚ है। ਹੁਣ अगर इक्वल स्टेट ਦੇ ਵਿੱਚ नहीं आंदा मतलब डिसइक्विलिब्रियम फॉर्म ਦੇ ਵਿੱਚ आंदा, ठीक है, डिसइक्विलिब्रियम ਦਾ बराबर नहीं आंदा, ठीक है, मतलब कि जीरो नहीं आंदा, इक्वल नहीं हैगा, तो फिर की होगा, अगर इक्वल नहीं आंदा तो फिर या तो साडे वास्ते पॉजिटिव होगा या फिर साडे वास्ते की होगा, नैगेटिव नंबर होगा। नंबर का मतलब या तो साडे वास्ते पॉजिटिव होगा या साडे वास्ते की होगा, नैगेटिव होगा। तो देखो अगर जीरो नहीं हैगा तो की करना पऊगा, साडा या तो BOP किहदे विच है, सरप्लस दे विच है, या फिर साडे वास्ते जिहड़ा फॉरेन एक्सचेंज है वो साडे वास्ते की है, इनवर्ड है। इनवर्ड मतलब देश के पास रिसीट बहुत आई हुई ने, ठीक है, रिसीट्स बहुत आई हुई ने, या देश के पास इनफ्लो बहुत आया हुआ है, पैसा बहुत आया हुआ है, इस करके जिहड़ा साडा BOP है पॉजिटिव है, तां भी इशू ही है। ठीक है, मतलब की है इंक्रीज इन ऑफिशियल रिजर्व आ जाऊगा। उससे जो करंट अकाउंट का बैलेंस अगर नैगेटिव आता है तो की होगा, ਇੱਥੇ किसी का पॉजिटिव ਇੱਥੇ ਕੀ ਆ ਜਾਊਗਾ, डेफिट्स, मतलब कि एक देश के रिजर्व ਵਿੱਚ ਘਾਟਾ ਪੈਂਦਾ ਹੋਇਆ ਜਾਂ ਫਿਰ ਕਹਿ ਸਕਦੇ ऑफिशियल रिजर्व ਕੀ ਹੁੰਦਾ ਹੋਇਆ, डिक्रीज ਹੁੰਦਾ ਹੋਇਆ। ਇਹ ਚੀਜ਼ਾਂ ਸੀਗੀਆਂ ਕਿਹੜੀ ਫਾਰਮ ਦੇ ਵਿੱਚ, ਇਕੁਇਲਿਬਰੀਅਮ ਫਾਰਮ ਦੇ ਵਿੱਚ, ਔਰ ਤੁਹਾਡੇ ਆਪਣੇ ਡਿਸਇਕੁਇਲਿਬਰੀਅਮ ਦੇ ਫਾਰਮ ਦੇ ਵਿੱਚ। ਕਲੀਅਰ ਹੈ ਬੇਟੇ ਸਭ ਨੂੰ?
क्लीयर है सब नूं? इत्थे तक कोई डाउट है? बीओपी ਦਾ सिर्फ अन्ना का पार्ट सी जो ਤੁਹਾਡੇ ਨਾਲ ਸਾਹਮਣੇ ਰੱਖਿਆ ਗਿਆ। अगर फिर भी कोई प्रॉब्लम आती है तो तुम यूट्यूब के उत्ते जाके देख सकते हो। बालाजी एजुकेशन पॉइंट का यूट्यूब के उत्ते लैक्चर पै चुके हैं। अगर फिर भी प्रॉब्लम आती है, मैनू यही टॉपिक है कि अगर जो बच्चे ऐप के इंक्लूड ने, ठीक है, वो ऐप के ही देखो। प्रॉब्लम होर कुछ नहीं है क्योंकि इन्होंने समझ लग गया कई बच्चे लाइव ने ये, ठीक है। क्लीयर है बेटे? हाँ जी, PDF तो मिल जाएगा, कोई प्रॉब्लम नहीं है। ऐसा कोई डाउट है किसी को? कोई डाउट? एनीवन एल्स हैव अ डाउट? वो पूछ सकते हैं। स्वीटू करके इट इज क्लीयर बेटे? क्लीयर है थोनू ये? ऑफिशियल रिजर्व होंदा है जसलीन कौर। ऑफिशियल रिजर्व का मतलब होंदा है लाइक मेरे पास गोल्ड पे है, ठीक है, सिल्वर पे ने, कोई बाहरले सोने के बिस्किट्स पे ने, बाहरली फॉरेन प्रॉपर्टी पई है और ये ऑफिशियल रिजर्व ने। मतलब इस दे विच कहने का मतलब की है, अगर मेरे देश में घाटा पैंदा होया, घाटा किस फॉर्म दे विच पऊगा? क्योंकि मेरे पास फॉरेन करंसी की मतलब की पाई जाती है, कमी पाई गई है, तो मैं की करूँगा? अपनी कोई प्रॉपर्टी फॉरेन कंट्री में बेच दूंगा तो फॉरेन ऑफिशियल रिजर्व बढ़ जाऊगा, ठीक है, मतलब कि बैलेंस्ड हो जाऊगा। अगर ऑफिशियल रिजर्व मेरे पास पॉजिटिव पे है, पॉजिटिव मतलब मेरे पास फॉरेन करेंसी बहुत ज़्यादा पई है, फिर मैं की करूँगा? बाहरली कंट्री च इन्वेस्टमेंट करना स्टार्ट कर दूंगा। जो मैं इन्वेस्टमेंट करूँगा तो उत्थे उन्होंने लैंड उत्ते मेरा कंट्रोल हो जाऊगा। फॉरेन करेंसी जी मेरे पास पई है बाहरले देश में की हो जाऊगी, ट्रांसफर हो जाऊगी। मतलब कि बैलेंस ऑफ पेमेंट किसी तरीके नैगेटिव तो पॉजिटिव लेके आना, पॉजिटिव मतलब बैलेंस करना है, या पॉजिटिव तो भी बैलेंस करना है। सिंपल जी गल, जीरो करके लेके आना है। अगर वाधा भी है तो बाहरली कंट्री च इन्वेस्टमेंट कर दूंगा, जे घटता भी है तो बाहरले बंदे मेरी कंट्री च इन्वेस्टमेंट कर लेंगे, जिस करके फॉरेन एक्सचेंज या तो आऊगी या फिर की होगी, चली जाऊगी। समझ आ गई जसलीन कौर? समझ आ गया बेटे? ऑफिशियल रिजर्व शॉर्ट नोट विच हुंदा है जेहड़े फॉर्म दे विच साडे पास फॉरेन करेंसी पई है, चाहे फॉर्म दा फॉर्म ऑफ गोल्ड पई है, चाहे मेरे पास सिल्वर पई है, ठीक है, या फिर मेरे पास की पे है, या कहना मतलब कोई प्रॉपर्टी पई है, या कोई बहुत सारे पैसे पे ने, उन्होंने ऑफिशियल रिजर्व बोलते हैं, फॉरेन करेंसी पई है। अगर नहीं टू पॉइंट समझ लग गया तो कल तुम 12 तो लैके 2 बजे तक खुद मर्जी कॉल करके पूछ सकते हो, खुद मर्जी, कोई भी जो डाउट है तुहानू, ठीक है। एनीवन एल्स हैव अ डाउट? फॉर ऑफिशियल रिजर्व सिंपल चीज़ है जिन्होंने सिर्फ फॉरेन करेंसी से रिलेट करते हैं। इसकी कस्टडी RBI के पास पई है, और कुछ नहीं है, ठीक है। अगर घटती है साढ़े पास तो असं बाहरली कंट्री में कहते हैं साड़ी देश जाके इन्वेस्टमेंट कर लै, ठीक है। अगर बढ़ती भी है तो असं फॉरेन कंट्री में जाके असं इन्वेस्टमेंट कर लें, ठीक है। इट मीनस वी हैव टू बैलेंस विद दिस ऑफिशियल रिजर्व, यस वी हैव टू बैलेंस विद दिस ऑफिशियल रिजर्व, ठीक है। असं बैलेंस ही करते हैं इस चीज़ में। कारण यही है क्योंकि BOP अगर बढ़ गया तो भी नुकसान है, अगर BOP घट गया तो भी नुकसान है। इट्स टू बी बैटर द BOP इज टू बी बैलेंस, मतलब ये असं की कर देना चाहते हैं, जीरो कर दिता जाए तो बैटर है, ठीक है जी। चलो जी, थैंक यू सो मच एवरीवन।